ਵਾਹਿਗੁਰੂ 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 ਆਖੋ ਸਤਿਨਾਮ ਸ੍ਰੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਪਾਵਨ ਇਤਿਹਾਸ ਆਪ ਜੀ ਹਰ ਰੋਜ਼ ਸਰਵਣ ਕਰ ਰਹੇ ਹੋ। ਤਾਂ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਨੇ ਜੋ ਸਾਖੀ ਸਰਵਣ ਕੀਤੀ ਸੀ, ਜੋ ਠੱਗਾਂ ਦਾ ਨਿਸਤਾਰਾ, ਗੁਰੂ ਜੀ ਨੇ ਇੱਕ ਨਗਰੀ ਵਿੱਚ ਜਾਣਾ ਕੀਤਾ ਜਿੱਥੇ ਸਾਰੇ ਲੋਕ ਹੀ ਚੋਰ ਰਹਿੰਦੇ ਸਨ, ਠੱਗ ਰਹਿੰਦੇ ਸਨ, ਜਿਨ੍ਹਾਂ ਦਾ ਕੰਮ ਸੀ ਲੋਕਾਂ ਨੂੰ ਲੁੱਟਣਾ ਤੇ ਮਾਰ ਦੇਣਾ। ਵੇਖੋ, ਦੁਨੀਆ ਦੇ ਵਿੱਚ ਦੁੱਖ ਦਾ ਕਾਰਨ ਹੈ ਇਨਸਾਨ ਦਾ ਮੰਦਾ ਸੁਭਾਅ, ਔਗਣ, ਤੇ ਇਸੇ ਨੂੰ ਮਹਾਰਾਜ ਨੇ ਮਾਇਆ ਆਖਿਆ ਹੈ। ਇਸੇ ਨੂੰ ਹੋਰ ਧਾਰਮਿਕ ਗ੍ਰੰਥਾਂ ਨੇ ਸ਼ੈਤਾਨ ਆਖਿਆ। ਜਦੋਂ ਤੁਸੀਂ ਮੁਸਲਮਾਨਾਂ ਦੀ ਥਿਊਰੀ ਪੜ੍ਹੋਗੇ, ਉਹਨਾਂ ਦਾ ਧਰਮ ਪੜ੍ਹੋਗੇ, ਈਸਾਈਅਤ ਪੜ੍ਹੋਗੇ, ਜਿਹੜੀ ਪੱਛਮੀ ਦੇਸ਼ ਹੋਏ ਨੇ ਇਹਨਾਂ ਦੀ ਥਿਊਰੀ ਪੜ੍ਹੋਗੇ, ਉਹਦੇ 'ਚ ਦੋ ਕਰੈਕਟਰ ਤੁਹਾਨੂੰ ਮਿਲਣਗੇ। ਇੱਕ ਕਰੈਕਟਰ ਰੱਬ ਦਾ, ਜਿਹਨੂੰ ਗੋਡ ਕਹਿੰਦੇ, ਅੱਲਾ ਕਹਿੰਦੇ, ਉਹਨੂੰ ਵੱਖ-ਵੱਖ ਨਾਵਾਂ ਨਾਲ ਕਿਹਾ, ਉਸ ਨੂੰ ਉਹਨਾਂ ਨੇ ਨੂਰ ਕਿਹਾ, ਉਹਦੇ ਦੇਵ ਲੋਕ ਬਣਾਏ ਆ, ਉਹਦੇ ਬਹੁਤ ਕੁਝ ਇਸ ਤਰ੍ਹਾਂ ਦੀਆਂ ਤੁਸੀਂ ਸਾਖੀਆਂ ਸੁਣਨ ਨੂੰ ਤੁਹਾਨੂੰ ਮਿਲਣਗੀਆਂ। ਫਿਰ ਇੱਕ ਕਰੈਕਟਰ ਤੁਹਾਨੂੰ ਮਿਲੇਗਾ ਸ਼ੈਤਾਨ ਦਾ, ਈਵਲ ਦਾ, ਜੋ ਸ਼ੈਤਾਨ ਹੈ, ਉਹਦਾ ਇੱਕ ਕਰੈਕਟਰ ਮਿਲੇਗਾ ਕਿ ਸ਼ੈਤਾਨ ਦੇ ਕੀ ਕੰਮ ਹੁੰਦੇ ਆ, ਸ਼ੈਤਾਨ ਦਾ ਕੀ ਸੁਭਾਅ ਹੁੰਦਾ ਹੈ। ਇਸੇ ਤਰ੍ਹਾਂ ਤੁਸੀਂ ਇੱਧਰ ਹਿੰਦੁਸਤਾਨ, ਇੱਧਰਲੇ ਏਸ਼ੀਆ ਵਾਲੀ ਸਾਈਡ ਚਲੇ ਜਾਓ, ਇੱਧਰ ਵੀ ਜਿੰਨੇ ਧਰਮ ਹੋਇਆ ਨਾ ਪੁਰਾਤਨ ਸਮੇਂ ਤੋਂ, ਉਹਦੇ 'ਚ ਵੀ ਦੋ ਹੀ ਕਰੈਕਟਰ ਮੰਨੇ ਆ, ਇੱਕ ਭਗਵਾਨ ਦਾ ਅਤੇ ਇੱਕ ਕਲਯੁਗ ਦਾ, ਸ਼ੈਤਾਨ ਦਾ। ਉਹਦਾ ਨਾਮ ਬਦਲਿਆ। ਵੇਖੋ, ਚੀਜ਼ ਇੱਕ ਹੀ ਹੈ, ਰੱਬ ਵੀ ਇੱਕ ਹੀ ਹੈ ਅਤੇ ਸ਼ੈਤਾਨ ਵੀ ਇੱਕ ਹੀ ਹੈ। ਉਹਦੇ ਨਾਮ ਬਦਲ ਜਾਂਦੇ ਆ। ਜਿਵੇਂ ਆਪਾਂ ਸ਼ੈਤਾਨ ਕਹਿ ਦਿੰਦੇ ਆ, ਉਹਨੂੰ ਇੰਗਲਿਸ਼ 'ਚ ਈਵਲ ਕਹਿ ਦਿੰਦੇ ਆ, ਜਾਂ ਹੋਰ ਕਹਿ ਦਾਂਗੇ ਕਲਯੁਗ ਕਹਿ ਦਾਂਗੇ। ਉਹਨੂੰ ਹੋਰ ਨਾਵਾਂ ਨਾਲ ਜਾਣਿਆ ਜਾਂਦਾ। ਨਾਮ ਬਦਲਣ ਨਾਲ ਕੋਈ ਹਸਤੀ ਜਾਂ ਕੋਈ ਚੀਜ਼ ਨਹੀਂ ਬਦਲਦੀ ਹੁੰਦੀ, ਹਮੇਸ਼ਾ ਯਾਦ ਰੱਖਣਾ, ਕਿਉਂਕਿ ਨਾਮ ਤਾਂ ਸਿਰਫ ਸਮਝਣ ਮਾਤਰ ਹੈ। ਆਪਾਂ ਪੰਛੀ ਕਹਿੰਦੇ ਆ, ਉਹ ਬਰਡਸ ਕਹਿ ਦਿੰਦੇ ਆ। ਇੰਗਲਿਸ਼ 'ਚ ਹੋਰ ਸ਼ਬਦ ਹੈ, ਫਾਰਸੀ 'ਚ ਹੋਰ ਹੈ ਸ਼ਬਦ। ਅੱਖਰ ਬਦਲਣ ਨਾਲ ਕੋਈ ਪੰਛੀ ਥੋੜ੍ਹੀ ਬਦਲ ਜਾਣੇ। ਪੰਛੀ ਤਾਂ ਚਿੜੀ ਹੋਈ ਰਹਿਣੀ ਹੈ, ਤੋਤਾ ਤਾਂ ਤੋਤਾ ਹੀ ਰਹਿਣਾ। ਕਾਂ ਨੂੰ ਕਾਓ ਕਹੋ, ਕਾਂ ਕਹੋ, ਜੋ ਮਰਜ਼ੀ ਕਹੋ, ਗਾਂ ਨੇ ਗਾਂ ਹੀ ਰਹਿਣਾ, ਭਾਵੇਂ ਉਹਦਾ ਨਾਂ ਜੋ ਮਰਜ਼ੀ ਲਈ ਜਾਓ। ਗਾਂ ਥੋੜ੍ਹੀ ਬਦਲਣ ਲੱਗੀ ਹੈ। ਨਾਮ ਬਦਲਣ ਨਾਲ ਕੋਈ ਹਸਤੀ ਜਾਂ ਕੋਈ ਵਸਤੂ ਨਹੀਂ ਬਦਲਦੀ ਹੁੰਦੀ, ਉਹ ਉੱਦਾਂ ਹੀ ਰਹਿੰਦੀ ਹੁੰਦੀ ਹੈ। ਪਰ ਵੇਖੋ, ਕਿਸੇ ਨੇ ਕੋਈ ਚੀਜ਼ ਵੇਖੀ ਨਾ ਹੋਵੇ
ਤੇ ਉਹਨੂੰ ਕਹਾਣੀਆਂ ਪਾ ਕੇ ਸਮਝਾਉਣੀਆਂ ਪੈਂਦੀਆਂ। ਆਖੋ ਸਤਿਨਾਮ ਸ਼੍ਰੀ। ਜਦੋਂ ਕੋਈ ਚੀਜ਼ ਕਿਸੇ ਨੇ ਵੇਖੀ ਨਾ ਹੋਵੇ ਜਾਂ ਉਹਦੀ ਸਮਝ ਵਿੱਚ ਨਾ ਆਉਂਦੀ ਹੋਵੇ ਤਾਂ ਉਹ ਵਸਤੂਆਂ ਨੂੰ ਫਿਰ ਕਹਾਣੀਆਂ ਬਣਾ ਬਣਾ ਕੇ ਸਮਝਾ ਕੇ ਸਮਝਾਉਣੀਆਂ ਪੈਂਦੀਆਂ। ਅਤੇ ਇਹਦਾ ਇੱਕ ਨੁਕਸਾਨ ਪਤਾ ਕੀ ਹੁੰਦਾ? ਫਾਇਦਾ ਵੀ ਹੁੰਦਾ ਹੈ, ਪਰ ਇਹਦਾ ਨੁਕਸਾਨ ਕੀ ਹੁੰਦਾ? ਬੰਦਾ ਕਹਾਣੀ ਨਾਲ ਜੁੜ ਜਾਂਦਾ, ਸੱਚ ਨੂੰ ਛੱਡ ਦਿੰਦਾ ਹੈ। ਆਖੋ ਸਤਿਨਾਮ ਸ਼੍ਰੀ। ਕਹਾਣੀ 'ਚ ਜਿਹੜੀ ਸਿੱਖਿਆ ਦਿੱਤੀ ਸੀ, ਹੁਣ ਆਪਾਂ ਕਹਾਣੀਆਂ ਸੁਣਦੇ ਪਏ ਹਾਂ ਕਿ ਇੱਕ ਪਿਆਸਾ ਕਾਂ ਹੁੰਦਾ ਹੈ, ਉਹਨੇ ਘੜੇ 'ਚ ਪਾਣੀ ਥੋੜ੍ਹਾ ਸੀਗਾ, ਉਹਨੇ ਕੰਕਰ ਪਾਏ ਅਤੇ ਪਾਣੀ ਉੱਤੇ ਆਇਆ, ਉਹਨੇ ਕੰਕਰ ਪਾਉਂਦਾ ਗਿਆ ਪਾਣੀ ਉੱਤੇ ਆਇਆ ਅਤੇ ਪਾਣੀ ਪੀਤਾ ਅਤੇ ਕਾਂ ਉੱਡ ਗਿਆ। ਹੁਣ ਉੱਥੇ ਉਹਦਾ ਮੋਰਲ, ਉਹਦਾ ਜਿਹੜਾ ਸੈਂਟਰ ਆਈਡੀਆ, ਉਹਦੀ ਜਿਹੜੀ ਸਿੱਖਿਆ ਸੀ, ਉਹ ਆਪਾਂ ਹਮੇਸ਼ਾ ਸੁਣਦੇ ਆਏ ਹਾਂ ਕਿ ਜਿਹੜੀ ਲੋੜ ਹੈ ਉਹ ਕਾਢ ਦੀ ਮਾਂ ਹੁੰਦੀ ਹੈ। ਕਿ ਜਦੋਂ ਬੰਦੇ ਨੂੰ ਲੋੜ ਹੁੰਦੀ ਹੈ ਉਹ ਕੋਈ ਤਕਨੀਕ ਕੱਢਦਾ ਹੈ, ਜਿਵੇਂ ਇੱਕ ਕਾਂ ਨੇ ਕੱਢੀ। ਅਤੇ ਅੱਜ ਵੀ ਉਹ ਚੀਜ਼ਾਂ ਵੇਖਣ ਨੂੰ ਮਿਲਦੀਆਂ ਕਾਂ ਦੀਆਂ, ਤੁਸੀਂ ਵੇਖੀਆਂ ਹੋਣੀਆਂ ਵੀਡੀਓ। ਉਹ ਕਾਂ ਅੱਜ ਵੀ ਤਕਨੀਕ ਕੱਢਦਾ ਹੈ, ਪਰ ਉਦੋਂ ਘੜਾ ਸੀ, ਉਦੋਂ ਕੰਕਰ ਸੀ। ਅੱਜ ਉਹ ਜੇ ਉਹਨੂੰ ਪੈਪਸੀ ਸਾਹਮਣੇ ਰੱਖ ਦਿਓ, ਉਹਨੇ ਉਹਦੇ 'ਚ ਪੈਪ ਪਾ ਲੈਣੀ। ਆਖੋ ਸਤਿਨਾਮ ਸ਼੍ਰੀ। ਤੁਸੀਂ ਰੱਖ ਕੇ ਵੇਖ ਲੈਣਾ ਕਾਂ ਦੇ ਕੋਲੇ। ਹੁਣ ਵੇਖੋ ਗੱਲ ਪਤਾ ਕੀ ਹੈ, ਉਦੋਂ ਘੜਾ ਸੀ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਸੀ ਜਾਂ ਇਸ ਤਰ੍ਹਾਂ ਸੀਗਾ, ਉਹ ਇੱਕ ਕਹਾਣੀ ਸਮਝਾਉਣ ਵਾਸਤੇ ਸੀ, ਇੱਕ ਸਿੱਖਿਆ ਦੇਣ ਵਾਸਤੇ ਸੀ। ਅਤੇ ਉਹ ਬੰਦਾ ਲੜਦਾ ਰਹਿੰਦਾ ਆ, ਉਦੋਂ ਘੜਾ ਕਿਵੇਂ ਹੋ ਸਕਦਾ ਹੈ, ਉਦੋਂ ਆਹ ਚੀਜ਼ ਕਿਵੇਂ ਹੋ ਸਕਦੀ, ਉਦੋਂ ਆਹ ਕੀ ਹੋ ਸਕਦਾ, ਇਹ ਇੱਦਾਂ ਕਿਵੇਂ ਹੋ ਸਕਦਾ। ਤਾਂ ਇੱਥੇ ਬੜੀਆਂ ਕਹਾਣੀਆਂ ਸਮਝਾਈਆਂ ਗਈਆਂ। ਸ਼ੈਤਾਨ ਦੇ ਸਿੰਘ ਹੁੰਦੇ ਆ, ਸ਼ੈਤਾਨ ਦਾ ਮੂੰਹ ਕਾਲਾ ਹੁੰਦਾ ਹੈ, ਸ਼ੈਤਾਨ ਇੱਦਾਂ ਹੁੰਦਾ ਹੈ, ਰੱਬ ਬਹੁਤ ਸੋਹਣਾ ਹੁੰਦਾ ਹੈ। ਇਹ ਸਭ ਸਮਝਾਉਣ ਵਾਸਤੇ ਸੀਗਾ। ਅਤੇ ਅਸਲ ਵਿੱਚ ਸ਼ੈਤਾਨ ਕੀ ਹੈ? ਜਿੰਦਾ ਬੰਦੇ ਦਾ ਮਾੜਾ ਸੁਭਾਅ ਹੋ ਜਾਂਦਾ ਨਾ, ਮਾੜੀ ਸੋਚ ਹੋ ਜਾਂਦੀ ਹੈ, ਮਾੜੀ ਮੱਤ ਹੋ ਜਾਂਦੀ, ਅਸਲ ਵਿੱਚ ਉਹ ਇਨਸਾਨ ਹੀ ਸ਼ੈਤਾਨ ਹੈ। ਆਖੋ ਸਤਿਨਾਮ ਸ਼੍ਰੀ। ਉਹ ਇਨਸਾਨ ਹੀ ਸ਼ੈਤਾਨ ਹੈ, ਉਹ ਕੋਈ ਵੱਖਰਾ ਥੋੜ੍ਹੀ ਆਉਣਾ ਹੈ। ਉਹਦੇ 'ਚ ਹੀ ਸ਼ੈਤਾਨ ਵਰਤਦਾ ਹੁੰਦਾ, ਕਿਉਂਕਿ ਸ਼ੈਤਾਨ ਵਾਲੀ ਮੱਤ ਹੋ ਗਈ, ਮਾੜੀ ਮੱਤ ਹੋ ਗਈ, ਮਾੜੀ ਸੋਚ ਹੋ ਗਈ, ਅਤੇ ਉਹਦੇ ਕੰਮ ਆਪੇ ਹੀ ਮਾੜੇ ਹੋ ਜਾਣੇ। ਉਹਨੂੰ ਗੁਰਬਾਣੀ ਨੇ ਮਾਇਆ ਕਿਹਾ ਹੈ, ਕਲਯੁਗ ਕਿਹਾ ਹੈ, ਹੋਰ ਬੜੇ ਨਾਵਾਂ ਨਾਲ ਕਿਹਾ ਹੈ ਕਿ ਬੰਦੇ ਦੀ ਜਿਹੜੀ ਮਾੜੀ ਬਿਰਤੀ ਹੈ ਨਾ, ਮਾੜੀ ਸੋਚ ਹੈ, ਇਹੀ ਮਾਇਆ ਹੈ। ਇਹੀ ਅਤੇ ਉਹਦੇ 'ਚੋਂ ਕੀ ਪੈਦਾ ਹੁੰਦਾ? ਔਗਣ ਪੈਦਾ ਹੁੰਦੇ, ਕਰੂਰਤਾ ਪੈਦਾ ਹੁੰਦੀ ਹੈ, ਕ੍ਰੋਧ ਪੈਦਾ ਹੁੰਦਾ ਹੈ, ਵਾਸ਼ਨਾ ਪੈਦਾ ਹੁੰਦੀ ਹੈ, ਲੁੱਟਣ ਵਾਲੀ ਬਿਰਤੀ ਪੈਦਾ ਹੁੰਦੀ ਹੈ। ਲੋਕਾਂ ਨੂੰ ਦੁੱਖ ਦੇ ਕੇ ਸ਼ੈਤਾਨ ਕੀ ਕਰਦਾ? ਲੋਕਾਂ ਨੂੰ ਦੁੱਖ ਦੇ ਕੇ ਖੁਸ਼ ਹੁੰਦਾ ਹੈ। ਅਤੇ ਉਹ ਸ਼ੈਤਾਨ ਕੀ ਮਨੁੱਖੀ ਹੈ, ਲੋਕਾਂ ਦੀਆਂ ਲਾਸ਼ਾਂ ਵਿਛਾ ਕੇ ਹੱਸਦਾ ਹੈ। ਆਖੋ ਸਤਿਨਾਮ ਜੀ। ਉਹ ਕੋਈ ਹੋਰ ਨਹੀਂ। ਅਸੀਂ ਸੋਚਦੇ ਪਏ ਕੋਈ ਸ਼ੈਤਾਨ ਕੋਈ ਇੱਦਾਂ ਦਾ ਬਣ ਕੇ ਬੈਠਾ, ਬੰਦਾ ਹੀ ਸ਼ੈਤਾਨ ਬਣਦਾ ਹੈ ਅਤੇ ਬੰਦਾ ਹੀ ਭਗਵਾਨ ਦਾ ਰੂਪ ਬਣਦਾ, ਕਿਉਂਕਿ ਵਾਹਿਗੁਰੂ ਨੇ ਇਹਦੇ ਵਿੱਚ ਮਾਇਆ ਵੀ ਇਹਦੇ ਵਿੱਚ ਹੀ ਵਰਤਦੀ ਹੈ, ਅਤੇ ਵੇਖੋ ਰੱਬ ਵੀ ਇਹਦੇ ਵਿੱਚ ਹੀ ਵਰਤਦਾ ਹੈ, ਕਿਉਂਕਿ ਉਹਦੇ ਵਾਹਿਗੁਰੂ ਦੇ ਦੋਵੇਂ ਰੂਪ ਨੇ। ਸ਼ਿਵ ਸ਼ਕਤ ਆਪ ਉਪਾਏ ਕੇ ਕਰਤਾ, ਆਪੇ ਹੁਕਮ ਵਰਤਾਏ। ਵਾਹਿਗੁਰੂ ਨੇ ਇੱਕ ਸ਼ਿਵ ਬਣਾਇਆ, ਸ਼ਿਵ ਦਾ ਮਤਲਬ ਰੱਬ ਆਪ ਖੁਦ ਹੈ, ਅਤੇ ਫਿਰ ਉਹਨੇ ਇੱਕ ਮਾਇਆ ਬਣਾਈ ਹੈ। ਮਾਇਆ ਦਾ ਭਾਵ ਕੀ ਹੈ? ਮਾੜੀ ਬਿਰਤੀ ਜੋ ਸੰਸਾਰ ਨਾਲ ਲੱਗੀ ਰਹਿੰਦੀ ਹੈ, ਵਾਸ਼ਨਾ ਨਾਲ ਲੱਗੀ ਰਹਿੰਦੀ ਹੈ, ਇਹ ਸਭ ਦੇ ਅੰਦਰ ਹੁੰਦੀ ਹੈ। ਦੋ ਤਰ੍ਹਾਂ ਦੀ ਬਿਰਤੀ ਸਭ ਦੇ ਅੰਦਰ ਹੁੰਦੀ ਹੈ, ਇੱਕ ਵਿਕਾਰਾਂ ਵਾਲੀ, ਇੱਕ ਸੱਚ ਵਾਲੀ। ਦਇਆ ਹਰੇਕ ਦੇ ਅੰਦਰ ਹੈ, ਕੋਈ ਉਹਨੂੰ ਪ੍ਰਗਟ ਕਰ ਲੈਂਦਾ, ਕੋਈ ਉਹਨੂੰ ਛੁਪਾ ਲੈਂਦਾ। ਸੇਵਾ ਭਾਵ ਹਰੇਕ ਦੇ ਅੰਦਰ ਹੈ। ਤਰਸ ਆਪਣੇ ਸਾਰਿਆਂ 'ਚ ਹੀ ਹੈ, ਬੱਚੇ ਛੋਟੇ ਜਿਹੇ ਤੋਂ ਲੈ ਕੇ ਹਰੇਕ 'ਚ ਤਰਸ ਆਉਂਦਾ, ਕਿਸੇ ਚੀਜ਼ ਨੂੰ ਵੇਖਦਾ ਹੈ ਅਤੇ ਤਰਸ ਕਰਦਾ ਹੈ। ਜਿਉਂ-ਜਿਉਂ ਵੱਡਾ ਹੁੰਦਾ ਹੈ, ਕੋਈ ਉਹਨੂੰ ਪ੍ਰਗਟ ਕਰ ਲੈਂਦਾ, ਤਰਸ ਬਾਹਰ ਕੱਢ ਕੇ ਹੋਰਾਂ ਦੀ ਸੇਵਾ ਕਰਦਾ, ਕੋਈ ਉਹਨੂੰ ਮਾਰ ਦਿੰਦਾ। ਇਸੇ ਤਰ੍ਹਾਂ ਹਰੇਕ ਦੇ ਅੰਦਰ ਵਾਸ਼ਨਾ ਵੀ ਹੈ, ਹਰੇਕ ਦੇ ਅੰਦਰ ਬੁਰਿਆਈ ਵੀ ਹੈ। ਦੋਵੇਂ ਚੀਜ਼ਾਂ ਦੋਵੇਂ ਅੰਦਰ ਹੁੰਦੀਆਂ। ਉਹ ਗੱਲ ਹੈ ਅਸੀਂ ਕਿਹਦੇ 'ਤੇ ਕੰਮ ਕਰ ਰਹੇ, ਸਾਡੀ ਸੁਰਤ ਕਿਸ ਚੀਜ਼ 'ਤੇ ਕੰਮ ਕਰ ਰਹੀ ਹੈ, ਕਿਸ ਚੀਜ਼ 'ਤੇ ਫੋਕਸ ਜ਼ਿਆਦਾ ਅਸੀਂ ਕਰ ਰਹੇ ਹਾਂ, ਧਿਆਨ ਕਿਸ ਚੀਜ਼ 'ਤੇ ਜ਼ਿਆਦਾ ਦੇ ਰਹੇ ਹਾਂ। ਅਤੇ ਜਿਹਦੇ 'ਤੇ ਤੁਸੀਂ ਜ਼ਿਆਦਾ ਧਿਆਨ ਦਿਓਗੇ ਉਹੋ ਜਿਹਾ ਸਾਡਾ ਜੀਵਨ ਹੋ ਜਾਏਗਾ। ਆਖੋ ਸਤਿਨਾਮ ਸ਼੍ਰੀ। ਜਿਹਦੇ 'ਤੇ ਅਸੀਂ ਜ਼ਿਆਦਾ ਧਿਆਨ, ਔਗਣਾ 'ਤੇ ਜ਼ਿਆਦਾ ਧਿਆਨ ਦੇਵਾਂਗੇ, ਔਗਣਿਆਰੇ ਹੋ ਜਾਵਾਂਗੇ, ਅਤੇ ਉਹ ਸਾਡਾ ਸਾਰਾ ਸਰੀਰ ਹੀ ਸ਼ੈਤਾਨ ਦਾ ਰੂਪ ਬਣਨਾ ਹੈ, ਅਸੀਂ ਉਹ ਹੀ ਸ਼ੈਤਾਨ ਬਣ ਜਾਣਾ ਹੈ। ਅਤੇ ਜੇ ਸਾਡੇ ਅੰਦਰ ਜਿਹੜੀ ਜ਼ਮੀਰ ਦੀ ਆਵਾਜ਼ ਹੈ, ਜਦੋਂ ਅਸੀਂ ਉਹਨੂੰ ਰੋਜ਼ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ, ਉਹਨੂੰ ਮੰਨਣਾ ਸ਼ੁਰੂ ਕਰ ਦਿੱਤਾ, ਅਤੇ ਇਸੇ 'ਚੋਂ ਹੀ ਰੱਬ ਪੈਦਾ ਹੋ ਜਾਣਾ ਹੈ। ਇਸ ਕਰਕੇ ਗੁਰਬਾਣੀ ਬੜੀ ਵਿਲੱਖਣ ਹੈ, ਬੜੀ ਮਹਾਨ ਹੈ। ਜਦੋਂ ਗੁਰਬਾਣੀ ਨੇ ਰੱਬ ਦੀ ਵਿਆਖਿਆ ਕੀਤੀ ਨਾ, ਤਾਂ ਮਹਾਰਾਜ ਨੇ ਕਿਹਾ ਸਭ ਗੁਣ ਤੇਰੇ ਮੈਂ ਨਾਹੀਂ ਕੋਏ।
ਜਿੰਨੇ ਗੁਣ ਵੀ ਨੇ ਉਹ ਰੱਬ ਦੇ ਨੇ, ਜਿੰਨੇ ਗੁਣ ਵੀ ਨੇ। ਤੇ ਔਗਣ ਕਹਿੰਦੇ ਨੇ ਸਾਰੇ ਮੇਰੇ ਨੇ, ਮਾੜੀ ਮੱਤ ਦੇ ਨੇ। ਔਗਣ ਕਹਿੰਦੇ ਨੇ ਮੇਰੇ ਨੇ। ਮਹਾਰਾਜ ਨੇ ਕਿਹਾ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਵੇਖੋ ਅਸੀਂ ਕੁਝ ਚੰਗਾ ਕਰ ਸਕਦੇ ਹਾਂ, ਕੁਝ ਨਹੀਂ ਚੰਗਾ ਕਰ ਸਕਦੇ। ਅਸੀਂ ਜਦੋਂ ਵੀ ਕੁਝ ਕਰਾਂਗੇ ਮਾੜਾ ਹੀ ਕਰਾਂਗੇ। ਜਿਹੜੀ ਮੇਰੀ ਮੱਤ ਹੈ, ਜਿਹੜੀ ਮੇਰੀ ਸੰਸਾਰ ਦੀ ਸੋਚ ਹੈ, ਆਮ ਲੋਕਾਂ ਦੀ ਸੋਚ ਹੈ, ਇਹ ਜਦੋਂ ਵੀ ਕੁਝ ਕਰਦਾ ਹੈ ਮਾੜਾ ਹੀ ਕਰਦਾ ਹੈ। ਤੇ ਜਦੋਂ ਵੀ ਰੱਬ ਕੁਝ ਕਰਦਾ ਉਹ ਚੰਗਾ ਹੀ ਕਰਦਾ, ਮਾੜਾ ਕੁਝ ਵੀ ਨਹੀਂ ਕਰਦਾ। ਭਗਵਾਨ ਕੀ ਹੈ, ਵਾਹਿਗੁਰੂ ਕੀ ਹੈ? ਸ਼ੁਭ ਗੁਣ ਜੀਵਨ 'ਚ ਪ੍ਰਗਟ ਹੋ ਜਾਣੇ, ਪਰ ਹੈ ਉਹ ਰੱਬ ਦੇ ਨੇ। ਜਿੰਨੀ ਦੇਰ ਤੱਕ ਉਹਦੇ ਨਾਲ ਨਹੀਂ ਜੁੜਦੇ ਉਨੀ ਦੇਰ ਤੱਕ ਦਇਆ ਪੱਕੀ ਨਹੀਂ ਹੋ ਸਕਦੀ ਅੰਦਰ। ਸੇਵਾ ਇਹ ਉਹਦੀ ਕਾਪੀ ਕਰ ਸਕਦੇ ਆਪਾਂ। ਮੇਰੀ ਗੱਲ ਸੁਣੀ, ਗੁਣਾਂ ਦੀ, ਚੰਗੇ ਗੁਣ ਦੀ, ਚੰਗੇ ਕਰੈਕਟਰ ਦੀ ਬੰਦਾ ਕਾਪੀ ਕਰ ਸਕਦਾ, ਪਰ ਉਹਨੂੰ ਅੰਦਰੋਂ ਕੋਈ ਰਸ ਨਹੀਂ ਆਉਂਦਾ ਜਿੰਨੀ ਦੇਰ ਤੱਕ ਉਹ ਅੰਦਰੋਂ ਉਹਦੇ ਪੈਦਾ ਨਹੀਂ ਹੁੰਦੀ ਚੀਜ਼। ਇਹਨੂੰ, ਇਸ ਗੱਲ ਨੂੰ ਸਮਝਣਾ। ਕਿਵੇਂ? ਜਿਵੇਂ ਅੱਜ ਇਨਸਾਨ ਦੇ, ਹੁਣ ਵੇਖੋ ਇੱਥੇ ਵੀ ਬਹੁਤ ਲੋਕ ਰਹਿੰਦੇ ਆ, ਬਾਹਰਲੇ ਦੇਸ਼ਾਂ ਵਿੱਚ ਵੀ ਹੈ। ਬਾਹਰਲੇ ਦੇਸ਼ਾਂ ਵਿੱਚ ਸਕੂਨ ਕਿਉਂ ਹੈ? ਉਹਨਾਂ ਦੇ ਵਿੱਚ ਕਿਉਂ ਇੰਨਾ ਸਾਰਾ ਲੋਕ ਥੋੜ੍ਹੇ ਜਿਹੇ ਤਲ ਤੱਕ, ਅਜੇ ਬਹੁਤੇ ਤਾਂ ਨਹੀਂ, ਕੁਛ ਹੱਦ ਤੱਕ ਸੁਖੀ ਰਹਿੰਦੇ ਆ। ਅਤੇ ਜੀਵਨ ਤੌਰ 'ਤੇ ਉਹਨਾਂ ਨੂੰ ਆਜ਼ਾਦੀ ਹੈ, ਖਾਂਦੇ ਆ ਪੀਂਦੇ ਆ। ਕੀ ਹੈ? ਕੁਝ ਗੁਣ ਹੀ ਹੈ, ਕੁਝ ਸ਼ਿਸ਼ਟਾਚਾਰ ਹੀ ਹੈ, ਕੁਝ ਮਰਿਆਦਾ ਹੀ ਹੈ ਜਿਹੜੀ ਉਹਨਾਂ ਨੂੰ ਬੰਨ੍ਹ ਕੇ ਰੱਖਦੀ ਹੈ। ਆਖੋ ਸਤਿਨਾਮ ਸ਼੍ਰੀ। ਉਹ ਬਾਹਰੋਂ ਇੱਕ ਕਾਨੂੰਨ ਦਾ ਡਰ ਲਾ ਲਓ, ਇੱਕ ਉਹਨਾਂ ਨੂੰ ਪੜ੍ਹਾਇਆ, ਐਜੂਕੇਸ਼ਨ ਇਸ ਤਰ੍ਹਾਂ ਦੀ ਦਿੱਤੀ ਜਾਂਦੀ ਹੈ, ਉਹ ਬਾਹਰੋਂ ਗੁਣ ਫੋਲੋ ਕਰ ਲੈਂਦੇ ਬਾਰੀ। ਪਰ ਉਹਨਾਂ ਦਾ ਅੰਦਰ ਉਸ ਚੀਜ਼ ਨਾਲ ਸਹਿਮਤ ਨਹੀਂ। ਬਹੁਤਿਆਂ ਦਾ ਨਹੀਂ ਸਹਿਮਤ ਹੁੰਦਾ, ਬਹੁਤੇ ਨਹੀਂ ਉਸ ਚੀਜ਼ ਨੂੰ ਮੰਨਣ ਨੂੰ ਤਿਆਰ ਹੁੰਦੇ, ਬਹੁਤੇ ਉਹ ਰੂਲ ਮੰਨਣ ਨੂੰ ਤਿਆਰ ਨਹੀਂ। ਅੱਜ ਵੀ ਉਹਨਾਂ ਨੂੰ ਮੌਕਾ ਮਿਲਦਾ, ਜਿੱਥੇ ਕਾਨੂੰਨ ਨਹੀਂ ਵੇਖਦਾ ਉੱਥੇ ਆਪਣੀ ਮਨਮਰਜ਼ੀ ਕਰਦੇ ਹੀ ਆ ਸਾਰੇ, ਭਾਵੇਂ ਉਹ ਬਾਹਰਲਾ ਦੇਸ਼ ਹੋਵੇ, ਭਾਵੇਂ ਇੰਡੀਆ ਹੋਵੇ। ਉਹ ਕੀ ਹੈ? ਉਹਦਾ ਅੰਦਰੋਂ ਕੋਈ ਸਾਂਝ ਨਹੀਂ ਹੈ। ਉਹ ਤਾਂ ਇੱਕ ਡਰ ਕਰਕੇ ਉਹਨੇ ਆਪਣੇ ਆਪ ਨੂੰ ਕੰਟਰੋਲ ਕੀਤਾ ਹੈ। ਅੱਜ ਵੀ ਇਹਨਾਂ ਦੇਸ਼ਾਂ ਵਿੱਚ ਡਰ ਖਤਮ ਹੋ ਜਾਏ, ਸਰਕਾਰਾਂ ਦੀ ਕੋਈ ਇਹਨਾਂ ਦਾ ਸਿਸਟਮ ਖਤਮ ਹੋ ਜਾਏ, ਤੇ ਆਪਣੇ ਇੰਡੀਆ ਨਾਲੋਂ ਵੀ ਮਾੜਾ ਕੰਮ ਹੋਏਗਾ। ਆਖੋ ਸਤਿਨਾਮ। ਤੁਸੀਂ ਵੇਖਿਆ ਹੋਣਾ ਇੱਥੇ ਸਪੇਨ ਦੇ ਵਿੱਚ ਹੀ, ਆਪ ਜੀ ਨੇ ਵੇਖਿਆ ਹੋਣਾ। ਵੇਖੋ ਚੋਰੀ ਦੀ ਬਿਰਤੀ ਤਾਂ ਇੱਥੇ ਵੀ ਬੜੀ ਇਹਨਾਂ 'ਚ, ਚੋਰੀ ਦੀ ਤਾਂ ਬਿਰਤੀ ਇੱਥੇ ਵੀ ਬੜੀ ਇਹਨਾਂ 'ਚ। ਸਾਡੇ ਲੋਕੀ ਜਿਹੜੇ ਉੱਥੇ ਚੋਰ ਆ ਨਾ, ਉਹਨਾਂ ਦਾ ਥੋੜ੍ਹਾ ਜਿਹਾ ਸਟੈਂਡ ਹੈ। ਆਖੋ ਸਤਿਨਾਮ ਸ਼੍ਰੀ, ਮੈਨੂੰ ਮਾਫ ਕਰਨਾ। ਸਟੈਂਡ ਕੀ ਹੈ? ਜੇ ਚੋਰੀ ਕਰਦੇ ਆ ਤਾਂ ਵੱਡੀ ਕਰਦੇ, ਕੋਈ ਥੋੜ੍ਹੀ ਜਿਹੀ ਵੱਡੀ ਕਰਦੇ ਚੋਰੀ। ਜਾਂ ਤਾਂ ਕੋਈ ਮੋਟਰ ਕੱਢ ਕੇ ਲੈ ਜਾਂਦਾ, ਕੋਈ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦਾ, ਕੋਈ ਦੇਸ਼ ਹੀ ਲੁੱਟ ਕੇ ਲੈ ਜਾਂਦਾ। ਉਹਨਾਂ ਦਾ ਸਟੈਂਡ ਚੋਰਾਂ ਦਾ ਥੋੜ੍ਹਾ ਜਿਹਾ ਵੱਡਾ ਹੈ, ਅਤੇ ਇਹਨਾਂ ਵਿਚਾਰਿਆਂ ਦਾ ਸਟੈਂਡ ਥੋੜ੍ਹਾ ਜਿਹਾ ਛੋਟਾ ਹੈ। ਕੋਈ ਚਾਕਲੇਟ ਚੋਰੀ ਕਰ ਲੈਂਦਾ, ਕੋਈ ਪੈਪਸੀ ਚੋਰੀ ਕਰ ਲੈਂਦਾ। ਚੋਰੀ ਤਾਂ ਕਰਦੇ ਹੀ ਆ ਨਾ। ਆਖੋ ਸਤਿਨਾਮ ਜੀ। ਮੈਂ ਬੜਿਆਂ ਨੂੰ ਵੇਖਿਆ, ਆਪਾਂ ਦੁਕਾਨਾਂ 'ਤੇ ਕੰਮ ਕਰਦੇ ਹੀ ਆਏ ਹਾਂ, ਅਤੇ ਉਹ ਕੋਈ ਨਾ ਕੋਈ, ਇਹ ਨਹੀਂ ਕਿ ਸਾਰੇ, ਪਰ ਬਹੁਤਿਆਂ ਦੀ ਬਿਰਤੀ ਵੇਖਣ ਨੂੰ ਮਿਲੀ। ਜਦੋਂ ਇਹਨਾਂ ਨੂੰ ਮੌਕਾ ਨਹੀਂ, ਕੋਈ ਪਤਾ ਨਾ, ਨਹੀਂ ਕੋਈ ਕੈਮਰਾ ਵੇਖਦਾ, ਕੋਈ ਬੰਦੇ ਦਾ ਨਹੀਂ ਧਿਆਨ ਹੈਗਾ, ਕੋਰਟ 'ਚ ਪਾਈ ਚੀਜ਼, ਤਾਂ ਇਹਦਾ ਮਤਲਬ ਕੀ ਹੈ? ਇਹਨਾਂ ਨੇ ਜਿਹੜੇ ਗੁਣ ਧਾਰਨ ਕੀਤੇ ਹੋਏ ਨੇ ਸਿਰਫ ਡਰ ਕਰਕੇ ਆ। ਜਦੋਂ ਡਰ ਨਾ ਹੋਏਗਾ, ਇਹ ਵੀ ਸਾਡੇ ਵਰਗੇ ਹੀ ਨੇ। ਆਖੋ ਸਤਿਨਾਮ ਸ਼੍ਰੀ। ਇਹ ਵੀ ਸਾਡੇ ਵਰਗੇ ਹੀ ਨੇ, ਜਿਵੇਂ ਦੀ ਸਾਡੀ ਬਿਰਤੀ ਹੈ ਨਾ ਸਾਡੇ ਲੋਕਾਂ ਦੀ। ਤਾਂ ਗੱਲ ਕੀ ਹੈ? ਇਹਨਾਂ ਨੂੰ ਬਹੁਤੀ ਯੂਨਿਟੀ ਦੇ ਵਿੱਚ ਇੱਕ ਗੱਲ ਸਮਝ ਆ ਗਈ। ਬਹੁਤਾਤ ਵਿੱਚ ਇਹਨਾਂ ਦੀਆਂ ਸਰਕਾਰਾਂ ਦੀ ਗੱਲ ਲਾ ਲਓ ਜਾਂ ਲੋਕਾਂ ਦੀ ਗੱਲ ਲਾ ਲਓ, ਇਹਨਾਂ ਨੂੰ ਇੱਕ ਗੱਲ ਬਹੁਤਾਤ ਵਿੱਚ ਸਮਝ ਆ ਗਈ ਕਿ ਜਿਹੜੇ ਚੰਗੇ ਸ਼ਿਸ਼ਟਾਚਾਰ, ਸ਼ੁਭ ਗੁਣ ਨੇ, ਉਹਦੇ ਨਾਲ ਕਮਿਊਨਿਟੀ ਦਾ ਫਾਇਦਾ ਹੋ ਸਕਦਾ ਹੈ। ਅਤੇ ਜੇ ਇਹਦੇ ਵਿੱਚ ਉਹ ਚੀਜ਼ ਖਤਮ ਕਰ ਦਿਓ, ਇੱਕ ਬੰਦਾ ਤਾਂ ਉਹਦੇ ਨਾਲ ਸੁਖੀ ਹੋਏਗਾ, ਪਰ ਉਹ ਸਾਰੇ ਲੋਕ ਦੁਖੀ ਹੋ ਜਾਣਗੇ। ਅਤੇ ਜਦੋਂ ਸਾਰੇ ਲੋਕ ਦੁਖੀ ਹੋਣਗੇ ਤਾਂ ਉਹ ਇੱਕ ਬੰਦਾ ਵੀ ਸੁਖੀ ਨਹੀਂ ਰਹੇਗਾ। ਆਖੋ ਸਤਿਨਾਮ ਸ਼੍ਰੀ। ਇਹਨਾਂ ਲੋਕਾਂ ਨੂੰ ਇਹ ਗੱਲ ਸਮਝ ਆ ਗਈ ਕਿ ਅਸੀਂ ਸੰਸਾਰ 'ਚ ਰਹਿਣਾ ਅਤੇ ਦੂਜਿਆਂ ਨੂੰ ਨਾਲ ਲੈ ਕੇ ਚੱਲਣਾ ਪੈਣਾ, ਉਵੇਂ ਦੇ ਰਹਿਣਾ ਪੈਣਾ। ਅਤੇ ਸਾਡੇ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਪਈ, ਸਾਡੇ ਅਮੀਰ ਲੋਕਾਂ ਨੂੰ ਵੀ ਇਹ ਗੱਲ ਨਹੀਂ ਸਮਝ ਆਉਂਦੀ ਪਈ ਕਿ ਜੇ ਹਿੰਦੁਸਤਾਨ ਵਿੱਚ ਕੁਝ ਚੁਣਿੰਦਾ ਲੋਕ ਹੀ ਅਮੀਰ ਰਹਿ ਗਏ, ਬਹੁਤੇ ਗਰੀਬ ਰਹਿ ਗਏ, ਅਤੇ ਫਿਰ ਉਹਨਾਂ ਨੂੰ ਵੀ ਉਹਨਾਂ ਜੀਣ ਨਹੀਂ ਦੇਣਾ। ਆਖੋ ਸਤਿਨਾਮ ਸ਼੍ਰੀ। ਉੱਥੇ ਦੰਗੇ ਹੋਣਗੇ, ਫਸਾਦ ਹੋਏਗਾ, ਲੜਾਈਆਂ ਹੋਣਗੀਆਂ, ਝਗੜੇ ਹੋਣਗੇ, ਬੜਾ ਕੁਝ ਹੋਏਗਾ, ਲੁੱਟਾਂ ਖੋਹਾਂ ਹੋਣਗੀਆਂ। ਜਿਹੜੇ ਹੁਣ ਥੋੜ੍ਹੇ ਅਮੀਰ ਬਣਦੇ ਪਏ, ਉਹਨਾਂ ਦਾ ਲੋਕ ਖੋਹਣਗੇ, ਮਾਰਨਗੇ, ਅਤੇ ਉਹਨਾਂ ਦਾ ਵੀ ਜੀਣਾ ਹਰਾਮ ਹੋਏਗਾ। ਇਹ ਗੱਲ ਉਹਨਾਂ ਨੂੰ ਅਜੇ ਸਮਝ ਨਹੀਂ ਆਉਂਦੀ ਪਈ, ਇਹਦੇ ਰਿਜ਼ਲਟ ਬੜੇ ਭਿਆਨਕ ਨਿਕਲਣੇ। ਆਖੋ ਸਤਿਨਾਮ ਸ਼੍ਰੀ। ਕਿਉਂਕਿ ਇੱਕ ਤਬਕਾ ਬਹੁਤ ਅਮੀਰ ਹੋ ਗਿਆ, ਇੱਕ ਬਹੁਤ ਗਰੀਬ ਹੋ ਗਿਆ। ਜਾਂ ਉਹ ਦੱਬੇ ਕੁਚਲੇ ਜਾਣਗੇ, ਜਾਂ ਉਹਨਾਂ ਨੂੰ ਬਹੁਤੀ ਸਜ਼ਾ ਗਰੀਬਾਂ ਨੂੰ ਮਿਲਿਆ ਕਰੇਗੀ।
ਅਮੀਰਾਂ ਨੂੰ ਬਹੁਤਾ ਹੀ ਸੁੱਖ ਸਹੂਲਤਾਂ ਮਿਲਿਆ ਕਰਨਗੀਆਂ। ਜੇ ਗਰੀਬਾਂ 'ਚ ਕੋਈ ਮਾੜੀ ਜਿਹੀ ਅਵੇਅਰਨੈਸ ਆ ਗਈ, ਜਾਗਰਤੀ ਆ ਗਈ, ਫਿਰ ਉੱਥੇ ਦੰਗੇ ਮੱਚਣਗੇ। ਆਖੋ ਸਤਿਨਾਮ ਸ਼੍ਰੀ, ਉੱਥੇ ਦੰਗੇ ਮੱਚਣਗੇ। ਤਾਂ ਇਹ ਜਿਹੜੀ ਮੈਂ ਗੱਲ ਕਰ ਰਿਹਾ ਸੀ, ਆਪ ਜੀ ਨਾਲ ਸਾਂਝ ਪਾ ਰਿਹਾ ਸੀ, ਹੈ ਤਾਂ ਬੜਾ ਕੁਝ ਹੈ ਗੁਰਬਾਣੀ ਦੇ ਵਿੱਚ। ਮੈਂ ਆਪ ਜੀ ਨੂੰ ਦੱਸ ਰਿਹਾ ਸੀ, ਗੁਰੂ ਸਾਹਿਬ ਜੀ ਨੇ ਕਿਹਾ ਗੁਣ ਸਾਰੇ ਹੀ ਰੱਬ ਦੇ ਨੇ ਅਤੇ ਗੁਣਾਂ ਨੇ ਹੀ ਭਲਾ ਕਰਨਾ ਹੈ। ਮੇਰਾ ਵੀ, ਤੁਹਾਡਾ ਵੀ, ਹਰੇਕ ਦਾ, ਹਰੇਕ ਇਨਸਾਨ ਦਾ ਭਲਾ ਸ਼ੁਭ ਗੁਣਾਂ ਨੇ ਕਰਨਾ ਹੈ। ਅਤੇ ਇਹ ਪ੍ਰਗਟ ਹੁੰਦੇ ਰੱਬ ਨਾਲ ਜੁੜ ਕੇ। ਅਤੇ ਜਿੰਨਾ ਕੁ ਕੋਈ ਜੁੜ ਜਾਂਦਾ ਹੈ, ਓਨੇ ਕੁ ਉਹਦੇ 'ਚ ਕਲਾ ਪ੍ਰਗਟ ਹੋ ਜਾਂਦੀ ਹੈ। ਉਹਨੂੰ ਕਹਿ ਦਿੰਦੇ ਆ ਕਲਾਵਾਨ, ਗੁਣਵਾਨ, ਭਗਤ, ਰੱਬ ਦਾ ਪਿਆਰਾ। ਅਤੇ ਉਹ ਕਿਸੇ ਵਿੱਚ ਵੀ ਪ੍ਰਗਟ ਹੋਈ ਹੈ ਨਾ। ਜੇ ਉਹ ਰਾਮ ਵਿੱਚ ਪ੍ਰਗਟ ਹੋਈ 14 ਕਲਾ ਸੀ, ਅਤੇ ਉਹਨੂੰ 14 ਕਲਾ ਕਹਿ ਦਿੱਤਾ, ਅਵਤਾਰ ਕਹਿ ਦਿੱਤਾ। ਜੇ ਕ੍ਰਿਸ਼ਨ 'ਚ ਗੁਣ ਪ੍ਰਗਟ ਹੋਏ, ਉਹਨਾਂ ਦਾ ਸੁਭਾਅ ਚੰਗਾ ਸੀ, ਦਇਆ ਵਾਲਾ ਸੀ, ਪ੍ਰੇਮ ਵਾਲਾ ਸੀਗਾ, ਉਹ ਗਰੀਬਾਂ ਦੀ ਮਦਦ ਕਰਨ ਵਾਲੇ ਸਨ, ਉਹਨਾਂ 'ਚ ਜਿਹੜੇ ਗੁਣ ਪ੍ਰਗਟ ਹੋਏ, ਉਸ ਗੁਣਾਂ ਦੀ ਸਾਂਝ ਗੁਰਬਾਣੀ ਨੇ ਪਾਈ ਹੈ। ਜੇ ਉਹ ਮੁਹੰਮਦ ਸਾਹਿਬ ਵਿੱਚ ਪ੍ਰਗਟ ਹੋਏ ਆ, ਉਹਨੂੰ ਪ੍ਰਮਾਣ ਕੀਤਾ। ਜੇ ਕਿਸੇ ਵੀ ਰਹਿਬਰ ਦੇ ਵਿੱਚ ਕੋਈ ਗੁਣ ਪ੍ਰਗਟ ਹੋਇਆ ਨਾ, ਮਹਾਰਾਜ ਨੇ ਗੁਰਬਾਣੀ 'ਚ ਉਹਨੂੰ ਪ੍ਰਮਾਣ ਕੀਤਾ ਹੈ। ਪਰ ਜਿਹੜੇ ਉਹਨਾਂ 'ਚ ਔਗਣ ਸਨ, ਉਹ ਨਹੀਂ ਗੁਰਬਾਣੀ ਨੇ ਲਏ। ਆਖੋ ਸਤਿਨਾਮ ਸ਼੍ਰੀ। ਔਗਣ ਰਾਮਚੰਦਰ 'ਚ ਵੀ ਸਨ, ਕ੍ਰਿਸ਼ਨ 'ਚ ਵੀ ਸਨ, ਹੋਰਾਂ 'ਚ ਵੀ ਸਨ। ਕਿਉਂ? ਪੂਰਨ ਤੌਰ 'ਤੇ ਉਹ ਕਲਾ ਨਹੀਂ ਵਰਤੀ ਉਹਨਾਂ ਦੇ ਵਿੱਚ। ਔਗਣ ਸਨ, ਪਰ ਉਹਨਾਂ ਔਗਣਾਂ ਨੂੰ ਉਹਨਾਂ ਨੇ ਨਹੀਂ ਪ੍ਰਮਾਣ ਕੀਤਾ। ਵੇਖੋ, ਇਹ ਹਮੇਸ਼ਾ ਯਾਦ ਰੱਖਣਾ, ਜਦੋਂ ਕੋਈ ਰੱਬ ਦੇ ਰਾਹ 'ਤੇ ਤੁਰਦਾ ਹੈ ਨਾ, ਉਹਦਾ ਕਈ ਵਾਰੀ ਜੀਵਨ ਚੰਗਾ ਨਹੀਂ ਹੁੰਦਾ। ਹਮੇਸ਼ਾ ਯਾਦ ਰੱਖਣਾ, ਉਹ ਕਈ ਵਾਰੀ ਮਾੜੇ ਪਾਸੇ ਤੋਂ ਆਇਆ ਹੁੰਦਾ ਹੈ, ਅਤੇ ਮਾੜੇ ਪਾਸੇ ਤੋਂ ਆ ਕੇ ਉਹਨੇ ਆਪਦਾ ਸੁਭਾਅ ਬਦਲਿਆ ਹੁੰਦਾ ਹੈ। ਅਤੇ ਸੁਭਾਅ ਬਦਲ ਕੇ ਉਹ ਇਹੋ ਜਿਹੇ ਕੰਮ ਕਰ ਜਾਂਦਾ ਹੈ ਕਿ ਲੋਕਾਂ 'ਚ ਉਹਦੀ ਮਹਾਨਤਾ ਹੋ ਜਾਂਦੀ ਹੈ, ਉਹ ਪੂਜਨੀय ਹੋ ਜਾਂਦਾ ਹੈ। ਪਰ ਸਾਡੇ ਲੋਕਾਂ ਦਾ ਪਤਾ ਸੁਭਾਅ ਕੀ ਹੈ, ਜਦੋਂ ਕੋਈ ਹਸਤੀ ਫੇਮਸ ਹੋ ਜਾਂਦੀ ਹੈ ਨਾ ਰੱਬ ਦੇ ਵਾਲੇ ਪਾਸੇ, ਅਤੇ ਲੋਕ ਉਹਨੂੰ ਮਹਾਨ ਮੰਨ ਲੈਂਦੇ ਨੇ। ਕਿਉਂ? ਕਿਉਂਕਿ ਉਹਨੇ ਕੰਮ ਹੀ ਇਹੋ ਜਿਹਾ ਕੀਤਾ ਹੁੰਦਾ ਜਿਹੜਾ ਹੋਰ ਕੋਈ ਕਰ ਨਹੀਂ ਸਕਦਾ। ਪਰ ਇੱਕ ਗਲਤੀ ਉੱਥੇ ਕਰ ਲੈਂਦੇ ਆ, ਉਹ ਜਿਹੜਾ ਉਹਦਾ ਮਾੜਾ ਪੱਖ ਹੁੰਦਾ ਨਾ, ਉਹਨੂੰ ਵੀ ਧਰਮ ਨਾਲ ਜੋੜ ਦਿੰਦੇ ਆ। ਆਖੋ ਸਤਿਨਾਮ ਸ਼੍ਰੀ। ਉਹਨੂੰ ਵੀ ਧਰਮ ਨਾਲ ਜੋੜ ਦਿੰਦੇ। ਕਿਵੇਂ? ਮੈਂ ਅੱਜ ਦੀ ਉਦਾਹਰਨ ਦੇਵਾਂ, ਕਿਉਂਕਿ ਇਹ ਗੱਲ ਮੈਂ ਤਾਂ ਕੀਤੀ। ਅੱਜ ਵੇਖੋ, ਹੁਣ ਦੀਪ ਸਿੱਧੂ ਹੈ, ਆ ਪਿੱਛੇ ਜੇ ਸੰਦੀਪ ਸਿੰਘ ਨਾਮ ਦਾ ਜਿਹੜਾ ਜਿਹਨੂੰ ਸਾਰੇ ਆਪਣੇ ਦੇਸ਼ ਵਿਦੇਸ਼ਾਂ ਦੇ ਵਿੱਚ ਉਹਨਾਂ ਦੀਆਂ ਅਰਦਾਸਾਂ ਹੋਈਆਂ, ਜਦੋਂ ਉਹ ਆਪਣੇ ਸਰੀਰ ਨੂੰ ਛੱਡ ਕੇ ਗਏ, ਅਤੇ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਤੱਕ ਵੀ ਦਿੱਤਾ ਗਿਆ ਹੈ ਭਾਵਨਾ ਵਾਲੇ ਲੋਕਾਂ ਵੱਲੋਂ। ਪਰ ਵੇਖੋ, ਹੁਣ ਅਸੀਂ ਲੋਕ ਕਰਦੇ ਕੀ ਆ? ਉਹਨਾਂ ਨੇ ਪਿਛਲਾ ਕੁਝ ਸਮਾਂ, ਚਲੋ ਪੰਥ ਵਾਸਤੇ ਉਹਨਾਂ ਨੇ ਲਾਇਆ, ਮੋਰਚਾ ਲਾਇਆ, ਪੰਥ ਵਾਸਤੇ ਉਹਨਾਂ ਨੇ ਕੁਰਬਾਨੀ ਕੀਤੀ, ਬੋਲੇ ਚੰਗਾ, ਬੋਲੇ ਚੰਗੀਆਂ ਵਿਚਾਰਾਂ ਦਿੱਤੀਆਂ, ਲੋਕਾਂ ਨੂੰ ਜਗਾਇਆ, ਸੱਚ ਵਾਲੇ ਪਾਸੇ ਖੜੇ ਹੋਏ। ਪਰ ਸਾਡੇ ਲੋਕਾਂ ਦੀ ਹੁਣ ਮੂਰਖਤਾ ਵੇਖ ਲਓ। ਉਹਦੀ ਜਿਹੜੀ ਬੈਕਗਰਾਊਂਡ ਸੀ, ਉਹ ਫਿਲਮਾਂ 'ਚੋਂ ਆਇਆ ਸੀਗਾ। ਬੈਕਗਰਾਊਂਡ ਕੀ ਸੀ ਉਹਦੀ? ਫਿਲਮਾਂ 'ਚੋਂ ਨਾਟਕ ਕਰਨੇ। ਉਹਦਾ ਕਿਰਦਾਰ ਉਦੋਂ ਸਹੀ ਨਹੀਂ ਸੀਗਾ। ਉਸ ਸਮੇਂ ਤੁਸੀਂ ਵੇਖ ਸਕਦੇ ਹੋ ਉਹਦਾ ਜਿਹੜਾ ਪ੍ਰੋਫੈਸ਼ਨਲ ਤੌਰ 'ਤੇ, ਕਿਉਂਕਿ ਗੁਰਬਾਣੀ ਇਸ ਚੀਜ਼ ਨੂੰ ਨਹੀਂ ਪ੍ਰਵਾਨ ਕਰਦੀ। ਵੇਖੋ, ਦਾੜੀ ਕੇਸ ਨਹੀਂ ਹੈਗੇ, ਅਸੀਂ ਉਹਨੂੰ ਆਪਣਾ ਆਈਡਲ ਨਹੀਂ ਮੰਨ ਸਕਦੇ। ਉਹਦੇ ਕੋਲ ਅੰਮ੍ਰਿਤ ਦੀ ਦਾਤ ਨਹੀਂ ਹੈਗੀ, ਸਾਡੀ ਪੰਥ ਪ੍ਰਮਾਣਿਤ ਨਹੀਂ ਉਹ ਚੀਜ਼। ਪਰ ਪ੍ਰਮੋਟ ਕਿਸ ਚੀਜ਼ ਨੂੰ ਕੀਤਾ ਜਾ ਰਿਹਾ? ਉਸ ਚੀਜ਼ ਨੂੰ ਜਿਹੜੀ ਉਹਦੀ ਬੈਕਗਰਾਊਂਡ ਸੀ। ਆਖੋ ਸਤਿਨਾਮ ਸ਼੍ਰੀ। ਜਿਹੜੀ ਉਹਦੀ ਪਿਛਲੀ ਲਾਈਫ ਸੀ ਨਾ, ਉਹਨੇ ਜਿਹੜੀਆਂ ਫਿਲਮਾਂ ਬਣਾਈਆਂ ਸੀ, ਅੱਜ ਸਾਡੇ ਕਈ ਲੋਕ ਕਹਿੰਦੇ ਉੱਥੇ ਜਾਓ, ਅਸੀਂ ਲੰਗਰ ਲਾਵਾਂਗੇ ਤੁਹਾਡੇ। ਉਹ ਭਲਿਓ ਕਿੱਧਰਲੇ ਪਾਸੇ ਤੁਰ ਪਏ। ਆਖੋ ਸਤਿਨਾਮ ਸ਼੍ਰੀ। ਠੀਕ ਹੈ, ਉਹਨੇ ਕੁਝ ਕੀਤਾ ਹੈ ਕੌਮ ਵਾਸਤੇ, ਬੋਲਿਆ ਤਾਂ ਹੈ ਨਾ। ਸਾਡੇ ਤਾਂ ਲੋਕਾਂ ਦੀ ਜ਼ਮੀਰ ਮਰ ਗਈ, ਉਹ ਬੋਲਦੇ ਵੀ ਨਹੀਂ ਹੈ। ਬੋਲਿਆ ਤਾਂ ਹੈ, ਉਹਨੇ ਸੱਚ ਤਾਂ ਕਿਹਾ ਹੈ। ਉਹਦੇ ਕਾਰਨ ਉਹਦੀ ਮੌਤ ਵੀ ਹੋਈ ਹੈ, ਕੁਝ ਹੋਇਆ ਵੀ ਉਹਦੇ ਨਾਲ। ਅਤੇ ਉਹ ਵੇਖੋ, ਜੇ ਉਹਨੇ ਇੰਨਾ ਕੁਝ ਕੀਤਾ ਹੈ, ਉਹਦੇ ਜਿਹੜਾ ਪਿਛਲਾ ਲਾਈਫ ਸਟਾਈਲ ਸੀ ਨਾ ਉਹਦਾ, ਉਹਨੂੰ ਨਾ ਤੁਸੀਂ ਫੋਲੋ ਕਰੋ। ਆਖੋ ਸਤਿਨਾਮ ਸ਼੍ਰੀ। ਉਹ ਤਾਂ ਆਪ ਕਹਿ ਰਿਹਾ ਕਿ ਮੈਂ ਉਹ ਸਭ ਕੁਝ ਤਿਆਗ ਕੇ ਹੁਣ ਅੰਮ੍ਰਿਤ ਛਕਣਾ ਸੀਗਾ, ਮੈਂ ਆਪ ਗੁਰੂ ਵਾਲਾ ਬਣਨਾ ਸੀਗਾ। ਉਹ ਤਾਂ ਆਪ ਅੰਮ੍ਰਿਤ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤ ਵਾਲੇ ਪਾਸੇ ਚੱਲਿਆ ਸੀ, ਗੁਰੂ ਦੀ ਗੁਰਬਾਣੀ ਤੋਂ ਪ੍ਰਭਾਵਿਤ ਹੋ ਕੇ ਗੁਰੂ ਵਾਲੇ ਪਾਸੇ ਚੱਲਿਆ ਸੀ। ਉਹ ਕਹਿੰਦਾ ਸੀ ਜਿਹੜੇ ਪਾਸਿਓਂ ਮੈਂ ਆਇਆ ਹੈ ਇਹ ਜ਼ਿੰਦਗੀ ਸਹੀ ਨਹੀਂ, ਗੁਰਬਾਣੀ ਪੰਥਕ ਮਰਿਆਦਾ ਜੋ ਰੱਬੀ ਮਰਿਆਦਾ ਹੈ ਉਹ ਸਹੀ ਹੈ।
ਤੇ ਸਾਨੂੰ ਉਹਦੀਆਂ ਉਹ ਗੱਲਾਂ ਛੱਡ ਕੇ ਗੁਰਬਾਣੀ ਦੀ ਸੋਚ, ਪੰਥਕ ਸੋਚ ਨੂੰ ਛੱਡ ਕੇ ਅਸੀਂ ਉਹਦੇ ਪਿਛਲੇ ਜੀਵਨ ਨੂੰ ਹੀ ਆਪਣਾ ਆਈਡਲ ਮੰਨਣਾ ਸ਼ੁਰੂ ਕਰ ਦਿੱਤਾ। ਕੋ ਸਤਿਨਾਮ ਸ਼੍ਰੀ। ਉਹਨੇ ਜਿਹੜੀਆਂ 5-7 ਸਾਲ ਪਹਿਲਾਂ ਜਾਂ 2 ਸਾਲ 3 ਸਾਲ ਪਹਿਲਾਂ ਫਿਲਮਾਂ ਬਣਾਈਆਂ ਸੀ, ਭਲਿਓ ਉਹਦੇ 'ਚ ਹੋ ਸਕਦਾ ਹੈ ਉਹਨੇ ਉਸ ਮੁਤਾਬਕ ਕੀਤਾ ਹੋਵੇ ਜਿਵੇਂ ਦਾ ਉਹਦਾ ਪ੍ਰੋਫੈਸ਼ਨਲ ਸੀਗਾ। ਕੋ ਸਤਿਨਾਮ ਸ਼੍ਰੀ। ਤੇ ਤੁਸੀਂ ਹੁਣ ਉਹਨੂੰ ਗੁਰਦੁਆਰਾ ਥੋੜ੍ਹੀ ਬਣਾਓਗੇ ਸਿਨੇਮੇ ਹਾਲ ਨੂੰ ਕਿ ਬਾਹਰ ਅਸੀਂ ਉਹਦੇ ਵਾਸਤੇ ਲੰਗਰ ਵੀ ਲਾਵਾਂਗੇ ਤੇ ਫਿਰ ਉੱਥੇ ਸਿਰ ਢੱਕ ਕੇ ਵੀ ਜਾਓਗੇ, ਫਿਰ ਉਹਨੂੰ ਮੱਥੇ ਵੀ ਟੇਕੋਗੇ, ਉੱਥੇ ਉਹਦੇ 'ਚ ਕੀ ਕੁਝ ਵਿਖਾਇਆ ਜਾਏਗਾ। ਇਹ ਗੱਲਾਂ ਥੋੜ੍ਹੀਆਂ ਜਿਹੀਆਂ ਨਾ ਅਸੀਂ ਉਲਟ ਪਾਸੇ ਲੈ ਜਾਂਦੇ ਹਾਂ। ਕੋ ਸਤਿਨਾਮ ਸ਼੍ਰੀ। ਇਹ ਇਸੇ ਤਰ੍ਹਾਂ ਹੀ ਹੁੰਦਾ ਹੈ। ਉਹ ਜਦੋਂ ਕੋਈ ਰੱਬ ਦਾ ਪਿਆਰਾ ਰੱਬ ਵਾਲੇ ਰਾਹ 'ਤੇ ਤੁਰਦਾ ਹੈ ਨਾ, ਉਹ ਜਿਹੜੀ ਗੱਲ ਕਹਿੰਦਾ ਹੁੰਦਾ ਉਹ ਗੱਲ ਨੂੰ ਛੱਡ ਕੇ ਨਾ ਉਹਦੀ ਪਿਛਲੀ ਜ਼ਿੰਦਗੀ ਫਰੋਲਣਾ ਸ਼ੁਰੂ ਕਰ ਦਿੰਦੇ ਆ ਕਿ ਉਹ ਪਹਿਲਾਂ ਵੀ ਇਸ ਤਰ੍ਹਾਂ ਦਾ ਸੀ। ਉਹ ਭਲਿਓ ਪਹਿਲਾਂ ਉਹ ਛੱਡ ਕੇ ਆਇਆ ਸਾਰਾ ਕੁਝ, ਫੇਰ ਹੀ ਆਇਆ ਨਾ ਇੱਧਰ। ਤੇ ਉਹਨਾਂ ਗੱਲਾਂ ਨੂੰ ਪਕੜਨਾ ਚਾਹੀਦਾ, ਨਾ ਕਿ ਉਹਨਾਂ ਗੱਲਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਕਿ ਉਹ ਗੱਲਾਂ ਨੂੰ ਪ੍ਰਮੋਟ ਕਰਕੇ ਨੌਜਵਾਨੀ ਨੂੰ ਇੱਧਰਲੇ ਪਾਸੇ ਲਾਓ, ਚੰਗੇ ਭਲੇ ਸਿੰਘਾਂ ਨੂੰ ਵੀ ਇੱਧਰਲੇ ਪਾਸੇ ਲਾਓ। ਨਾ, ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ। ਤਾਂ ਮਹਾਰਾਜ ਨੇ ਕਿਹਾ ਸਾਂਝ ਕੀਜੈ ਗੁਣੈ ਕੇਰੀ ਛੋੜ ਅਵਗਣ ਚੱਲੀਐ। ਸਾਂਝ ਭਾਈ ਉਹ ਗੁਣਾਂ ਦੀ ਪਾਉਣੀ ਹੈ, ਨਾ ਕਿ ਔਗਣਾਂ ਦੀ ਪਾਉਣੀ ਹੈ। ਗੁਣ ਕਿਸੇ 'ਚੋਂ ਵੀ ਮਿਲਣ, ਕਿਸੇ ਇਨਸਾਨ ਵਿੱਚ ਵੀ ਹੋਵੇ, ਕੁਰਬਾਨੀ ਕਿਸੇ ਦੀ ਵੀ ਹੋਵੇ, ਉਹ ਸਿਰ ਮੱਥੇ ਪ੍ਰਮਾਣ ਹੈ। ਪਰ ਔਗਣਾਂ ਦੀ ਸਾਂਝ ਨਾ ਸਿੱਖ ਨੇ ਕਦੇ ਪਾਈ ਹੈ ਤੇ ਨਾ ਕਦੇ ਪਾਉਣੀ ਹੈ। ਆਖੋ ਸਤਿਨਾਮ ਸ਼੍ਰੀ। ਔਗਣਾਂ ਦੀ ਸਾਂਝ ਨਹੀਂ ਪਾਉਣੀ ਆ ਭਾਈ, ਹਮੇਸ਼ਾ ਯਾਦ ਰੱਖਣਾ। ਤੇ ਗੁਰਬਾਣੀ ਨੇ ਉਹ ਜਿਹੜੇ ਰਹਿਬਰਾਂ ਦੇ ਗੁਣ ਸਨ ਉਹਨਾਂ ਨੂੰ ਗੁਰਬਾਣੀ ਵਿੱਚ ਲਿਖਿਆ ਹੈ। ਕ੍ਰਿਸ਼ਨ ਜੀ ਨੂੰ ਭਗਵਾਨ ਕਰਕੇ ਵੀ ਲਿਖਿਆ, ਕਿਉਂ? ਉਹਨਾਂ 'ਚ ਭਗਵਾਨ ਵਾਲੇ ਗੁਣ ਸਨ। ਪਰ ਜਿਹੜੀਆਂ ਉਹਨਾਂ 'ਚ ਕੁਝ ਨਹੀਂ ਗੱਲਾਂ ਪ੍ਰਮਾਣ ਕਰਨ ਵਾਲੀਆਂ, ਉਹ ਵੀ ਮਹਾਰਾਜ ਨੇ ਉਹਨਾਂ ਦਾ ਖੰਡਨ ਵੀ ਕੀਤਾ ਹੈ ਕਿ ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮੈਂ ਰੰਗ ਕੀਆ, ਕਲ ਮੈਂ ਬੇਦ ਥਰਮਨ ਹੁਆ, ਨਾਉ ਖੁਦਾਈ ਅਲੋ ਭਇਆ। ਤੇ ਇਹਦੀ ਵੀ ਕਿਸੇ ਦਿਨ ਵਿਆਖਿਆ ਕਰਾਂਗੇ ਆਪਾਂ। ਤਾਂ ਉਹਨਾਂ ਗੱਲਾਂ ਨੂੰ ਮਹਾਰਾਜ ਨੇ ਨਹੀਂ ਪ੍ਰਵਾਨ ਕੀਤਾ, ਔਗਣਾਂ ਨੂੰ ਨਹੀਂ ਪ੍ਰਵਾਨ ਕੀਤਾ, ਕਿਉਂਕਿ ਔਗਣ ਹੀ ਸ਼ੈਤਾਨੀ ਬਿਰਤੀ ਹੈ, ਗੁਣ ਹੀ ਰੱਬੀ ਬਿਰਤੀ ਹੈ। ਸਾਂਝ ਅਸੀਂ ਗੁਣਾਂ ਦੀ ਪਾਉਣੀ, ਉਹ ਭਾਵੇਂ ਅੰਗਰੇਜ਼ ਵਿੱਚ ਹੋਵੇ, ਸੇਵਾ ਭਾਵ ਹੈ ਅਸੀਂ ਵੀ ਲੈ ਲੈਣਾ, ਜੇ ਉਹਦੇ 'ਚ ਪ੍ਰੇਮ ਭਾਵ ਹੈ ਅਸੀਂ ਵੀ ਲੈ ਲੈਣਾ ਹੈ। ਉਹ ਕੋਈ ਮੁਸਲਮਾਨ ਵਿੱਚ ਕੋਈ ਚੰਗਾ ਗੁਣ ਉਹ ਅਸੀਂ ਵੀ ਲੈ ਲੈਣਾ ਹੈ, ਚੰਗੀ ਕਲਾ ਉਹ ਅਸੀਂ ਵੀ ਲੈ ਲੈਣੀ। ਕਿਸੇ ਇਨਸਾਨ 'ਚ ਵੀ ਚੰਗੀ ਕਲਾ ਹੈ, ਸਿੱਖ ਨੇ ਉਹ ਧਾਰਨ ਕਰਨੀ ਹੈ, ਪਰ ਉਹਦੇ ਔਗਣ ਨਹੀਂ ਨਾਲ ਲੈਣੇ। ਆਖੋ ਸਤਿਨਾਮ ਸ਼੍ਰੀ। ਔਗਣ ਉਹਨੂੰ ਕਹਿਣਾ ਭਾਈ ਤੂੰ ਆਪਣੇ ਕੋਲ ਰੱਖੇ, ਤੇਰੇ ਧਰਮ ਨੂੰ ਪ੍ਰਮਾਣ, ਸਾਨੂੰ ਨਹੀਂ ਪ੍ਰਮਾਣ। ਤੇਰੀ ਔਗਣਾਂ ਵਾਲੀ ਸੌੜੀ ਸੋਚ ਜਿਹੜੀ ਹੈ ਨਾ, ਉਹ ਤੁਹਾਡੇ ਧਰਮ ਨੂੰ ਪ੍ਰਮਾਣ ਹੋ ਸਕਦੀ ਹੈ, ਸਾਡੇ ਧਰਮ ਨੂੰ ਪ੍ਰਮਾਣ ਨਹੀਂ। ਤਾਂ ਕਰਕੇ ਗੁਰਬਾਣੀ ਇਹ ਸਰਬ ਸਾਂਝਾ ਧਰਮ ਤਾਂ ਹੈ। ਇੱਥੇ ਜਿੰਦੇ ਕੋਲ ਵੀ ਗੁਣ ਹੈਗੇ ਉਹ ਇੱਧਰ ਆ ਜਾਓ, ਪਰ ਆਪਣੇ ਨਾਲ ਔਗਣ ਲੈ ਕੇ ਨਾ ਆਓ। ਜੇ ਹਿੰਦੂ ਕਵੇ ਮੈਂ ਮੂਰਤੀ ਨੂੰ ਪੂਜਦਾ ਤੇ ਗੁਰੂ ਘਰ ਦੇ ਵਿੱਚ ਆ ਕੇ ਮੈਂ ਮੂਰਤੀ ਵੀ ਪੂਜਾਂਗਾ, ਮਹਾਰਾਜ ਕਹਿੰਦੇ ਨਹੀਂ, ਤੂੰ ਮੂਰਤੀ ਭਾਈ ਆਪਦੀ ਆਪਣੇ ਘਰ ਹੀ ਰੱਖ। ਹਾਂ, ਜੇ ਤੂੰ ਇੱਥੇ ਆਉਣਾ ਨਾ, ਇੱਥੇ ਆ ਕੇ ਰੱਬ ਦਾ ਨਾਮ ਜਪ ਸਕਦਾ, ਤੇਰੇ 'ਚ ਭਾਵਨਾ ਬੜੀ ਹੈ। ਉਹ ਤੇਰੀ ਭਾਵਨਾ ਦੀ ਅਸੀਂ ਕਦਰ ਕਰਦੇ ਹਾਂ ਕਿ ਇੰਨਾ ਬੰਦੇ 'ਚ ਵਿਸ਼ਵਾਸ ਹੈ ਕਿ ਇੱਕ ਪੱਥਰ ਨੂੰ ਵੀ ਰੱਬ ਮੰਨਦਾ ਪਿਆ ਹੈ। ਉਹ ਭਾਵਨਾ ਲੈ ਆ, ਪਰ ਪੱਥਰ ਰੱਬ ਨਹੀਂ। ਆਖੋ ਸਤਿਨਾਮ ਸ਼੍ਰੀ। ਉਹ ਭਾਵਨਾ ਲੈ ਆ, ਉਹ ਭਾਵਨਾ ਅਸੀਂ ਵੀ ਲਿਆਉਣੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਸੀਂ ਜਿੰਦ ਜਾਨ ਤੋਂ ਜ਼ਿਆਦਾ ਪਿਆਰ ਕਰਨਾ ਹੈ, ਅਸੀਂ ਭਾਵਨਾ ਲੈ ਕੇ ਆਉਣੀ, ਭਾਵਨਾ ਨਹੀਂ ਗਵਾਉਣੀ। ਜਿਹੜੇ ਗੁਣ ਨੇ ਉਹਦੇ 'ਚ ਕਿਸੇ ਹਿੰਦੂ 'ਚ ਹੋਣ, ਉਹ ਭਾਵਨਾ ਲੈ ਉਹ ਆਪਣੇ ਘਰੇ। ਮੁਸਲਮਾਨ ਦੇ ਵਿੱਚ ਗੁਣ ਨੇ, ਉਹ ਇੱਕ ਅੱਲਾ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਮੰਨਦਾ। ਉਹ ਕਹਿੰਦਾ ਇੱਕ ਅੱਲਾ ਨੂੰ ਹੀ ਮੰਨਾਂਗਾ, ਉਹ ਗੁਣ ਲੈ ਆਉਣਾ ਆਪਣੇ 'ਚ। ਅੱਲਾ ਨੂੰ ਹੀ ਅਸੀਂ ਮੰਨਣਾ, ਇੱਕ ਅੱਲਾ ਨੂੰ ਮੰਨਣਾ, ਉਹ ਗੁਣ ਲੈ ਕੇ ਆਉਣੇ ਆ। ਪਰ ਉਹ ਇਸ ਸਾਰੀ ਦੁਨੀਆ ਨੂੰ ਕਾਫਰ ਮੰਨਦਾ ਸੀ, ਉਹਦਾ ਔਗਣ ਨਹੀਂ ਲੈਣਾ। ਆਖੋ ਸਤਿਨਾਮ ਸ਼੍ਰੀ। ਅਸੀਂ ਇਸ ਦੁਨੀਆ ਨੂੰ ਵੀ ਰੱਬ ਮੰਨਦੇ ਹਾਂ। ਉਹਨੇ ਇੱਕ ਔਗਣ ਧਾਰਨ ਕੀਤਾ ਹੋਇਆ ਕਿ ਰੱਬ ਸਤਵੇਂ ਅਸਮਾਨ 'ਤੇ ਰਹਿੰਦਾ ਹੈ, ਇੱਕ ਅੱਲਾ ਹੈ। ਇੱਕ ਅੱਲਾ ਤਾਂ ਹੈ, ਉਹ ਮੰਨਦਾ, ਉਹਦਾ ਗੁਣ ਹੈ, ਪਰ ਉਹਦਾ ਇੱਕ ਔਗਣ ਵੀ ਹੈ। ਉਹ ਦੁਨੀਆ ਨੂੰ ਰੱਬ ਨਹੀਂ ਜਾਣਦਾ, ਇਹਨਾਂ ਨੂੰ ਕਾਫਰ ਸਮਝਦਾ ਹੈ। ਜਿਹੜੇ ਉਹ ਮੁਸਲਮਾਨ ਨਹੀਂ, ਉਹਨਾਂ ਨੂੰ ਕਾਫਰ ਮੰਨਦਾ ਹੈ। ਮਹਾਰਾਜ ਕਹਿੰਦੇ ਨਹੀਂ, ਇਹ ਵੀ ਰੱਬ ਦਾ ਹੀ ਰੂਪ ਹੈ, ਇਹ ਔਗਣ ਅਸੀਂ ਨਹੀਂ ਲੈਣਾ। ਆਖੋ ਸਤਿਨਾਮ ਸ਼੍ਰੀ। ਕੋਈ ਮੁਸਲਮਾਨ ਆਵੇ ਗੁਣਾਂ ਦੀ ਸਾਂਝ ਕਰੇ ਸਾਡੇ ਨਾਲ, ਕੋਈ ਈਸਾਈ ਆਵੇ ਉਹ ਗੁਣ, ਉਹਨਾਂ 'ਚ ਸੇਵਾ ਭਾਵ ਹੈ। ਈਸਾਈਆਂ ਦੇ ਵਿੱਚ ਸੇਵਾ ਭਾਵ ਹੈ, ਉਹ ਲੋਕਾਂ ਦੀ ਮਦਦ ਕਰਦੇ ਭਾਈ, ਇੱਕ ਦੂਜੇ ਦੀ ਮਦਦ ਕਰਦੇ, ਤਾਂ ਹੀ ਇਹ ਬਾਹਰਲੇ ਦੇਸ਼ ਕਾਮਯਾਬ ਨੇ। ਇੱਕ ਦੂਜੇ ਦੀ ਮਦਦ 'ਤੇ ਖੜਾ ਹੈ ਈਸਾਈ ਧਰਮ ਕਿ ਲੋਕਾਂ ਦੀ ਸੇਵਾ ਕਰੋ, ਸੇਵਾ 'ਤੇ ਖੜਾ ਹੈ। ਅਤੇ ਉਹ ਸੇਵਾ ਭਾਵ ਸਿੱਖ ਨੇ ਲੈ ਕੇ ਆਉਣਾ ਹੈ।
पर ईसाईयत की कहती है? ईसाईयत कहती कि जस्सू ही रब का पुत्र है, तो बाकी सारे की है? को पुत्र ने? आखो सतनाम श्री। बाकी सारे शैतान ने की? नहीं भाई, जे जस्सू रब का पुत्र है, जस्सू मसीह रब का पुत्र है, बाकी भी सारे रब के पुत्र ने। हाँ, एक ने वाहिगुरु नूं खुश कर लिया, वो महान हो गया, जे दूजिया ने कीता नहीं, इन्हां ते किरपा होगी, ये भी कर लैणगे। आखो सतनाम श्री। नफरत नहीं किसी नाल, ये नहीं कि जस्सू ही रब है। वो भी एक परसन सी जिन्हें रब की बंदगी की, उनके गुण सन, उन्हें धर्म ते लोकां नूं तोड़िया, उनकी वडियाई, उन्हें कुरबानी की, उन्होंने सलाम है, उसदे सेवा भाव है। असी उस चीज़ नूं लैने आ, पर आ जिहड़ियां झूठियां करामातां, झूठा पखंड ईसाईयत के नाम से किया जाता है, गुरबाणी ने नहीं प्रमाण किया। को सतनाम श्री। तो मेरी हाथ जोड़ के सिखो बेनती है, इन्हां गल्लां नूं विचारो, तां करके साडा धर्म नवेकला है। पर असी की करदे आ, जे असी किसी का खंडन करन लग पैंदे आ, उहदे विच गुण नहीं वेखदे, उन्हां गुणां ते भी कांटा मार दिंदे आ। उहदे च कुछ चंगियां गल्लां भी तां हुंदियां ना। तो जदों मेरे वर्गा प्रचारक किसी दे भी औगण बयान करन लगदा, वो सारे कहंदा ना ना ना, वो भले वो माड़े बंदे च भी कोई ना कोई गुण होएगा। आखो सतनाम श्री। उस ते गुण नूं वेख के उन्होंने सहमति दिओ कि तू इस गुण विच महान है, इनू वधा ते अपने औगणां नूं घटा, एक दिन वो महान हो जाएगा। इसे तरह हरेक धर्म, कोई भी मजहब है, उहदे च कोई ना कोई गुण जरूर जे। आखो सतनाम श्री। तो गुरबाणी ने प्रमाण किया है, तुसीं वेखोगे ना, गुरबाणी ने उस चीज़ नूं प्रमाण किया। पढ़ के वेख लैनी गुरबाणी। उन्होंने जे रामचंद्र च गुण सी उन्होंने ले ले, कृष्ण च गुण सी उन्होंने क्या आ जाओ, जे किसी पंडित च कोई गुण सी उन्होंने क्या ठीक है आ जा, तेरे च विद्या का गुण है आ जा। कोई भी सीगा गुणवान सी ना, गुणां दी सांझ सी गुरु नानक दी। कोई भी मिलिया उनके नाल गुणां दी सांझ पाई, अपने गुण साझे कीते, शेयर कीते कि भाई मेरे को आ सुभाਅ है, मैं रब्बी प्यार विच जीना, भगती विच जीना, मैं माड़े काम उक्का ही नहीं करता, ऐसा काम मूले ना कीचै जित अंत पछुताई है। तुहाडे मजहब अजे कुछ ना कुछ इजाजत दे दिंदे होणगे कि बुराई तुसीं कर सकदे हो, होर धर्मां दे विच छूट मिलदी होएगी माड़े कामां दी, पर सिੱਖੀ ਦੀ ਰਹਿਤ ਮਰਿਆਦਾ ਵਿੱਚ 1 ਇੰਚ ਦੀ ਵੀ ਛੂਟ ਨਹੀਂ ਮਾੜੇ ਕੰਮ ਦੀ। ਆਖੋ ਸਤਨਾਮ ਸ਼੍ਰੀ। ਕਿਉਂਕਿ ਰੱਬ ਹੈ ਹੀ ਨਹੀਂ, ਉਹਦਾ ਸੁਭਾਅ ਹੀ ਨਹੀਂ ਮਾੜਾ। ਇੱਥੇ ਕੋਈ ਨਫ਼ਰਤ ਨਹੀਂ, ਦਇਆ ਹੀ ਦਇਆ, ਕਿਉਂਕਿ ਰੱਬ ਦਿਆਲੂ ਹੈ। ਇੱਥੇ ਸੇਵਾ ਭਾਵ ਹੈ, ਇੱਥੇ ਕਿਸੇ ਦਾ ਖੋਹਣਾ ਨਹੀਂ। ਤਾਂ ਕਰਕੇ ਇਹ ਧਰਮ ਬਹੁਤ ਮਹਾਨ ਹੈ, ਕਿਉਂਕਿ ਇੱਥੇ ਰੱਬ ਦੀ ਗੱਲ ਕੀਤੀ ਜਾਂਦੀ, ਵਾਹਿਗੁਰੂ ਦੀ ਗੱਲ ਕੀਤੀ ਜਾਂਦੀ, ਵਾਹਿਗੁਰੂ ਦੇ ਨਾਲ ਜੋੜਿਆ ਜਾਂਦਾ ਹੈ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ, ਸਾਂਝ ਕੀਜੈ ਗੁਣੈ ਕੇਰੀ, ਛੋੜ ਅਵਗਣ ਚੱਲੀਏ ਔਗਣ ਛੱਡ ਦਿਓ ਭਲਿਓ। ਗੁਣਾਂ ਦੀ ਸਾਂਝ ਪਾਓ। ਤੇ ਜਿਹੜੀ ਆਪਾਂ ਗੱਲ ਕਰਨ ਲੱਗੇ ਸੀ, ਕਿਉਂਕਿ ਸਾਖੀ ਆਪਾਂ ਸੁਣਾਉਣੀ ਸੀ, ਕੱਲ ਆਪ ਜੀ ਨੇ ਸੁਣੀ ਠੱਗਾਂ ਦੀ ਸਾਖੀ। ਆਪ ਜੀ ਨੂੰ ਪਤਾ ਹੋਏਗਾ ਕਿ ਉਹ ਠੱਗ ਗੁਰੂ ਸਾਹਿਬ ਜੀ ਨੂੰ ਮਾਰਨ ਵਾਸਤੇ ਆਏ ਸਨ, ਤੇ ਸਤਿਗੁਰੂ ਜੀ ਦੀ ਕਲਾ ਵਰਤੀ। ਉੱਥੇ ਕਲਾ ਵਰਤਾਈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਵਾਹਿਗੁਰੂ ਪਰਮੇਸ਼ਵਰ ਨੇ। ਤੇ ਉਹ ਠੱਗ ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਪੈ ਗਏ। ਉਹ ਕਹਿਣ ਲੱਗੇ, ਮਹਾਰਾਜ ਸਾਨੂੰ ਬਖਸ਼ ਲਓ। ਤੇ ਸਤਿਗੁਰੂ ਜੀ ਦੇ ਕੋਲ ਆ ਕੇ ਉਹਨਾਂ ਨੇ ਕਿਹਾ, ਮਹਾਰਾਜ ਸਾਡੇ 'ਤੇ ਫਜ਼ਲ ਕਰੋ, ਸਾਨੂੰ ਮੰਦੇ ਕੰਮਾਂ ਤੋਂ ਛਡਾਓ। ਤਾਂ ਗੁਰੂ ਸਾਹਿਬ ਜੀ ਨੇ ਕਿਹਾ, ਭਲਿਓ ਤੁਸੀਂ ਆਪਣੇ ਘਰ ਜਾਓ, ਆਪਣੇ ਨਗਰ 'ਚ ਵਾਪਸ ਜਾਓ, ਅਸੀਂ ਕੁਝ ਸਮੇਂ ਬਾਅਦ ਆਉਣੇ ਆ। ਤਾਂ ਸਤਿਗੁਰੂ ਜੀ ਉੱਥੇ ਹੀ ਅਜੇ ਰੁਕੇ ਹੋਏ ਸਨ। ਤੇ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਮੱਥਾ ਟੇਕ ਕੇ ਕਿਹਾ ਕਿ ਮਹਾਰਾਜ ਜਿਸ ਰੱਬ ਦੀਆਂ ਤੁਸੀਂ ਗੱਲਾਂ ਕਰਦੇ ਹੋ ਨਾ, ਉਸ ਰੱਬ ਨੂੰ ਮੈਂ ਤਾਂ ਨਹੀਂ ਵੇਖਿਆ, ਪਰ ਮੈਨੂੰ ਪਤਾ ਉਹ ਰੱਬ ਤੁਹਾਡੇ ਤੋਂ ਦੂਰ ਕੋਈ ਨਹੀਂ, ਉਹ ਤੁਸੀਂ ਹੋਈ ਹੋ। ਆਖੋ ਸਤਨਾਮ ਸ਼੍ਰੀ। ਤੁਸੀਂ ਖੁਦ ਪਰਮੇਸ਼ਵਰ ਦਾ ਰੂਪ ਹੋ। ਤੇ ਸਾਹਿਬ ਜੀ ਨੇ ਕਿਹਾ, ਹਾਂ ਮਰਦਾਨਿਆ, ਪ੍ਰਗਟ ਤਾਂ ਰੱਬ ਮੇਰੇ ਰਾਹੀਂ ਹੁੰਦਾ ਹੈ, ਪਰ ਮੈਂ ਫਿਰ ਤੈਨੂੰ ਕਹਿਦਾ, ਗੁਰੂ ਨਾਨਕ ਜਿਹੜਾ ਸਰੀਰ ਵਿੱਚ ਆਇਆ ਨਾ, ਇਹ ਗੁਰੂ ਨਾਨਕ ਦਾ ਸਰੀਰ ਰੱਬ ਨਹੀਂ, ਗੁਰੂ ਨਾਨਕ ਦੀ ਜੋਤ ਰੱਬ ਹੈ। ਆਖੋ ਸਤਨਾਮ ਸ਼੍ਰੀ। ਤੇ ਉਹ ਜੋਤ ਤੇਰੇ 'ਚ ਵੀ ਵਰਤਦੀ ਹੈ, ਤੇ ਇਹਨੂੰ
ਇਹ ਨਾ ਜਾਣੀ ਕਿ ਇੱਥੋਂ ਤੱਕ ਖਤਮ ਹੈ, ਰੱਬ ਦੀ ਹਸਤੀ ਇੱਥੋਂ ਤੱਕ ਮੁੱਕ ਗਈ ਹੈ। ਮਹਾਰਾਜ ਕਹਿੰਦੇ ਰੱਬ ਦੀ ਹਸਤੀ ਬੇਅੰਤ ਹੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨਾ ਅੰਤ। ਹੋਇਆ ਤਾਂ ਉਹ ਗੁਰੂ ਨਾਨਕ ਦੇਵ ਮਹਾਰਾਜ ਵਿੱਚੋਂ ਹੀ ਵਾਹਿਗੁਰੂ ਪ੍ਰਗਟ ਹੈ, ਉਸੇ ਦਾ ਹੀ ਵਾਹਿਗੁਰੂ ਰੂਪ ਹੈ। ਗੁਰੂ ਸਾਹਿਬ ਜੀ ਉਹੀ ਆਪ ਨੇ, ਪਰ ਗੁਰੂ ਕੇ ਪਿਆਰਿਓ ਸਰੀਰ ਦੀ ਇੱਕ ਸਮਰੱਥਾ ਹੈ, ਉਹ ਸਰੀਰ ਤੋਂ ਵੀ ਬਾਹਰਾ ਹੈ। ਆਖੋ ਸਤਿਨਾਮ ਸ਼੍ਰੀ। ਸਰੀਰ ਦੀ ਬਾਡੀ ਦੀ ਇੱਕ ਲਿਮਟ ਹੈ, ਪਰ ਗੁਰੂ ਨਾਨਕ ਦੀ ਕੋਈ ਲਿਮਟ ਨਹੀਂ। ਆਖੋ ਸਤਿਨਾਮ ਸ਼੍ਰੀ। ਸਰੀਰਾਂ ਦੀ ਲਿਮਟ ਹੁੰਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜੋ ਹਮਕੋ ਪਰਮੇਸ਼ਰ ਉਚਰੈ ਹੈ ਤੇ ਸਭ ਨਰਕ ਕੁੰਟ ਮੈਂ ਪਰ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਹੜਾ ਮੇਰੇ ਸਰੀਰ ਨੂੰ ਰੱਬ ਜਾਣੇਗਾ ਨਾ, ਉਹ ਨਰਕਾਂ ਦਾ ਭਾਗੀ ਬਣੇਗਾ, ਕਿਉਂਕਿ ਸਰੀਰ ਰੱਬ ਨਹੀਂ ਹੈ। ਜਿਹੜਾ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਸਰੀਰ ਵਿੱਚ ਵਰਤ ਰਹੇ ਸਨ, ਉਹ ਰੱਬ ਹੈ। ਜਿਹੜੀ ਜੋਤ ਹੈ ਨਾ, ਉਹ ਰੱਬ ਹੈ, ਜੋ ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵਰਤ ਰਹੀ ਹੈ। ਇਸ ਕਰਕੇ ਸਰੀਰ ਆਉਣ ਜਾਣ ਵਾਲਾ ਹੈ, ਕਿਸੇ ਵੀ ਪੀਰ ਪੈਗੰਬਰ ਦਾ ਹੈ। ਉਹ ਸਰੀਰ ਦੀ ਪੂਜਾ ਤੋਂ ਹਟਾਇਆ ਹੈ ਮਹਾਰਾਜ ਨੇ। ਮਹਾਰਾਜ ਨੇ ਕਿਹਾ ਸਰੀਰ ਰੱਬ ਨਹੀਂ ਹੁੰਦਾ। ਸਰੀਰ ਦੇ ਵਿੱਚ ਜਿਹੜੀ ਕਲਾ ਵਰਤ ਰਹੀ ਹੁੰਦੀ ਨਾ, ਉਹ ਰੱਬ ਹੈ। ਉਹ ਕਿਸੇ ਭਗਤ ਵਿੱਚੋਂ ਪ੍ਰਗਟ ਹੋਇਆ, ਕਿਸੇ ਪੀਰ ਪੈਗੰਬਰ ਵਿੱਚੋਂ ਪ੍ਰਗਟ ਹੋਇਆ, ਉਹ ਪ੍ਰਮਾਣ ਹੈ। ਪਰ ਇਹ ਇੱਕ ਇਸ ਤਰ੍ਹਾਂ ਦੀ ਗੱਲ ਹੈ ਕਿ ਜਿਵੇਂ ਸੂਰਜ ਆਪਣੀ ਰੌਸ਼ਨੀ ਪ੍ਰਗਟ ਕਰਦਾ ਹੈ, ਪਰ ਉਹਦਾ ਇੱਕ ਮਾਧਿਅਮ ਬਣ ਜਾਂਦਾ ਹੈ, ਕੋਈ ਦੀਵਾ, ਕੋਈ ਲਾਈਟ, ਕੋਈ ਸਰਚ ਲਾਈਟ, ਕੋਈ ਕਿਸੇ ਤਰ੍ਹਾਂ ਦੀ ਲਾਈਟ, ਪਰ ਉਸ ਰੌਸ਼ਨੀ ਦਾ ਤਾਂ ਕੋਈ ਅੰਤ ਨਹੀਂ ਹੈ ਨਾ। ਆਖੋ ਸਤਿਨਾਮ ਸ਼੍ਰੀ। ਜਿਹੜਾ ਚਾਨਣ ਹੈ ਉਹਦਾ ਕੋਈ ਅੰਤ ਨਹੀਂ ਹੈ, ਉਹ ਤਾਂ ਬੇਅੰਤ ਹੈ, ਉਹ ਇੱਕ ਮਾਧਿਅਮ ਦੇ ਰਾਹੀਂ ਪ੍ਰਗਟ ਹੋਈ ਹੈ। ਇਸੇ ਕਰਕੇ ਵਾਹਿਗੁਰੂ ਦੀ ਕੋਈ ਜੋਤ ਦਾ ਅੰਤ ਨਹੀਂ ਹੈ, ਗੁਰੂ ਸਾਹਿਬ ਜੀ ਦੀ ਸ਼ਕਤੀ ਦਾ ਸਮਰੱਥਾ ਦਾ ਕੋਈ ਅੰਤ ਨਹੀਂ ਹੈ, ਪਰ ਉਹ ਕਿਸੇ ਰਾਹੀਂ ਪ੍ਰਗਟ ਹੋਈ। ਇਸ ਕਰਕੇ ਉਹਨਾਂ ਗੁਣਾਂ ਨੂੰ ਆਪਾਂ ਵਾਚਦੇ ਹਾਂ। ਆਖੋ ਸਤਿਨਾਮ ਸ਼੍ਰੀ। ਉਹਨਾਂ ਗੁਣਾਂ ਦੀ ਆਪਾਂ ਸਾਂਝ ਪਾਉਣੇ, ਇਸ ਕਰਕੇ ਅਸੀਂ ਉਹਨਾਂ ਨੂੰ ਰੱਬ ਦਾ ਰੂਪ ਕਰਕੇ ਜਾਣਦੇ ਹਾਂ। ਅਤੇ ਜਿਹੜਾ ਮਰਜ਼ੀ ਰੱਬ ਦਾ ਪਿਆਰਾ ਹੋਏ, ਉਹਦੇ 'ਚੋਂ ਰੱਬ ਪ੍ਰਗਟ ਹੋਇਆ, ਉਹ ਰੱਬ ਦਾ ਰੂਪ ਹੈ, ਪਰ ਕੌਣ? ਉਹਦਾ ਸਰੀਰ ਨਹੀਂ, ਉਹਦੀ ਜੋਤ। ਆਖੋ ਸਤਿਨਾਮ ਸ਼੍ਰੀ। ਸਭ ਮੈਂ ਜੋਤ ਜੋਤ ਹੈ ਸੋਏ। ਉਹ ਸਾਡੇ 'ਚ ਵੀ ਹੈ, ਬਸ ਅਸੀਂ ਉਹਨੂੰ ਪ੍ਰਗਟ ਕਰਨਾ ਹੈ ਗੁਰੂ ਸਾਹਿਬ ਜੀ ਦੀ ਬਾਣੀ ਰਾਹੀਂ। ਸਭ ਵਿੱਚ ਉਹ ਚੀਜ਼ ਹੈ, ਪਰ ਉਹਨੂੰ ਪ੍ਰਗਟ ਕਿਵੇਂ ਕੀਤਾ ਜਾਂਦਾ ਹੈ? ਗੁਰੂ ਤੋਂ ਸਮਰੱਥਾ ਲੈ ਕੇ, ਕਿਰਪਾ ਲੈ ਕੇ। ਤਾਂ ਗੁਰੂ ਸਾਹਿਬ ਜੀ ਨੇ ਜਦੋਂ ਇਹ ਕਲਾ ਵਰਤਾਈ ਤਾਂ ਮਹਾਰਾਜ ਜੀ ਨੇ ਉੱਥੇ ਕਿਹਾ, ਨਹੀਂ ਮਰਦਾਨਿਆ, ਹੈ ਤਾਂ ਰੱਬ ਹੀ ਹੈ ਸਾਰੇ ਪਾਸੇ, ਪਰ ਅਸੀਂ ਜਿਨ੍ਹਾਂ ਨੂੰ ਰੱਬ ਕਈ ਵਾਰੀ ਸਮਝ ਲੈਂਦੇ ਹਾਂ ਨਾ, ਉਹ ਸਾਰੇ ਹੀ ਚਲੇ ਜਾਂਦੇ ਇੱਥੋਂ ਦੁਨੀਆ ਤੋਂ। ਜਿਵੇਂ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ, ਹਮ ਜੇਰ ਜਿਮੀ ਦੁਨੀਆ ਪੀਰਾ ਮਸ਼ਾਇਕਾ ਰਾਇਆ। ਮਹਾਰਾਜ ਕਹਿਣ ਲੱਗੇ, ਵੇਖੋ ਇੱਥੇ ਭਾਵੇਂ ਕੋਈ ਪੀਰ ਹੈ, ਪੈਗੰਬਰ ਹੈ, ਕੋਈ ਰਾਏ ਵੱਡਾ ਰਾਜਾ ਹੈ, ਜਿਹਨੂੰ ਲੋਕਾਂ ਨੇ ਰੱਬ ਦਾ ਰੂਪ ਜਾਣ ਕੇ ਪੂਜਿਆ, ਉਹ ਇੱਕ ਦਿਨ ਜ਼ਮੀਨ ਦੇ ਹੇਠਾਂ ਆ ਗਏ, ਭਾਵ ਉਹਨਾਂ ਦਾ ਸਰੀਰ ਖਤਮ ਹੋ ਗਿਆ। ਹਮ ਜੇਰ, ਹਮ ਜੇਰ ਦਾ ਮਤਲਬ ਹੈ ਅਸੀਂ ਸਾਰੇ ਹੀ ਥੱਲੇ ਆਉਣ ਵਾਲੇ। ਕਹਿੰਦੇ ਹਮ ਜੇਰ ਜਿਮੀ, ਜਿਮੀ ਦਾ ਮਤਲਬ ਜ਼ਮੀਨ, ਅਸੀਂ ਸਾਰੇ ਹੀ ਜ਼ਮੀਨ ਦੇ ਥੱਲੇ ਆਉਣ ਵਾਲੇ ਹਾਂ। ਕਿਹੜੇ ਕਿਹੜੇ? ਹਮ ਜੇਰ ਜਿਮੀ ਦੁਨੀਆ, ਆ ਸਾਰੀ ਦੁਨੀਆ ਇੱਕ ਦਿਨ ਖਾਕ ਹੋ ਜਾਂਦੀ ਹੈ, ਮਿੱਟੀ 'ਚ ਮਿਲ ਜਾਂਦੀ ਹੈ। ਪੀਰਾ ਮਸਾਇਕਾ ਰਾਇਆ, ਪੀਰਾ ਦਾ ਮਤਲਬ ਪੀਰ, ਪੀਰ ਮੁਰਸ਼ਦ ਲੋਕ, ਜਿਹੜੇ ਮੁਰਸ਼ਦ ਲੋਕ ਨੇ, ਮਸਾਇਕ ਲੋਕ ਨੇ। ਤੇ ਰਾਇਆ ਦਾ ਮਤਲਬ ਮਹਾਨ, ਵੱਡੇ ਲੋਕ ਨੇ। ਉਹ ਭਾਵੇਂ ਕਿੱਡੇ ਤੋਂ ਕਿੱਡੀ ਵੱਡੀ ਆਤਮਾ ਹੈ, ਪਰ ਉਹਦਾ ਸਰੀਰ ਸੀ ਉਹ ਵੀ ਇੱਕ ਦਿਨ ਮਿੱਟੀ ਮਿਲ ਗਿਆ। ਤੇ ਮਹਾਰਾਜ ਕਹਿੰਦੇ ਮੇਰ ਵੱਧ ਬਾਦਸ਼ਾਹ ਅਫਜੂ ਖੁਦਾਏ। ਮੇਰ ਵੱਧ ਦਾ ਮਤਲਬ ਇੱਥੋਂ ਬਾਦਸ਼ਾਹ ਸਾਰੇ ਤੁਰ ਜਾਣ ਵਾਲੇ, ਕੋਈ ਭਾਵੇਂ ਬਾਦਸ਼ਾਹ ਹੈ, ਭਾਵੇਂ ਕੋਈ ਪੀਰ ਫਕੀਰ ਹੈ, ਸਭ ਤੁਰ ਜਾਣ ਵਾਲੇ ਆ। ਪਰ ਅਫਜੂ ਖੁਦਾਏ, ਅਫਜੂ ਦਾ ਮਤਲਬ ਰਹਿਣ ਵਾਲਾ ਸਿਰਫ ਰੱਬ ਹੈ। ਆਖੋ ਸਤਿਨਾਮ ਸ਼੍ਰੀ। ਰਹਿਣ ਵਾਲਾ ਖੁਦਾਇਆ ਹੈ। ਤੇ ਮਹਾਰਾਜ ਕਹਿੰਦੇ ਏਕ ਤੂੰ ਹੀ, ਏਕ ਤੂੰ ਹੀ, ਵਾਹਿਗੁਰੂ ਇੱਕ ਤੂੰ ਹੀ ਹੈ ਜਿਹੜਾ ਰਹਿਣ ਵਾਲਾ, ਬਾਕੀ ਕੋਈ ਨਹੀਂ ਰਹਿੰਦਾ। ਤੇ ਸਾਹਿਬ ਜੀ ਕਹਿੰਦੇ ਨਾ ਦੇਵ ਦਾਨਵਾਂ ਨਰਾਂ, ਨਾ ਸਿੱਧ ਸਾਧਕਾਂ ਧਰਾਂ। ਹੁਣ ਵੇਖੋ ਸਾਰੀ ਵਿਆਖਿਆ ਕੀਤੀ ਨਾ, ਭਾਵੇਂ ਕੋਈ ਦੇਵਤਾ ਹੈ,
ਭਾਵੇਂ ਕੋਈ ਦਾਨ, ਭਾਵੇਂ ਮਾੜੀ ਬਿਰਤੀ ਵਾਲਾ ਇਨਸਾਨ ਹੈ, ਉਹਦਾ ਸਰੀਰ ਆਇਆ ਸੀ ਚਲੇ ਗਿਆ, ਸਰੀਰ ਕਿਸੇ ਦਾ ਨਹੀਂ ਰਹਿੰਦਾ। ਨਾ ਦੇਵ ਦਾਨਵਾ ਨਰਾਂ, ਨਾ ਸਿੱਧ ਸਾਧਕਾਂ ਧਰਾਂ। ਮਹਾਰਾਜ ਕਹਿੰਦੇ ਕੋਈ ਸਿੱਧ ਹੈ, ਸਾਧਕ ਹੈ, ਭਾਵ ਜਿਹੜੀ ਧਰਮ ਦੀ ਸਾਧਨਾ ਕਰਦੇ ਆ, ਕੋਈ ਨਹੀਂ ਇੱਥੇ ਰਹਿਣ ਵਾਲਾ। ਅਸਤ ਏਕ ਦਿਗਰ ਕੋਈ, ਅਸਤ ਏਕ ਦਿਗਰ ਕੋਈ ਦਾ ਮਤਲਬ ਇੱਥੇ ਰਹਿਣ ਵਾਲਾ ਕੋਈ ਵੀ ਨਹੀਂ ਹੈ। ਤੇ ਗੁਰੂ ਜੀ ਕਹਿੰਦੇ ਏਕ ਤੂੰ ਹੀ, ਏਕ ਤੂੰ ਹੀ, ਵਾਹਿਗੁਰੂ ਇੱਕ ਤੂੰ ਹੀ ਰਹਿਣ ਵਾਲਾ। ਆਖੋ ਸਤਿਨਾਮ ਸ੍ਰੀ। ਇਹ ਸ਼ਬਦ ਲੰਮਾ ਹੈ, ਉੱਥੇ ਸਾਹਿਬ ਜੀ ਨੇ ਸ਼ਲੋਕ ਉਚਾਰਨ ਕੀਤੇ, ਉਹ ਮੈਂ ਆਪ ਜੀ ਨੂੰ ਕਹਿ ਦੇਵਾਂ। ਨਾ ਦਾਦੇ ਦੇਹੰਦ ਆਦਮੀ, ਨਾ ਸ਼ਬਦ ਜੇਰ ਜਿਮੀ, ਅਸਤ ਏਕ ਦਿਗਰ ਕੋਈ, ਏਕ ਤੁਈ, ਏਕ ਤੁਈ। ਉੱਥੇ ਸਾਰੀ ਵਿਆਖਿਆ ਮਹਾਰਾਜ ਨੇ ਕੀਤੀ। ਮਹਾਰਾਜ ਕਹਿੰਦੇ ਨਹੀਂ ਧਰਤੀ ਰਹੇਗੀ, ਨਹੀਂ ਅਸਮਾਨ ਰਹੇਗਾ, ਕੁਝ ਨਹੀਂ ਰਹੇਗਾ, ਪਰ ਵਾਹਿਗੁਰੂ ਫਿਰ ਵੀ ਰਹੇਗਾ। ਆਖੋ ਸਤਿਨਾਮ ਸ੍ਰੀ। ਮਰਦਾਨਿਆ ਤੂੰ ਮੇਰੇ ਸਰੀਰ ਨਾਲ ਨਾ ਜੁੜ, ਜਿੰਦੇ ਬਾਰੇ ਮੈਂ ਤੈਨੂੰ ਜੋੜ ਰਿਹਾ ਤੂੰ ਉਹਦੇ ਨਾਲ ਜੁੜ। ਹੈ ਉਸੇ ਦਾ ਹੀ ਹਾਂ ਮੈਂ, ਇਹ ਸਰੀਰ ਵੀ ਉਸੇ ਦਾ ਹੀ ਹੈ, ਮੈਂ ਵੀ ਉਸੇ ਦਾ ਹੀ ਹਾਂ। ਤੇਰੀ ਭਾਵਨਾ ਨੂੰ ਫਲ ਹੈ, ਤੂੰ ਮੈਨੂੰ ਉਸੇ ਦਾ ਰੂਪ ਜਾਣਦਾ ਹੈ, ਪਰ ਮੇਰੇ ਸਰੀਰ ਨਾਲ ਜੁੜਨ ਦੀ ਗਲਤੀ ਨਾ ਕਰਿਆ ਜੇ। ਆਖੋ ਸਤਿਨਾਮ ਸ੍ਰੀ। ਨਹੀਂ ਤੇ ਫਸ ਜਾਓਗੇ। ਲੋਕੀ ਅੱਗੇ ਪੱਥਰ ਦੀ ਮੂਰਤੀ 'ਚ ਜੁੜੇ, ਤੁਸੀਂ ਮੇਰੀ ਫੋਟੋ ਨਾਲ ਜੁੜ ਜਾਓਗੇ। ਤੇ ਜੁੜੇ ਸਿੱਖ, ਫੋਟੋ ਨਾਲ ਨਹੀਂ ਜੁੜਨਾ, ਗੁਰੂ ਨਾਨਕ ਦੇ ਸ਼ਬਦ ਨਾਲ ਜੁੜਨਾ। ਗੁਰੂ ਨਾਨਕ ਜੋ ਬੋਲਦਾ ਸੀ ਅੰਦਰੋਂ ਰੂਹ 'ਚੋਂ, ਉਹ ਹੈ ਰੱਬੀ ਬਾਣੀ, ਰੱਬੀ ਉਪਦੇਸ਼, ਜੋ ਅੱਜ ਵੀ ਬੈਠਾ ਸਾਡੇ ਕੋਲ। ਅੱਜ ਵੀ ਉਹਨਾਂ ਦੀ ਜੋਤ ਕਲਾ ਵਰਤ ਰਹੀ ਹੈ। ਅਸੀਂ ਉਸ ਬਾਣੀ ਨੂੰ ਆਪਣੇ ਜੀਵਨ ਵਿੱਚ ਲਿਆਵਾਂਗੇ ਨਾ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਐ। ਅਸੀਂ ਗੁਰਬਾਣੀ ਬਣਨਾ ਹੈ, ਗੁਰਬਾਣੀ ਦਾ ਰੂਪ ਹੋਣਾ ਹੈ। ਸੋ ਇਹ ਸ਼ਬਦ ਮਹਾਰਾਜ ਜੀ ਨੇ ਉਚਾਰਨ ਕੀਤਾ। ਤੇ ਸਤਿਗੁਰੂ ਜੀ ਨੇ ਨਾ ਠੱਗਾਂ ਨੂੰ ਕਿਹਾ, ਮਹਾਰਾਜ ਜੀ ਨੇ ਠੱਗਾਂ ਨੂੰ ਕਿਹਾ ਕਿ ਭਲਿਓ ਜਾਓ, ਆਪਣੇ ਪਿੰਡ ਵਾਪਸ ਮੁੜ ਜਾਓ। ਜਦੋਂ ਆਪਣੇ ਪਿੰਡ ਵਾਪਸ ਗਏ ਨਾ ਗੁਰੂ ਕੇ ਪਿਆਰਿਓ, ਤੇ ਉਹ ਜਿਹੜੇ 25-30 ਧਾੜਵੀ ਆਏ ਸਨ, ਨੌਜਵਾਨ ਸਨ। ਤੇ ਜਦੋਂ ਪਿੰਡ ਵਾਲੇ, ਉਹਨਾਂ ਦੇ ਮਾਂ ਪਿਓ, ਹੋਰ ਰਿਸ਼ਤੇਦਾਰ, ਹੋਰ ਸਾਰੇ ਉਡੀਕਦੇ ਪਏ ਸੀਗੇ ਕਿ ਸਾਡੇ ਬੱਚੇ ਆਉਣਗੇ, ਕੁਝ ਨਾ ਕੁਝ ਲੈ ਕੇ ਆਉਣਗੇ, ਕਿਉਂਕਿ ਲੁੱਟਣ ਵਾਲਿਆਂ ਦਾ ਕੰਮ ਹੀ ਇਹ ਹੈ, ਕੁਝ ਨਾ ਕੁਝ ਲੈ ਕੇ ਆਉਣਗੇ। ਤੇ ਜਦੋਂ ਉਹ ਵਾਪਸ ਗਏ ਤੇ ਉਹਨਾਂ ਨੇ ਕਿਹਾ ਉਹ ਤੋਬਾ ਖੁਦਾ ਦੀ, ਆ ਛੱਡ ਦਿਓ ਮਾੜੇ ਕੰਮ। ਰੋਂਦੇ ਪਿੱਟਦੇ ਆਉਣ, ਉਹ ਨੌਜਵਾਨ ਦੇ ਹੱਥੜੇ ਮਾਰਦੇ, ਸਾਰੇ ਨਗਰ ਨੂੰ ਇਕੱਠਾ ਕਰ ਲਿਆ। ਥੜੇ ਦੇ ਥੱਲੇ ਇੱਕ ਸੱਥ ਹੁੰਦੀ ਸੀ ਪਿੰਡਾਂ 'ਚ ਪਹਿਲਾਂ, ਜਿੱਥੇ ਪੰਚਾਇਤ ਲੱਗਦੀ ਹੁੰਦੀ ਸੀਗੀ। ਉਹ ਸਾਰੇ ਉਸ ਥੜੇ ਤੇ ਪੰਚਾਇਤ ਘਰ 'ਚ ਇਕੱਠੇ ਹੋ ਗਏ। ਕਹਿੰਦੇ ਆਓ ਤੁਹਾਨੂੰ ਕੁਝ ਦੱਸਣਾ ਅੱਜ। ਉਹ ਜਿਹੜੇ ਨੌਜਵਾਨ ਠੱਗ ਆਏ ਸਨ, ਉਹਨਾਂ ਨੇ ਸਭ ਨੂੰ ਇਕੱਠਿਆਂ ਕਰਕੇ ਬੁਲਾ ਲਿਆ। ਉਹ ਕਹਿੰਦੇ ਜਿਹੜਾ ਰਾਤੀ ਬੰਦਾ ਆਇਆ ਸੀ ਨਾ, ਉਹ ਕੋਈ ਬੰਦਾ ਨਹੀਂ, ਉਹ ਤਾਂ ਖੁਦ ਖੁਦਾ ਹੈ। ਆਖੋ ਸਤਿਨਾਮ ਸ੍ਰੀ। ਉਹ ਤਾਂ ਖੁਦ ਰੱਬ ਹੈ। ਉਹ ਕਹਿੰਦੇ ਤੁਹਾਨੂੰ ਕੀ ਹੋ ਗਿਆ, ਪਾਗਲ ਹੋ ਗਏ ਜੇ, ਇੱਥੇ ਕੋਈ ਰੱਬ ਰੁੱਬ ਨਹੀਂ ਹੁੰਦਾ, ਇੱਥੇ ਤਾਂ ਆਪਣੀ ਉਹ ਚੱਲਦੀ ਹੈ, ਜਿਹਨੂੰ ਮਰਜ਼ੀ ਮਾਰੋ, ਜਿਹਨੂੰ ਮਰਜ਼ੀ ਫੜੋ, ਜੋ ਮਰਜ਼ੀ ਕਰੋ। ਉਹ ਕਹਿੰਦੇ ਨਹੀਂ, ਇਹ ਭੁਲੇਖੇ 'ਚ ਨਾ ਰਹੋ, ਆਪਣੀ ਤਾਂ ਤਾਕਤ ਹੀ ਬੜੀ ਥੋੜ੍ਹੀ ਜਿਹੀ, ਉਹ ਤਾਕਤ ਬੜੀ ਵੱਡੀ ਦਾ ਮਾਲਕ ਹੈ। ਮੌਤ ਤਾਂ ਆਪਾਂ ਨੂੰ ਵੀ ਆਉਣੀ ਹੈ, ਅਸੀਂ ਮੌਤ ਤੋਂ ਅਗਲੀ ਦੁਨੀਆ ਵੇਖ ਆਏ ਹਾਂ। ਆਖੋ ਸਤਿਨਾਮ ਸ੍ਰੀ। ਅਸੀਂ ਮੌਤ ਤੋਂ ਅਗਲੀ ਦੁਨੀਆ ਵੇਖ ਆਏ। ਕਹਿੰਦੇ ਕੀ ਵੇਖ ਆਏ ਹੋ? ਉਹਨਾਂ ਨੇ ਸਾਰੀ ਗੱਲ ਦੱਸੀ ਜੋ ਆਪ ਜੀ ਨੂੰ ਕੱਲ੍ਹ ਸੁਣਾਈ ਸੀ, ਕਿ ਕਿਵੇਂ ਗੁਰੂ ਸਾਹਿਬ ਜੀ ਨੇ ਇੱਕ ਬਲਦੀ ਹੋਈ ਚਿਖਾ ਵੱਲ ਹੱਥ ਕੀਤਾ। ਉੱਥੇ ਇੱਕ ਦੁਸ਼ਟ ਦੀ ਆਤਮਾ ਨੂੰ ਜੰਮ ਲੈ ਕੇ ਜਾ ਰਹੇ ਸਨ, ਤੇ ਉਸ ਜਮਾਂ ਨੇ ਬਹੁਤ ਉਹਨਾਂ ਨੂੰ ਮਾਰ ਮਾਰੀ, ਜਿਹੜੀ ਦੁਸ਼ਟ ਦੀ ਆਤਮਾ ਸੀਗੀ। ਤੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਅੱਗ ਵੱਲ ਹੱਥ ਕੀਤਾ, ਇਸ਼ਾਰਾ ਕੀਤਾ, ਤੇ ਕਹਿੰਦੇ ਅਸੀਂ ਠੱਗਾਂ ਨੇ, ਅਸੀਂ ਖੁਦ ਵੇਖਿਆ ਉੱਥੇ ਜਾ ਕੇ ਕਿ ਉਹਨਾਂ ਜਮਾਂ ਨੂੰ ਮਾਰਨ ਵਾਲੇ ਗੁਰੂ ਦੇ ਪਿਆਰੇ ਆ ਗਏ, ਰੱਬ ਦੇ ਪਿਆਰੇ ਆ ਗਏ। ਉਹਨਾਂ ਜਮਾਂ ਨੂੰ ਕੁੱਟ-ਕੁੱਟ ਕੇ ਇੱਕ ਪਾਸੇ ਲਾ ਦਿੱਤਾ, ਤੇ ਉਸ ਰੂਹ ਨੂੰ ਛਡਾ ਕੇ ਆਪਣੇ ਨਾਲ ਲੈ ਗਏ। ਤੇ ਉਹਨਾਂ ਨੂੰ ਪੁੱਛਿਆ ਸੀ ਇਹਨੂੰ ਕਿਉਂ ਛਡਾਇਆ ਜੇ? ਕਹਿੰਦੇ ਜਿਹਨੂੰ ਤੁਸੀਂ ਮਾਰਨ ਵਾਲੇ ਆਏ ਹੋ ਨਾ, ਮਾਰਨ ਵਾਸਤੇ ਆਏ ਹੋ ਗੁਰੂ ਨਾਨਕ ਮਹਾਰਾਜ ਨੂੰ, ਉਸ ਦੀ ਮਿਹਰ ਦੀ ਨਿਗਾਹ ਨੇ ਇਹਨੂੰ ਤਾਰਿਆ ਹੈ। ਆਖੋ ਸਤਿਨਾਮ ਸ੍ਰੀ। ਉਹਨਾਂ ਨੇ ਮਿਹਰ ਦੀ ਨਿਗਾਹ ਕੀਤੀ, ਇੱਧਰ ਨੂੰ ਹੱਥ ਕੀਤਾ ਹੈ, ਤੇ ਜਿੱਧਰ ਨੂੰ ਗੁਰੂ ਨਾਨਕ ਦਾ ਹੱਥ ਹੈ ਉਧਰ ਨੂੰ ਰੱਬ ਦਾ ਹੱਥ ਹੈ। ਕਿਉਂਕਿ ਗੁਰੂ ਨਾਨਕ ਨੂੰ ਵਾਹਿਗੁਰੂ ਨੇ ਆਪ ਕਹਿ ਕੇ ਭੇਜਿਆ ਕਿ ਜਿਸ ਉੱਪਰ ਨਾਨਕ ਜਿਸ ਉੱਪਰ ਤੇਰੀ ਨਜ਼ਰ, ਉਸ ਉੱਪਰ ਮੇਰੀ ਨਜ਼ਰ ਹੈ। ਜਿੰਦੇ ਤੇ ਤੂੰ ਖੁਸ਼ ਹੈ, ਉਹਦੇ ਤੇ ਮੈਂ ਖੁਸ਼ ਹਾਂ। ਇਹ ਵਾਹਿਗੁਰੂ ਨੇ ਕਹਿ ਕੇ ਭੇਜਿਆ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਕਲਾ ਵਰਤਾਈ, ਤੇ ਵੇਖੋ ਠੱਗ ਬੰਦੇ ਕਿਤੇ ਇੱਦਾਂ ਸਮਝਣ ਵਾਲੇ ਸਨ, ਨਹੀਂ ਸਮਝਦੇ। ਆਖੋ ਸਤਿਨਾਮ ਸ੍ਰੀ। ਉਹ ਵਿਚਾਰ ਨਾਲ ਸਮਝਦੇ ਨਹੀਂ, ਉਹਨਾਂ ਦੇ ਸਾਹਮਣੇ ਮਹਾਰਾਜ ਦੀ ਕਲਾ ਵਰਤੀ, ਫਿਰ ਕਲਾ ਨਾਲ ਸਮਝ ਸਕਦੇ ਆ। ਤੇ ਜਦੋਂ ਕਲਾ ਵਰਤੀ ਨਾ,
ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਲਾ ਸੁਣ ਕੇ ਇਹਨਾਂ ਸਭਨਾਂ ਨੇ ਪਿੰਡ ਦੇ ਲੋਕਾਂ ਨੂੰ ਇਕੱਠਿਆਂ ਕਰ ਲਿਆ ਤੇ ਉਹ ਮੰਨਣ ਹੀ ਨਾ। ਕਿਉਂਕਿ ਬੰਦੇ 'ਚ ਜਦੋਂ ਸ਼ੱਕ ਦੀ ਬਿਰਤੀ ਹੁੰਦੀ ਹੈ ਨਾ, ਉਹ ਮੰਨਦਾ ਹੀ ਨਹੀਂ ਹੈ। ਅੱਜ ਵੀ ਕਈ ਵਾਰੀ ਇਸ ਤਰ੍ਹਾਂ ਦੀਆਂ ਵੀਡੀਓ ਬਣ ਜਾਂਦੀਆਂ, ਜਿਵੇਂ ਹਰਿਮੰਦਰ ਸਾਹਿਬ ਦੇ ਵਿੱਚ ਕਈਆਂ ਦੇ ਕੈਂਸਰ ਠੀਕ ਹੋ ਜਾਂਦੇ ਹੈ, ਕਈਆਂ ਦੀਆਂ ਅੱਖਾਂ ਦੀ ਰੌਸ਼ਨੀ ਆ ਜਾਂਦੀ ਹੈ, ਕਈਆਂ ਨੂੰ ਕੀ ਕੁਝ ਮਿਲ ਜਾਂਦਾ। ਉਹ ਕਲਾ ਵਰਤਦੀ ਹੁੰਦੀ ਹੈ ਤੇ ਕਿਸੇ ਦੇ ਭਾਗਾਂ 'ਚ ਹੁੰਦੀ ਹੈ ਉਹ। ਪਰ ਜਿਹੜੇ ਬਿਰਤੀ ਜਿਨ੍ਹਾਂ ਦੀ ਮਾੜੀ, ਉਹ ਕਹਿੰਦੇ ਪਲੈਨਡ ਕੀਤੇ ਹੋਏ ਹੁੰਦਾ ਵੀ ਇੱਦਾਂ। ਧਰਮ ਦੇ ਨਾਮ 'ਤੇ ਪਖੰਡ ਵੀ ਬਹੁਤੇ ਲੋਕ ਕਰਦੇ ਆ। ਜਿਵੇਂ ਬਹੁਤੇ ਲੋਕ ਸਾਡੇ ਪੰਜਾਬ ਦੇ ਵਿੱਚ ਚਿੱਟੇ ਜਿਹੇ ਕੱਪੜੇ ਪਾ ਕੇ ਹੁਣ ਆਪਣੇ ਈਸਾਈਅਤ ਦਾ ਪ੍ਰਚਾਰ ਕਰਨ ਵਾਸਤੇ ਬਹੁਤੇ ਲੋਕ ਪਖੰਡ ਵੀ ਕਰਦੇ ਆ, ਪਲੈਨਡ ਕੀਤੇ ਹੁੰਦੇ ਆ। ਇੱਦਾਂ ਸ਼ੈਤਾਨ ਆ ਗਿਆ, ਐਂ ਹੋ ਗਿਆ। ਉਹ ਜਿਹੜੀ ਪਖੰਡ ਵਾਲੀ ਬਿਰਤੀ, ਐਕਟਿੰਗ ਕਰਨ ਵਾਲੀ ਬਿਰਤੀ ਆ, ਉਹ ਸੱਚ ਨੂੰ ਵੀ ਪ੍ਰਗਟ ਨਹੀਂ ਹੋਣ ਦਿੰਦੀ। ਵੇਖੋ, ਇੱਕ ਬੰਦਾ ਸੱਚ ਬੋਲ ਰਿਹਾ, ਇੱਕ ਬੰਦਾ ਝੂਠ ਬੋਲ ਰਿਹਾ, ਤੇ ਝੂਠ ਬੋਲਣ ਵਾਲੇ 100 ਬੰਦੇ ਹੋਣ, ਉਹਨਾਂ 'ਚੋਂ ਇੱਕ ਬੰਦਾ ਉਹੀ ਸੱਚ ਬੋਲ ਰਿਹਾ ਹੋਵੇ, ਤੇ ਉਹ 100 ਬੰਦੇ ਜਿਹੜੇ ਝੂਠ ਬੋਲ ਰਹੇ ਨਾ, ਉਹਨਾਂ ਦਾ ਜਦੋਂ 100 ਦਾ ਝੂਠ ਫੜਿਆ ਜਾਂਦਾ, ਜਿਹੜਾ ਇੱਕ ਸੱਚਾ ਨਾ, ਉਹਨੂੰ ਵੀ ਝੂਠਾ ਨਾਲ ਮੰਨ ਲਿਆ ਜਾਂਦਾ। ਆਖੋ ਸਤਿਨਾਮ ਸ੍ਰੀ। ਕਿਉਂਕਿ 100 ਬੰਦੇ ਉਹੀ ਗੱਲ ਝੂਠੀ ਬੋਲ ਰਹੇ ਸਨ, ਇੱਕ ਬੰਦਾ ਉਹੀ ਇੱਕ ਗੱਲ ਸੱਚੀ ਬੋਲ ਰਿਹਾ ਸੀਗਾ। ਉਹ ਗਿਣਤੀ ਜ਼ਿਆਦਾ ਝੂਠਿਆਂ ਦੀ ਹੋਣ ਕਰਕੇ ਉਹ ਇੱਕ ਸੱਚ ਨੂੰ ਵੀ ਪ੍ਰਵਾਨ ਕਰਨ ਨੂੰ ਤਿਆਰ ਨਹੀਂ। ਇਸੇ ਤਰ੍ਹਾਂ ਗੁਰੂ ਦੀ ਕਲਾ ਤਾਂ ਅੱਜ ਵੀ ਵਰਤਦੀ ਹੈ, ਪਰ ਧਰਮ ਦੇ ਨਾਮ 'ਤੇ ਪਖੰਡ ਬੜਾ, ਇਸ ਕਰਕੇ ਲੋਕਾਂ 'ਚ ਸ਼ੱਕ ਬੜਾ ਕਿ ਨਹੀਂ ਹੁੰਦਾ ਇੱਦਾਂ ਕੁਝ। ਆਖੋ ਸਤਿਨਾਮ ਸ੍ਰੀ। ਉਹ ਸ਼ੱਕ ਬੜਾ ਹੈ, ਨਹੀਂ ਹੁੰਦਾ ਤਾਂ ਹੈ, ਪਰ ਉੱਦਾਂ ਨਹੀਂ ਹੁੰਦਾ ਜਿੱਦਾਂ ਤੁਸੀਂ ਕਰਦੇ ਹੋ। ਉੱਦਾਂ ਨਹੀਂ ਹੁੰਦਾ, ਉੱਦਾਂ ਨਾ ਕੁਝ ਹੋਏਗਾ ਨਾ ਹੋਏਗਾ। ਇਹ ਰਹਿਮਤ ਹੈ। ਵੇਖੋ, ਰਹਿਮਤ ਜਿਹੜੀ ਹੁੰਦੀ ਹੈ ਨਾ, ਉਹ ਕਿਸੇ ਦੀ ਮੁਹਤਾਜ ਨਹੀਂ ਹੁੰਦੀ। ਰਹਿਮਤ ਇਸ ਤਰ੍ਹਾਂ ਦਾ ਸੁੱਚ ਨਹੀਂ ਹੈ ਕਿ ਮੈਂ ਵੇਖੋ ਹੁਣ ਮੈਨੂੰ ਠੰਡੀ ਹਵਾ ਚਾਹੀਦੀ ਏਸੀ ਵਾਲੀ, ਏਸੀ ਮੇਰੇ ਕੰਟਰੋਲ 'ਚ ਹੈ, ਪਰ ਸਿਆਲ ਮੇਰੇ ਕੰਟਰੋਲ 'ਚ ਥੋੜ੍ਹੀ ਹੈ ਕਿ ਮੈਂ ਕਹਾਂ ਸਿਆਲ ਹੁਣੇ ਆਵੇ, ਹੁਣੇ ਥੋੜ੍ਹੀ ਆਏਗਾ, ਆਪਣੀ ਮਰਜ਼ੀ ਨਾਲ ਆਏਗਾ। ਮੀਂਹ ਮੇਰੇ ਕੰਟਰੋਲ 'ਚ ਥੋੜ੍ਹੀ ਹੈ, ਪਾਣੀ ਦਾ ਫੁਹਾਰਾ ਤਾਂ ਮੇਰੇ ਕੰਟਰੋਲ 'ਚ ਹੈ। ਉਹ ਤਾਂ ਮੈਂ ਜਦੋਂ ਮਰਜ਼ੀ ਟੂਟੀ ਖੋਲ੍ਹਾਂ, ਪਾਣੀ ਛੱਡ ਲਵਾਂ ਠੰਡਾ ਆਪਣੇ ਦੇ, ਤੇ ਭਲੇ ਉਹ ਤਾਂ ਰੱਬ ਦੀ ਰਹਿਮਤ ਹੈ ਨਾ। ਮੀਂਹ ਕਦੋਂ ਪਏਗਾ, ਕਿਵੇਂ ਪਾਉਣਾ, ਉਹ ਉਹਦੇ ਹੱਥ ਵਿੱਚ ਹੈ। ਇਸੇ ਤਰ੍ਹਾਂ ਗੁਰੂ ਕੇ ਪਿਆਰਿਓ, ਜਿਹੜੀਆਂ ਰੱਬੀ ਰਹਿਮਤਾਂ ਹੁੰਦੀਆਂ ਨੇ, ਉਹ ਰੱਬ ਦੇ ਹੱਥ ਵਿੱਚ ਹੁੰਦੀਆਂ। ਉਹ ਆਪਣੀ ਮਰਜ਼ੀ ਨਾਲ ਵਰਤਾਉਂਦਾ ਹੈ, ਕਿਸੇ ਦੇ ਕਹਿਣ 'ਤੇ ਨਹੀਂ। ਆਖੋ ਸਤਿਨਾਮ ਸ੍ਰੀ। ਗੁਰੂ ਵੀ ਆਪਣੀ ਕਲਾ ਵਿਖਾ ਦਿੰਦਾ ਕਿਤੇ, ਪਰ ਧੱਕੇ ਨਾਲ ਨਹੀਂ। ਜਦੋਂ ਦੀ ਮੌਜ ਆਉਂਦੀ ਹੈ, ਚੋਜੀ ਮੇਰੇ ਪਿਆਰਿਆ, ਚੋਜੀ ਮੇਰੇ ਗੋਬਿੰਦਾ। ਉਹ ਵੇਖੋ, ਜਾਂਦੇ ਤਾਂ ਬੜੇ ਹੋਣੇ ਹਰਿਮੰਦਰ ਸਾਹਿਬ 'ਚ ਰੋਜ਼ ਲੋਕੀ ਲੱਖਾਂ ਦੇ ਹਿਸਾਬ ਨਾਲ ਅਰਦਾਸਾਂ ਕਰਦੇ। ਕੈਂਸਰ ਵਾਲੇ ਵੀ ਬੜੇ ਜਾਂਦੇ ਹੋਣੇ ਆ, ਤੇ ਕਈ ਲੋਕ ਹੋਣਗੇ ਕਹਿਣਗੇ ਸਾਡਾ ਕੈਂਸਰ ਠੀਕ ਹੋ ਜਾਏਗਾ, ਪਰ ਸਭ ਦਾ ਨਹੀਂ ਹੋਏਗਾ। ਜਿੰਦਾ ਗੁਰੂ ਕਰੇਗਾ ਉਹਦਾ ਹੀ ਹੋਏਗਾ। ਆਖੋ ਸਤਿਨਾਮ ਸ੍ਰੀ। ਇਹਨੂੰ ਕਹਿੰਦੇ ਕਲਾ ਵਰਤਦੀ ਰਹਿਮਤ ਕਦੇ ਕਿਸੇ ਦੀ ਮੁਹਤਾਜ ਨਹੀਂ ਹੁੰਦੀ। ਹਮੇਸ਼ਾ ਯਾਦ ਰੱਖਣਾ, ਰਹਿਮਤ ਨਹੀਂ ਕਦੇ ਵੀ ਕਿਸੇ ਦੀ ਮੁਹਤਾਜ ਹੁੰਦੀ। ਜਿਹੜੀ ਸਾਡੀ ਮਿਹਨਤ ਹੁੰਦੀ ਹੈ, ਉਹ ਮੁਹਤਾਜ ਹੁੰਦੀ ਹੈ, ਹਮੇਸ਼ਾ ਹੀ ਮੁਹਤਾਜ ਹੁੰਦੀ ਹੈ। ਮਿਹਨਤ ਕਰਕੇ ਤੁਸੀਂ ਕੁਝ ਵੀ ਆਪਣੇ ਅੰਦਰ ਥੋੜ੍ਹੇ ਸਮੇਂ 'ਚ ਕੰਟਰੋਲ ਕਰ ਸਕਦੇ ਹੋ, ਪਰ ਰਹਿਮਤ ਕਿਸੇ ਦੀ ਮੁਹਤਾਜ ਨਹੀਂ। ਤੇ ਜਦੋਂ ਰਹਿਮਤ ਵਰਤਦੀ ਆ, ਉਦੋਂ ਮਿਹਨਤ ਨਹੀਂ ਵੇਖੀ ਜਾਂਦੀ, ਉਦੋਂ ਤਾਂ ਬਹੁਤ ਕੁਝ ਮਿਲ ਜਾਂਦਾ ਹੈ। ਬਿਨਾਂ ਪ੍ਰਯਾਸ ਤੋਂ ਵੀ ਬੜਾ ਕੁਝ ਮਿਲ ਜਾਂਦਾ ਹੈ। ਇਸ ਕਰਕੇ ਗੁਰੂ ਘਰ ਦੇ ਵਿੱਚ ਮਿਹਨਤ ਨੂੰ ਪ੍ਰਵਾਨ ਕੀਤਾ ਹੈ, ਪਰ ਮਿਹਨਤ ਨੂੰ ਸਭ ਤੋਂ ਵੱਡਿਆ ਨਹੀਂ ਮੰਨਿਆ, ਰਹਿਮਤ ਨੂੰ ਸਭ ਤੋਂ ਵੱਡਿਆ ਮੰਨਿਆ ਕਿ ਗੁਰੂ ਦੀ ਰਹਿਮਤ ਵੱਲ, ਬਖਸ਼ਿਸ਼ ਵੱਲ ਵੇਖਿਆ ਕਰ, ਕਿਰਪਾ ਵੱਲ ਵੇਖਿਆ ਕਰ ਕਿ ਗੁਰੂ ਦੀ ਕਿਰਪਾ ਨਾਲ ਤੂੰ ਹੋ ਸਕਦਾ ਜੇ ਕਰੋੜਾਂ ਪਾਪ ਕੀਤੇ ਹੋਣ, ਸਿਰੇ ਦਾ ਬੇਈਮਾਨ ਹੋਵੇਂ, ਜੇ ਤੇਰੇ ਤੇ ਗੁਰੂ ਖੁਸ਼ ਹੋ ਜਾਏ, ਇੱਕ ਸਕਿੰਟ 'ਚ ਠੱਗ ਤੋਂ ਸੱਜਣ ਬਣਾ ਦਿੰਦਾ। ਆਖੋ ਸਤਿਨਾਮ ਸ੍ਰੀ। ਇੱਕ ਸਕਿੰਟ ਨਹੀਂ ਲਾਉਂਦਾ, ਇੱਕ ਸਕਿੰਟ ਨਹੀਂ ਤੇ ਸਾਰੀ ਉਮਰ। ਕਈ ਬੰਦੇ ਸਭ ਚੰਗੇ ਕੰਮ ਕਰਦੇ ਆ, ਪਰ ਉਹਨਾਂ ਨੂੰ ਰਹਿਮਤ 'ਤੇ ਯਕੀਨ ਨਹੀਂ, ਖਾਲੀ ਦੇ ਖਾਲੀ ਰਹਿ ਜਾਂਦੇ ਆ। ਮਿਹਨਤ ਪ੍ਰਵਾਨ ਹੈ ਗੁਰੂ ਘਰ ਦੇ ਵਿੱਚ, ਪਰ ਰਹਿਮਤ ਤੋਂ ਬਗੈਰ ਨਹੀਂ ਜੇ ਕੁਝ ਵੀ ਮਿਲਦਾ, ਬਖਸ਼ਿਸ਼ ਤੋਂ ਬਗੈਰ ਕੁਝ ਵੀ ਨਹੀਂ ਮਿਲਦਾ। ਸਭ ਗੁਣ ਮਹਾਰਾਜ ਨੇ ਕਿਹਾ ਨਾ, ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਉਹਦੇ 'ਚ ਇੱਕ ਸ਼ਬਦ ਕਿਹਾ ਹੈ, ਮਹਾਰਾਜ ਕਹਿੰਦੇ, ਮਹਾਰਾਜ ਜੀ ਨੇ ਉੱਥੇ ਬਾਣੀ 'ਚ ਆਖਿਆ ਨਾ, ਤੀਰਥ ਨਹਾਵਾਂ ਜਾਂ ਤਿਸ ਭਾਵਾਂ, ਵਿਣ ਭਾਣੇ ਕੇ ਨਹਾਏ ਕਰੀ, ਜੇਤੀ ਸ੍ਰਿਠ ਉਪਾਈ ਵੇਖਾਂ, ਵਿਣ ਕਰਮਾਂ ਕੇ ਮਿਲਿਆ ਰਹੀ। ਰੱਬ ਦੀ ਬਖਸ਼ਿਸ਼ ਤੋਂ ਬਗੈਰ ਦੱਸੋ ਕਿਹਨੂੰ ਕੀ ਕੁਝ ਮਿਲਿਆ? ਕੁਝ ਵੀ ਨਹੀਂ ਮਿਲਿਆ। ਬਖਸ਼ਿਸ਼ ਦੇ ਨਾਲ ਹੀ ਮਿਲਦਾ ਹੈ ਨਾ।
ਤੇ ਬਖਸ਼ਿਸ਼ ਕਿਵੇਂ ਹੁੰਦੀ ਹੈ ਉਹ ਵੀ ਮਹਾਰਾਜ ਜੀ ਨੇ ਦੱਸੀ ਕਿ ਗੁਰੂ ਦੀ ਮੱਤ ਧਾਰਨ ਕਰਨ ਨਾਲ। ਤੇ ਗੁਰੂ ਦੀ ਮੱਤ ਕੀ ਹੈ ਕਿ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ, ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਅਸੀਂ ਰੱਬ ਨੂੰ ਨਹੀਂ ਭੁੱਲਣਾ, ਉਹਦੇ ਤੇ ਯਕੀਨ ਰੱਖਣਾ, ਉਹਦੇ ਤੇ ਡਿਪੈਂਡ ਰਹਿਣਾ, ਉਹਦੀ ਰਹਿਮਤ ਵੱਲ ਵੇਖਣਾ ਹੈ। ਤੇ ਰਹਿਮਤ ਉਹਦੀ ਕਿਹੜੇ ਕਿਹੜੇ ਕਰਮਾਂ ਨਾਲ ਵਰਤਦੀ ਉਹ ਵੀ ਦੱਸਿਆ। ਜੇ ਜ਼ਿਆਦਾ ਲੈਣਾ ਚਾਹੁੰਦੇ ਹੋ, ਜਲਦੀ ਲੈਣਾ ਚਾਹੁੰਦੇ ਹੋ, ਉਹ ਵੀ ਗੁਰਬਾਣੀ ਨੇ ਦੱਸਿਆ ਹੈ। ਸੋ ਖੈਰ, ਜਿਹੜੀ ਮੈਂ ਗੱਲ ਕਰ ਰਿਹਾ ਸੀਗਾ, ਉੱਥੇ ਸਾਹਿਬ ਜੀ ਦੀ ਕਲਾ ਵਰਤੀ, ਰਹਿਮਤ ਵਰਤੀ ਉਹ ਠੱਗਾਂ ਤੇ। ਉੱਦਾਂ ਠੱਗ ਨਹੀਂ ਸੀ ਸਮਝਣ ਵਾਲੇ, ਇਹ ਕਲਾ ਵਰਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਠੱਗਾਂ ਤੇ ਉਹਨਾਂ ਨੇ ਆ ਕੇ ਜਦੋਂ ਆਪਣੇ ਪਿੰਡ ਦੇ ਵਿੱਚ ਸਭ ਨੂੰ ਇਕੱਠਿਆਂ ਕਰ ਲਿਆ ਤੇ ਉਹ ਕਹਿਣ ਲੱਗੇ ਤੁਸੀਂ ਝੂਠ ਬੋਲਦੇ ਹੋ ਤੇ ਤੁਸੀਂ ਉਹਨਾਂ ਨੂੰ ਮਾਰ ਮੂਰ ਕੇ ਕਿਤੇ ਮੁਕਾ ਦਿੱਤਾ ਹੋਣਾ, ਪੈਸਾ ਹੁਣ ਤੁਹਾਡਾ ਲਾਲਚ ਵੱਧ ਗਿਆ ਹੈ ਤੇ ਤੁਸੀਂ ਸਾਨੂੰ ਪੈਸੇ ਨਹੀਂ ਦਿੰਦੇ ਪਏ, ਅਸੀਂ ਤੁਹਾਡੇ ਤੇ ਯਕੀਨ ਨਹੀਂ ਕਰਦੇ। ਕਹਿੰਦੇ ਭਲਿਓ, ਜਦੋਂ ਤੁਸੀਂ ਖੁਦ ਉਹਨਾਂ ਨੂੰ ਆਪਣੇ ਅੱਖਾਂ ਨਾਲ ਵੇਖ ਲਓਗੇ ਨਾ ਫਿਰ ਯਕੀਨ ਆਏਗਾ। ਇੰਨੇ ਚਿਰ ਨੂੰ ਕੀ ਹੋਇਆ, ਸੱਚੇ ਪਾਤਸ਼ਾਹ ਜੀ ਆ ਗਏ। ਇਹਨਾਂ ਨੇ ਬੜਾ ਸੋਹਣਾ ਥਾਂ ਵਿਛਾ ਵਿਛੂ ਕੇ ਨਾ ਮਹਾਰਾਜ ਜੀ ਵਾਸਤੇ ਬਣਾ ਲਿਆ। ਸਤਿਗੁਰੂ ਜੀ ਭਾਈ ਮਰਦਾਨੇ ਦੇ ਨਾਲ ਆ ਕੇ ਬਹਿ ਗਏ ਤੇ ਇਹਨਾਂ ਨੇ ਨਾ ਕੁਝ ਭੇਟਾਵਾਂ ਲਿਆ ਕੇ ਰੱਖ ਦਿੱਤੀਆਂ। ਕੋਈ ਆਪਣੇ ਘਰੋਂ ਗਹਿਣੇ ਲੈ ਆਇਆ, ਕੋਈ ਸੋਨਾ ਲੈ ਆਇਆ, ਕੋਈ ਹੀਰੇ, ਜੋ ਇਹਨਾਂ ਦੇ ਕੋਲ ਸੀ ਖਾਣ ਵਾਲਾ ਸਭ ਕੁਝ ਲੈ ਆਇਆ। ਤੇ ਆ ਕੇ ਸਾਰੇ ਠੱਗ ਕਹਿੰਦੇ ਮਹਾਰਾਜ ਸਾਡਾ ਭਲਾ ਕਰੋ, ਅਸੀਂ ਇਹਨਾਂ ਪਾਪਾਂ ਤੋਂ ਖਹਿੜਾ ਛਡਾਉਣਾ ਚਾਹੁੰਦੇ ਹਾਂ, ਮਾੜੇ ਕੰਮਾਂ ਤੋਂ ਖਹਿੜਾ ਛਡਾਉਣਾ ਚਾਹੁੰਦੇ ਹਾਂ, ਤੇ ਤੁਸੀਂ ਸਾਡੀ ਆ ਭੇਟਾ ਪ੍ਰਵਾਨ ਕਰੋ, ਸਾਨੂੰ ਬਖਸ਼ ਲਓ, ਸਾਨੂੰ ਮੰਦੇ ਕੰਮਾਂ ਤੋਂ ਛਡਾਓ। ਤੇ ਮਹਾਰਾਜ ਕਹਿਣ ਲੱਗੇ ਭਲਿਓ, ਇਹ ਚੀਜ਼ ਤਾਂ ਮੈਨੂੰ ਚਾਹੀਦੀ ਹੋਈ ਨਹੀਂ। ਆਖੋ ਸਤਿਨਾਮ ਸ਼੍ਰੀ। ਜਿਹੜੀ ਚੀਜ਼ ਤੁਸੀਂ ਮੇਰੇ ਕੋਲੇ ਲੈ ਕੇ ਆਏ ਹੋ ਇਹ ਚੀਜ਼ ਨਹੀਂ ਮੈਨੂੰ ਚਾਹੀਦੀ, ਕਿਉਂਕਿ ਕੰਚਨ ਸਿਉ ਪਾਈਐ ਨਹੀਂ ਤੋਲ। ਸੋਨੇ ਨਾਲ ਪੈਸੇ ਨਾਲ ਗੁਰੂ ਖੁਸ਼ ਨਹੀਂ ਹੁੰਦਾ। ਕਾਹਦੇ ਨਾਲ ਹੁੰਦਾ ਹੈ? ਮਹਾਰਾਜ ਕਹਿੰਦੇ ਮਨ ਦੇ ਲਿਆ ਹੈ ਮੋਲ। ਸਾਹਿਬ ਜੀ ਕਹਿੰਦੇ ਮੈਨੂੰ ਆਪਣੇ ਮਨ ਦਿਓ, ਜਿਹੜੀ ਮਾੜੀ ਸੋਚ ਰੱਖੀ ਫਿਰਦੇ ਹੋ ਨਾ ਇਹ ਮੈਨੂੰ ਫੜਾ ਦਿਓ। ਮਾੜੀ ਸੋਚ ਜਿਹੜੇ ਤੁਹਾਡੇ ਔਗਣ ਆ ਨਾ ਮੈਨੂੰ ਦੇ ਦਿਓ, ਇਹਨੂੰ ਮੈਂ ਕਨਵਰਟ ਕਰਾਂਗਾ। ਗੁਰੂ ਬਦਲਦਾ ਹੈ, ਲੋਹਾ ਲੈ ਲੈਂਦਾ ਸੋਨਾ ਦੇ ਦਿੰਦਾ, ਗੁਰੂ ਚੇਂਜ ਕਰਕੇ ਦਿੰਦਾ, ਪੱਥਰ ਲੈ ਲੈਂਦਾ ਪਾਰਸ ਬਣਾ ਦਿੰਦਾ ਹੈ, ਗੁਰੂ ਚੇਂਜ ਕਰਦਾ। ਮਹਾਰਾਜ ਕਹਿੰਦੇ ਲਿਆ ਤੇਰਾ ਗੰਦਾ ਸਿਰ ਹੈ, ਹੋਰ ਨਹੀਂ ਕਿਸੇ ਨੇ ਵੀ ਲੈਣਾ ਤੈਨੂੰ। ਵੇ ਦੁਨੀਆ 'ਚ ਕੋਈ ਰੱਖਣ ਨੂੰ ਤਿਆਰ ਨਹੀਂ, ਤੇਰੇ ਨਾਲ ਕੋਈ ਬਹਿਣ ਨੂੰ ਤਿਆਰ ਨਹੀਂ, ਕੋਈ ਤੈਨੂੰ ਪਸੰਦ ਨਹੀਂ ਕਰਦਾ, ਕੋਈ ਲਾਇਕ ਨਹੀਂ ਕਰਦਾ। ਆ ਤੂੰ ਮੇਰੇ ਕੋਲੇ ਆ ਜਿਹੜੀ ਚੀਜ਼ ਤੇਰੀ ਸਾਰਿਆਂ ਨਾਲ ਨਫ਼ਰਤ ਕਰਾਉਂਦੀ ਹੈ ਨਾ ਉਹ ਮੈਨੂੰ ਦੇ ਜਾ। ਆ ਸਾਰੀ ਚੀਜ਼ ਜਿਹੜੀ ਤੇਰੇ ਨਫ਼ਰਤ ਦਾ ਕਾਰਨ ਬਣੀ ਹੋਈ ਨਾ, ਆ ਜਿਹੜੀ ਖੋਪੜੀ 'ਚ ਗੰਦੀ ਸੋਚ ਭਰੀ ਪਈ ਹੈ, ਇੱਥੇ ਚਰਨਾਂ 'ਤੇ ਰੱਖ ਦੇ, ਜੋੜੇ ਘਰ 'ਚ ਰੱਖ ਦੇ ਤੇ ਮੇਰੇ ਕੋਲੇ ਆ, ਮੇਰੀ ਮੱਤ ਲੈ ਜਾ। ਮੈਨੂੰ ਸਾਰੇ ਹੀ ਮਹਾਨ ਕਹਿੰਦੇ। ਆਖੋ ਸਤਿਨਾਮ ਸ਼੍ਰੀ। ਗੁਰੂ ਨਾਨਕ ਨੂੰ ਸਾਰੇ ਹੀ ਮੱਥਾ ਟੇਕਦੇ। ਕਿਉਂ ਟੇਕਦੇ? ਗੁਰੂ ਨਾਨਕ ਹੈ ਹੀ ਮਹਾਨ, ਸਾਹਿਬ ਜੀ ਹੈ ਹੀ ਮਹਾਨ। ਤੇ ਕਹਿੰਦੇ ਉਹ ਮਹਾਨ ਕਿਉਂ ਆ? ਮੇਰੀ ਸੋਚ ਪੜ੍ਹ, ਮੇਰੀ ਗੁਰਬਾਣੀ ਪੜ੍ਹ, ਮੇਰੇ ਵਿਚਾਰ ਪੜ੍ਹ ਕਿ ਮੈਂ ਮਹਾਨ ਕਿਉਂ ਆ, ਮੇਰੇ ਕੰਮ ਪੜ੍ਹ ਮੈਂ ਕਿਉਂ ਮਹਾਨ ਆ। ਗੁਰੂ ਸਾਹਿਬ ਜੀ ਦਾ ਜੀਵਨ ਪੜ੍ਹੀਏ, ਇਤਿਹਾਸ ਪੜ੍ਹੀਏ, ਕਿਉਂ ਮਹਾਨ ਆ? ਕਿਉਂਕਿ ਉਹਨਾਂ ਦੇ ਵਿੱਚ ਰੱਬੀ ਪਿਆਰ ਹੈ, ਰੱਬੀ ਜੋਤ ਹੈ, ਇੰਨੀ ਮੁਹੱਬਤ ਹੈ। ਨਾ ਮਾਂ ਦੀ ਪਰਵਾਹ, ਨਾ ਦੁਨੀਆ ਦੀ ਪਰਵਾਹ, ਨਾ ਲੋਕਾਂ ਦੀ ਪਰਵਾਹ, ਨਾ ਕਿਸੇ, ਇੱਕ ਵਾਹਿਗੁਰੂ ਦੀ ਪਰਵਾਹ। ਮਹਾਰਾਜ ਨੇ ਕਿਹਾ ਕੋਈ ਆਖੈ ਭੂਤਨਾ, ਕੋ ਕਹਿ ਬੇਤਾਲਾ, ਕੋਈ ਆਖੈ ਆਦਮੀ, ਨਾਨਕ ਵਿਚਾਰਾ, ਹੋਂ ਭਇਆ ਦੀਵਾਨਾ ਸ਼ਾਹ ਕਾ, ਨਾਨਕ ਬੌਰਾਨਾ। ਮਹਾਰਾਜ ਕਹਿੰਦੇ ਮੈਂ ਪਾਗਲ ਹਾਂ, ਪਰ ਕਹਿੰਦਾ ਰੱਬ ਦਾ ਪਾਗਲ ਹਾਂ। ਆਖੋ ਸਤਿਨਾਮ ਸ਼੍ਰੀ। ਰੱਬ ਨੂੰ ਪਾਉਣ ਦਾ ਮੇਰੇ ਅੰਦਰ ਜਨੂਨ ਇੰਨਾ ਕਰੇਜ ਹੈ ਮੇਰੇ ਅੰਦਰ ਰੱਬ ਨੂੰ ਪਾਉਣ ਦਾ, ਮੈਨੂੰ ਦੁਨੀਆ ਦੀ ਹੁਣ ਪਰਵਾਹ ਹੀ ਨਹੀਂ ਹੈ, ਪਰਵਾਹ ਹੀ ਨਹੀਂ ਹੈ। ਤੇ ਇਹ ਚੀਜ਼ ਲੈ ਕੇ ਆ ਨਾ ਆਪਦੇ 'ਚ, ਇਹ ਲੈ ਕੇ, ਇਹ ਆਏਗੀ ਕਿਵੇਂ? ਗੁਰੂ ਕੋਲ ਆਵਾਂਗੇ। ਮਹਾਰਾਜ ਕਹਿੰਦੇ ਨਹੀਂ ਭਲਿਓ, ਇਹ ਤੁਹਾਡੀਆਂ ਲੁੱਟੀਆਂ ਚੀਜ਼ਾਂ ਮੈਨੂੰ ਨਹੀਂ ਚਾਹੀਦੀਆਂ, ਮੈਂ ਤੁਹਾਡੇ ਪਾਪਾਂ ਦਾ ਭਾਗੀ ਨਹੀਂ ਬਣਨਾ। ਤੇ ਗੁਰੂ ਸੱਚੀ ਗੱਲ ਜੇ ਬੇਈਮਾਨੀ ਦੀ ਕਮਾਈ ਨਹੀਂ ਜੇ ਪ੍ਰਵਾਨ ਕਰਦਾ। ਇਹ ਸਾਡੇ ਬਾਬੇ, ਕੋਈ ਪਖੰਡੀ ਬਾਬੇ ਲੈ ਕੇ ਦਸਵੰਧ ਕਹਿ ਸਕਦੇ, ਸਰੋਪਾ ਦੇ ਸਕਦੇ, ਗੁਰੂ ਨਾਨਕ ਨਹੀਂ। ਮਹਾਰਾਜ ਨੇ ਕਿਹਾ ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਮਹਾਰਾਜ ਕਹਿੰਦੇ ਤੇਰੀ ਹਾਮੀ ਉਹ ਮੈਂ ਤਾਂ ਭਰਨੀ ਆ ਜੇ ਬੇਈਮਾਨੀ ਨਹੀਂ ਕਰੇਗਾ, ਤੇ ਹੱਕ ਸੱਚ ਦੀ ਕਮਾਈ ਕਰੇਗਾ। ਤੇ ਕਹਿਣ ਲੱਗੇ ਮਹਾਰਾਜ ਕੀ ਕਰੀਏ? ਸਾਹਿਬ ਜੀ ਕਹਿੰਦੇ ਜਿਨ੍ਹਾਂ ਦਾ ਲੁੱਟਿਆ ਜੇ ਉਹਨਾਂ ਨੂੰ ਦੇ ਦਿਓ, ਨਹੀਂ ਪਤਾ ਤੇ ਗਰੀਬਾਂ 'ਚ ਵੰਡ ਦਿਓ, ਰੱਬ ਦੇ ਨਾਂ 'ਤੇ ਵੰਡ ਦਿਓ।
ਆਪਣੇ ਨਾਂ 'ਤੇ ਨਾ ਵੰਡਿਆ ਜੇ, ਰੱਬ ਦੇ ਨਾਂ 'ਤੇ ਵੰਡਿਆ ਜੇ। ਅਤੇ ਰੱਬ ਨੂੰ ਵਿਖਾਉਣਾ ਨਹੀਂ ਪੈਂਦਾ, ਫੋਟੋਆਂ ਨਹੀਂ ਖਿੱਚਣੀਆਂ ਪੈਂਦੀਆਂ। ਵੰਡ ਦਿਆ ਜੇ ਕਿ ਜਾਣਦਾ ਹੈ ਰੱਬ। ਮਹਾਰਾਜ ਕਹਿੰਦੇ ਰੱਬ ਦੇ ਨਾਮ 'ਤੇ ਵੰਡ ਦਿਓ। ਅਤੇ ਦੂਜਾ ਕੰਮ ਇਹ ਕਰੋ ਕਿ ਅੱਜ ਤੋਂ ਬਾਅਦ ਚੋਰੀ ਨਹੀਂ ਕਰੋਗੇ, ਮਾੜੇ ਕੰਮ ਨਹੀਂ ਕਰੋਗੇ। ਅੱਜ ਤੋਂ ਬਾਅਦ ਵਾਹਿਗੁਰੂ ਨੂੰ ਮੰਨੋਗੇ, ਉਹਦਾ ਨਾਮ ਜਪੋਗੇ। ਅਤੇ ਸਾਰੇ ਕਹਿਣ ਲੱਗੇ ਮਹਾਰਾਜ ਸਾਡੀ ਜਮਾਂਦਰੂ ਹੀ ਸਾਡਾ ਸੁਭਾਅ ਹੈ ਚੋਰੀ ਕਰਨ ਦਾ, ਅਸੀਂ ਤਾਂ ਕੋਈ ਕੰਮ ਹੀ ਨਹੀਂ ਕੀਤਾ। ਉਹ ਮਹਾਰਾਜ ਕਹਿੰਦੇ ਹੱਟੇ ਕੱਟੇ ਤੁਹਾਡੇ ਸਰੀਰ ਨੇ, ਇੰਨੀ ਜ਼ਮੀਨ ਖਾਲੀ ਪਈ ਹੈ, ਜਿੰਨੀ ਮਰਜ਼ੀ ਮਿਹਨਤ ਕਰੋ। ਆਖੋ ਸਤਿਨਾਮ ਸ਼੍ਰੀ। ਸਾਹਿਬ ਜੀ ਨੇ ਉਹਨਾਂ ਨੂੰ ਖੇਤੀ 'ਤੇ ਲਾਇਆ ਅਤੇ ਸਤਿਗੁਰੂ ਜੀ ਨੇ ਫਿਰ ਉੱਥੇ ਸ਼ਬਦ ਉਚਾਰਨ ਕੀਤਾ। ਮਹਾਰਾਜ ਕਹਿੰਦੇ ਜਿਹੜੀ ਬੁਰੀ ਚੀਜ਼ ਹੈ ਨਾ ਤੁਹਾਡੇ ਅੰਦਰ, ਲੋਭ ਵੜ ਗਿਆ, ਹੱਡ ਹਰਾਮੀ ਹੋ ਗਏ ਜੇ, ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ, ਬਹੁਤੀ ਲਾਲਸਾ ਆ ਗਈ ਹੈ ਕਿ ਜਲਦੀ ਅਸੀਂ ਪੈਸਾ ਕਮਾ ਲਈਏ, ਉਹਦੇ ਵਾਸਤੇ ਕਿਸੇ ਦੀ ਜਾਨ ਵੀ ਖੋਹ ਲੈਂਦੇ ਹੋ। ਅਤੇ ਉਹ ਭਲਿਓ ਇਹ ਚੀਜ਼ ਬੜੀ ਨੁਕਸਾਨਦਾਈ ਹੈ। ਵੇਖੋ ਜਿਹੜੀ ਅੰਦਰ ਕਿਸੇ ਨੂੰ ਮਾਰਨ ਦੀ ਬਿਰਤੀ ਹੈ, ਜੇ ਤੁਹਾਨੂੰ ਕੋਈ ਮਾਰੇ ਤਾਂ ਰੋਂਦੇ ਕਿਉਂ ਫਿਰ? ਆਖੋ ਸਤਿਨਾਮ ਸ਼੍ਰੀ। ਜਦੋਂ ਤੁਸੀਂ ਕਿਸੇ ਨੂੰ ਧੋਖਾ ਦਿੰਦੇ ਹੋ ਤੇ ਬੜੇ ਖੁਸ਼ ਹੁੰਦੇ ਹੋ ਕਿ ਮੈਂ ਅੱਜ 4 ਪੈਸੇ ਲੁੱਟ ਲਿਆਂਦੇ, ਅਤੇ ਜਦੋਂ ਤੁਹਾਡੇ ਕੋਈ ਲੁੱਟ ਕੇ ਜਾਂਦਾ ਫਿਰ ਚੀਕਾਂ ਕਿਉਂ ਨਿਕਲਦੀਆਂ? ਜਿਵੇਂ ਤੈਨੂੰ ਦੁੱਖ ਹੁੰਦਾ ਅਗਲੇ ਨੂੰ ਵੀ ਹੁੰਦਾ। ਸਭ ਨੂੰ ਬਰਾਬਰ ਦਾ ਜਿਉਣ ਦਾ ਹੱਕ ਦਿਓ। ਨਾ ਆਪਣਾ ਜੀਵਨ ਬਰਬਾਦ ਕਰੋ, ਨਾ ਕਿਸੇ ਦਾ ਕਰੋ। ਜਿਉਣ ਦਾ ਹੱਕ ਨਾ ਖੋਲੋ। ਅਤੇ ਸਤਿਗੁਰੂ ਜੀ ਨੇ ਫਿਰ ਉੱਥੇ ਸ਼ਬਦ ਉਚਾਰਨ ਕੀਤਾ। ਮਹਾਰਾਜ ਕਹਿਣ ਲੱਗੇ ਆਹ ਚੀਜ਼ਾਂ ਛੱਡਣੀਆਂ ਜਿਹੜੀਆਂ ਤੁਹਾਡੇ ਅੰਦਰ ਬਿਰਤੀਆਂ ਹੈ, ਉਹਨਾਂ ਨੂੰ ਛਡਾ ਰਿਹਾ, ਉਹਨਾਂ ਨੂੰ ਤੁਸੀਂ ਧਿਆਨ ਨਾਲ ਸੁਣਨਾ। ਹੁਣ ਕਿਹੜੀਆਂ ਕਿਹੜੀਆਂ ਚੀਜ਼ਾਂ ਛੱਡਣੀਆਂ? ਉਹ ਠੱਗਾਂ ਦੇ ਅੰਦਰੋਂ ਛਡਾਈਆਂ ਮਹਾਰਾਜ ਨੇ। ਮਹਾਰਾਜ ਕਹਿੰਦੇ ਲੱਭ ਕੁੱਤਾ ਕੂੜ ਚੂੜਾ। ਮਹਾਰਾਜ ਕਹਿੰਦੇ ਅਸਲ ਵਿੱਚ ਕੁੱਤਾ ਪਤਾ ਕੀ ਹੈ? ਕੁੱਤਾ ਕੀ ਹੈ? ਆਹ ਕੁੱਤਾ ਨਹੀਂ ਜਿਹਨੂੰ ਤੁਸੀਂ ਸੰਗਲੀ ਪਾ ਕੇ ਲਈ ਫਿਰਦੇ ਹੋ। ਇਹ ਕੁੱਤਾ ਨਹੀਂ, ਇਹ ਤਾਂ ਵਿਚਾਰਾ ਇੱਕ ਪਸ਼ੂ ਹੈ। ਉਹ ਤਾਂ ਇੱਕ ਪਸ਼ੂ ਹੈ, ਕੁੱਤਾ ਹੈ ਤਾਂ ਹੈ ਉਹ। ਪਰ ਮਹਾਰਾਜ ਕਹਿੰਦੇ ਇੱਕ ਬੰਦਾ ਵੀ ਕੁੱਤਾ ਹੈ। ਮੈਨੂੰ ਮਾਫ ਕਰਨਾ, ਇੱਕ ਬੰਦੇ ਦੇ ਅੰਦਰ ਵੀ ਕੁੱਤਾ ਹੈ। ਕੀ? ਲੱਭ। ਲੱਭ ਦਾ ਮਤਲਬ ਲਾਲਚੀ ਹੋਣਾ, ਹਰੇਕ ਥਾਂ 'ਤੇ ਮੂੰਹ ਮਾਰਨਾ। ਜਿਵੇਂ ਕੁੱਤਾ ਭਾਂਡਿਆਂ 'ਚ ਮੂੰਹ ਮਾਰਦਾ ਹੈ, ਉਸੇ ਤਰ੍ਹਾਂ ਦੀ ਬਿਰਤੀ ਹੋਣੀ। ਵੱਢ ਖਾਣ ਨੂੰ ਪੈਣਾ, ਬਸ ਜ਼ੁਬਾਨ ਦੇ ਰਸ ਪਿੱਛੇ ਤੁਰੇ ਫਿਰਨਾ ਕਿ ਆਹ ਵੀ ਖਾ ਲਾ, ਆਹ ਵੀ ਖਾ ਲਾ, ਆਹ ਵੀ ਆ ਜੇ, ਆਹ ਵੀ ਆ ਜੇ, ਆਹ ਵੀ ਆ ਜੇ। ਮਹਾਰਾਜ ਕਹਿੰਦੇ ਇਹ ਲੱਭ ਹੀ ਹਲਕਾ ਕੁੱਤਾ ਹੈ। ਲੱਭ ਦਾ ਮਤਲਬ ਲਾਲਸਾ, ਅੰਦਰ ਲਾਲਚ ਹੋ ਜਾਣਾ, ਪੈਸੇ ਜੋੜਨ ਦੀ ਬਿਰਤੀ ਆ ਜਾਣੀ, ਖੋਹਣ ਦੀ ਬਿਰਤੀ ਆ ਜਾਣੀ। ਇਹ ਮਹਾਰਾਜ ਕਹਿੰਦੇ ਤੂੰ ਬੰਦਾ ਨਹੀਂ ਰਹੇਗਾ, ਕੁੱਤਾ ਬਣ ਜਾਏਗਾ, ਕੁੱਤਿਆਂ ਵਾਲੀ ਬਿਰਤੀ ਹੋ ਜਾਏਗੀ। ਲੱਭ ਕੁੱਤਾ। ਅਤੇ ਅੱਗੇ ਸਾਹਿਬ ਜੀ ਕਹਿੰਦੇ ਕੂੜ ਚੂੜਾ। ਹੁਣ ਅਸੀਂ ਕਹਿੰਦੇ ਆ ਬੰਦਾ ਫਲਾਣਾ ਚੂੜਾ ਜੀ, ਫਲਾਣਾ ਚੂੜਾ, ਫਲਾਣਾ ਚੂੜਾ। ਮਹਾਰਾਜ ਕਹਿੰਦੇ ਜੇ ਤੂੰ ਝੂਠ ਬੋਲਦਾ ਹੈ ਨਾ, ਜਿਹੜਾ ਝੂਠ ਬੋਲਦਾ ਉਹੀ ਚੂੜਾ, ਹੋਰ ਕੋਈ ਚੂੜਾ ਨਹੀਂ। ਆਖੋ ਸਤਿਨਾਮ ਸ਼੍ਰੀ। ਜਿਹਨੂੰ ਤੂੰ ਆਪਣੇ ਹਿਸਾਬ ਨਾਲ ਮੰਨ ਕੇ ਬੈਠਾ ਨਾ, ਇਹਦੇ ਕੱਪੜੇ ਸੋਹਣੇ ਨਹੀਂ, ਇਹਦੀ ਜਾਤ ਸੋਹਣੀ ਨਹੀਂ, ਇਹ ਨੀਵੇਂ ਘਰਾਂ 'ਚ ਪੈਦਾ ਹੋਇਆ ਹੈ, ਇਹਨਾਂ ਕੋਲੇ ਪੈਸਾ ਨਹੀਂ। ਕਿਉਂਕਿ ਸਾਡੇ ਪਿੰਡਾਂ 'ਚ ਇਸੇ ਤਰ੍ਹਾਂ ਹੀ ਆ ਨਾ, ਇੱਕ ਹਵੇਲੀਆਂ ਬਣਾਈਆਂ ਹੁੰਦੀਆਂ ਜੱਟਾਂ ਦੀਆਂ, ਇੱਕ ਜ਼ਿਮੀਂਦਾਰਾਂ ਦੀਆਂ, ਇੱਕ ਵਿਚਾਰੇ ਛੋਟੇ ਕੰਮ ਕਰਨ ਵਾਲੇ, ਉਹਨਾਂ ਨੂੰ ਚੂੜੇ ਅਸੀਂ ਕਹਿ ਦਿੰਦੇ ਹਾਂ। ਮਹਾਰਾਜ ਕਹਿੰਦੇ ਕਿਸੇ ਬੰਦੇ ਨੂੰ ਚੂੜਾ ਨਾ ਕਹੀ। ਇੱਦਾਂ ਜਿਹੜਾ ਬੰਦਾ ਝੂਠ ਬੋਲਦਾ ਹੈ, ਝੂਠੇ ਕੰਮ ਕਰਦਾ, ਅਸਲ ਵਿੱਚ ਉਹ ਚੂੜਾ ਹੈ। ਆਖੋ ਸਤਿਨਾਮ ਸ਼੍ਰੀ। ਉਹ ਭਾਵੇਂ ਕੋਈ ਜੱਟ ਹੋਵੇ, ਭਾਵੇਂ ਕੋਈ ਬ੍ਰਾਹਮਣ ਹੋਵੇ, ਭਾਵੇਂ ਕੋਈ ਵੀ ਹੋਵੇ, ਜਿਹੜਾ ਬੰਦਾ ਝੂਠ ਬੋਲੇਗਾ ਉਹੀ ਚੂੜਾ ਹੈ। ਤਾਂ ਮਹਾਰਾਜ ਕਹਿੰਦੇ ਕੂੜ ਚੂੜਾ, ਕੂੜ ਝੂਠ ਹੀ ਚੂੜਾ ਹੈ। ਅਤੇ ਸਾਹਿਬ ਜੀ ਕਹਿੰਦੇ ਠੱਗ ਖਾਧਾ ਮੁਰਦਾਰ। ਜਿਹੜਾ ਠੱਗੀ ਵਾਲੀ ਬਿਰਤੀ ਹੈ ਨਾ, ਕਿਸੇ ਦੇ ਨਾਲ ਬੇਈਮਾਨੀ ਕਰਨੀ, ਇਹ ਇਸ ਤਰ੍ਹਾਂ ਮਹਾਰਾਜ ਕਹਿੰਦੇ ਕਿਸੇ ਨੂੰ ਮਾਰ ਕੇ ਖਾ ਲਿਆ। ਆਖੋ ਸਤਿਨਾਮ ਸ਼੍ਰੀ। ਕਿਸੇ ਜਾਨਵਰ ਨੂੰ ਮਾਰ ਕੇ ਖਾ ਲਿਆ। ਜਿਵੇਂ ਜਾਨਵਰ ਨੂੰ ਮਾਰ ਕੇ ਖਾਣਾ ਪਾਪ ਹੈ, ਉਸੇ ਤਰ੍ਹਾਂ ਮਹਾਰਾਜ ਕਹਿੰਦੇ ਇਹ ਕਿਸੇ ਦਾ ਹੱਕ ਪਰਾਇਆ ਖਾਣਾ ਵੀ ਪਾਪ ਹੈ, ਇਹ ਵੀ ਪਾਪ ਹੈ। ਅਤੇ ਗੁਰੂ ਜੀ ਕਹਿੰਦੇ ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਰ। ਸਾਹਿਬ ਜੀ ਕਹਿੰਦੇ ਗੰਦਗੀ ਕੀ ਹੈ? ਗੰਦਗੀ ਕੀ ਹੈ? ਵੇਖੋ ਅਸੀਂ ਕਹਿੰਦੇ ਹਾਂ ਮੈਂ ਟੋਇਲਟ ਜਾ ਕੇ ਆਇਆ ਅਤੇ ਨਹਾਉਣਾ ਆ, ਕਿਉਂ? ਮੇਰਾ ਸਰੀਰ ਗੰਦਾ ਹੋ ਗਿਆ। ਮਹਾਰਾਜ ਕਹਿੰਦੇ ਅਸਲ ਵਿੱਚ ਉਹ ਗੰਦਗੀ ਨਹੀਂ ਹੈ। ਗੰਦਗੀ ਪਤਾ ਕੀ ਹੈ? ਜਿਹੜੀ ਤੂੰ ਨਿੰਦਿਆ ਕਰਦਾ ਕਿਸੇ ਦੀ, ਜਿਹੜੀ ਤੂੰ ਨਿੰਦਿਆ ਕਰਦਾ ਹੈ, ਉਹ ਹੈ ਵਿਸ਼ਟਾ। ਉਹ ਤਾਂ ਸਰੀਰ ਨਾਲ ਦੀ ਵਿਸ਼ਟਾ ਹੈ ਨਾ, ਜਿਹੜੀ ਤੂੰ ਪ੍ਰਕਿਰਿਆ ਕੀਤੀ, ਨਹਾ ਧੋ ਕੇ ਸਾਫ਼ ਹੋ ਗਿਆ। ਪਰ ਮਹਾਰਾਜ ਕਹਿੰਦੇ ਆ ਜਿਹੜੀ ਜ਼ੁਬਾਨ ਨਾਲ ਹੀ ਗੰਦਗੀ ਚੱਟੀ ਜਾਂਦਾ, ਉਹ ਆਖੋ ਸਤਿਨਾਮ ਸ਼੍ਰੀ। 24 ਘੰਟੇ ਨਿੰਦਿਆ ਮੋਬਾਇਲ 'ਚੋਂ,
ਕੰਨਾਂ ਨਾਲ ਸੁਣਨਾ ਹੈ, ਕਿਸੇ ਨਾਲ ਹੀ ਨਿੰਦਿਆ। ਵੇਖਿਆ ਵੀ ਨਹੀਂ ਬੰਦੇ ਨੇ ਕਿਸੇ ਨੂੰ ਕਿ ਮਾੜਾ ਹੈ। ਮੈਂ ਹੀ ਬੋਲਦਾ ਕਿ ਉਹ ਬੰਦਾ ਫਲਾਣਾ ਬੈਠਾ, ਉਹਨੇ ਆਹ ਕੰਮ ਕੀਤਾ ਸੀ, ਤੇ ਤੁਸੀਂ ਮੇਰੇ ਤੇ ਯਕੀਨ ਕਰਕੇ ਅਗਲੇ ਦੋ ਨੂੰ ਦੱਸੋ, ਚੌਂ ਨੂੰ ਦੱਸੋ। ਤੁਸੀਂ ਵੇਖਿਆ? ਆਖੋ ਸਤਿਨਾਮ ਸ਼੍ਰੀ। ਅੱਜ ਕੱਲ੍ਹ ਤੱਕ ਬੰਦਾ ਵੇਖਦਾ ਵੀ ਨਹੀਂ, ਐਵੇਂ ਨਿੰਦਿਆ ਕਰੀ ਜਾਂਦਾ, ਹੋਏਗਾ ਹੋਏਗਾ। ਨਿੰਦਿਆ ਭਲੀ ਕਿਸੇ ਕੀ ਨਹੀਂ, ਨਿੰਦਾ ਕੋਈ ਚੰਗੀ ਚੀਜ਼ ਨਹੀਂ ਹੈ। ਤਾਂ ਮਹਾਰਾਜ ਕਹਿੰਦੇ ਪਰ ਨਿੰਦਾ ਕਿਸੇ ਦੀ ਨਿੰਦਿਆ ਕਰਨੀ, ਪਰ ਮਲ ਮੁਖ ਸੁਧੀ। ਇਹ ਪਰਾਈ ਕਿਸੇ ਦੀ ਵਿਸ਼ਟਾ ਚੱਕ ਕੇ ਨਾ, ਗੰਦਗੀ ਜਿਹੜੀ ਵਿਸ਼ਟਾ ਨਾਲ ਅਸੀਂ ਨਫ਼ਰਤ ਕਰਦੇ ਹਾਂ, ਮਹਾਰਾਜ ਕਹਿੰਦੇ ਐ ਆ ਮੁੱਠ ਬੰਦੇ ਨੇ ਭਰੀ ਗੰਦਗੀ ਦੀ, ਟੋਇਲਟ ਦੀ ਮੁੱਠ ਭਰੀ ਤੇ ਆਪਣੇ ਮੂੰਹ ਤੇ ਮਲ ਲਈ। ਆਖੋ ਸਤਿਨਾਮ ਸ਼੍ਰੀ। ਆ ਜਿਹੜੀ ਗੰਦਗੀ ਹੈ ਨਾ, ਗੰਦਗੀ ਭਾਵ ਨਿੰਦਿਆ ਕਰਨੀ, ਇਹ ਕੀ ਹੈ? ਵਿਸ਼ਟਾ ਨੂੰ ਆਪਣੇ ਮੂੰਹ ਤੇ ਮਲਣਾ। ਉਹ ਕੀ ਕਿ ਕਿਸੇ ਦੇ ਔਗਣ ਆਪਣੀ ਸੁਰਤ 'ਚ ਲੈ ਕੇ ਆਉਣੇ। ਵੇਖੋ ਕਿਸੇ ਦਾ ਕਰੈਕਟਰ ਗਿਰਿਆ ਹੋਇਆ ਤੇ ਅਸੀਂ ਉਹਦੀਆਂ ਗੱਲਾਂ ਸੁਣੋ, ਸਾਡਾ ਵੀ ਗਿਰ ਜਾਏਗਾ। ਆਖੋ ਸਤਿਨਾਮ ਸ਼੍ਰੀ। ਕੋਈ ਜਿੰਨਾ ਅਸੀਂ ਗਿਰੀਆਂ ਹੋਈਆਂ ਗੱਲਾਂ ਸੁਣਾਂਗੇ ਨਾ, ਨੈੱਟ ਤੋਂ ਪੜ੍ਹਾਂਗੇ, ਗਿਰੀਆਂ ਹੋਈਆਂ ਗੰਦੀਆਂ ਗੱਲਾਂ ਸੁਣਾਂਗੇ, ਉਹਨੇ ਅਸੀਂ ਗਿਰ ਜਾਵਾਂਗੇ। ਉਹ ਅੰਦਰ ਸੁਰਤ ਗੰਦੀ ਹੋਏਗੀ। ਆਖੋ ਸਤਿਨਾਮ ਸ਼੍ਰੀ। ਤਾਂ ਮਹਾਰਾਜ ਕਹਿੰਦੇ ਗੰਦਗੀ ਅਸਲ ਵਿੱਚ ਇਹ ਹੈ, ਇੱਕ ਤਾਂ ਸਰੀਰ ਦੀ, ਉਹਦੇ ਤੋਂ ਵੀ ਬਚਣਾ ਹੈ, ਉਹਦੇ ਨਾਲ ਨਹੀਂ ਪਿਆਰ ਪਾ ਲੈਣਾ, ਉਹ ਤਾਂ ਦਿਖਦੀ ਹੋਈ ਹੈ। ਇੱਕ ਗੰਦਗੀ ਅਸਲ ਵਿੱਚ ਇਹ ਵੀ ਹੈ। ਆਖੋ ਸਤਿਨਾਮ ਸ਼੍ਰੀ। ਮਹਾਰਾਜ ਕਹਿੰਦੇ ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਤੇ ਮਹਾਰਾਜ ਕਹਿੰਦੇ ਅਸਲ ਵਿੱਚ ਅੱਗ ਕੀ ਹੈ, ਚੰਡਾਲ ਕੀ ਹੈ? ਆ ਕ੍ਰੋਧੀ ਹੋ ਜਾਣਾ। ਕ੍ਰੋਧ ਵਰਗੀ ਅੱਗ ਕੋਈ ਨਹੀਂ। ਬੰਦੇ ਦੇ ਅੰਦਰ ਭਾਂਬੜ ਬਲਦੇ ਰਹਿੰਦੇ, ਹੋਰਾਂ ਨੂੰ ਸਾੜਦਾ ਹੈ। ਤੇ ਕ੍ਰੋਧ ਦੀ ਅੱਗ ਇਹੋ ਜਿਹੀ ਅੱਗ ਹੈ ਜੋ ਸਭ ਨੂੰ ਸਾੜ ਕੇ ਰਾਖ ਕਰ ਦਿੰਦੀ ਹੈ। ਤੇ ਗੁਰੂ ਜੀ ਕਹਿੰਦੇ ਰਸ ਕਸ ਆਪ ਸਲਾਹਣਾ। ਬੰਦਾ ਕੀ ਕਰਦਾ ਹੈ? ਆਪਣੇ 'ਚ ਗੁਣ ਹੈ ਵੀ ਕੋਈ ਨਹੀਂ, ਫੁੱਬ ਕੇ ਦੱਸੀ ਜਾਂਦਾ। ਆ ਵੇਖੋ ਅਸੀਂ ਜ਼ਿਆਦਾ ਸਟੇਟਸ ਆਪਣੇ ਆਪ ਦੇ ਪਤਾ ਕਿਉਂ ਲਾਉਣੇ ਆ? ਕਿ ਲੋਕ ਮੈਨੂੰ ਸੋਹਣਾ ਕਹਿਣ। ਬੰਦੇ ਦਾ ਅੰਦਰ ਨਹੀਂ ਕਹਿੰਦਾ ਹੋਇਆ, ਕਹਿੰਦਾ ਅੰਦਰ ਨਹੀਂ ਕਹਿੰਦਾ ਹੁੰਦਾ ਨਾਈਸ ਪਿਕਚਰ, ਬਿਊਟੀਫੁਲ, ਵਾਓ, ਅੰਦਰ ਨਹੀਂ ਕਹਿੰਦਾ ਹੁੰਦਾ। ਅੰਦਰੋਂ ਤਾਂ ਬੰਦਾ ਸੜਦਾ ਹੁੰਦਾ, ਕਿੱਥੇ ਭੈੜੀ ਜੀ ਸ਼ਕਲ ਲੈ ਕੇ ਫੋਟੋ ਪਾਤੀ ਉਹ, ਪਰ ਉਹਨੂੰ ਕਹਿਣਾ ਪੈਂਦਾ। ਕਿਉਂ? ਅੱਜ ਮੈਂ ਕਹੂੰਗਾ ਇਹ ਵੀ ਫਿਰ ਮੈਨੂੰ ਕਮੈਂਟ ਕਰੂਗਾ। ਆਖੋ ਸਤਿਨਾਮ ਸ਼੍ਰੀ। ਅੱਜ ਮੈਂ ਇਹਨੂੰ ਲਾਇਕ ਦਊਂਗਾ, ਇਹ ਵੀ ਫਿਰ ਮੁੜ ਕੇ ਮੈਨੂੰ ਲਾਇਕ ਦਊਗਾ। ਅੱਜ ਮੈਂ ਇਹਨੂੰ ਹਾਰਟ ਦਊਂਗਾ ਨਾ, ਇਹਦੇ 'ਤੇ ਥੰਮਜਪ ਦਊਂਗਾ, ਇਹ ਵੀ ਮੁੜ ਕੇ ਮੈਨੂੰ ਥੰਮਜਪ ਦੇਗਾ। ਭਾਵ ਇਹ ਵੀ ਮੈਨੂੰ ਸਲਾਹੇਗਾ, ਮੈਂ ਇਹਨੂੰ ਸੁਣਾਉ। ਉਹ ਫਿੱਟ ਲਾਣ ਤੇ ਇੱਕ ਦੂਜੇ ਨੂੰ ਸੁਣਾਉਣ ਲੱਗ ਪਏ। ਜੇ ਰੱਬ ਨੂੰ ਸਲਾਹੋ। ਆਖੋ ਸਤਿਨਾਮ ਸ਼੍ਰੀ। ਰੱਬ ਨੂੰ ਸਲਾਹੋ। ਮਹਾਰਾਜ ਕਹਿੰਦੇ ਰੱਬ ਨੂੰ ਸਲਾਹੋ। ਹਾਂ, ਜਾਂ ਚੰਗੇ ਕੰਮਾਂ ਨੂੰ ਸਲਾਹੋ, ਜਾਂ ਚੰਗੇ ਸਰੂਪ ਨੂੰ ਸਲਾਹੋ, ਚੰਗੇ ਗੁਣਾਂ ਨੂੰ ਸਲਾਹੋ। ਉਹ ਐਵੇਂ ਇੱਕ ਦੂਜੇ ਨੂੰ ਮਹਾਰਾਜ ਕਹਿੰਦੇ ਰਸ ਕਸ ਆਪ ਸਲਾਹਣਾ। ਆਪਣੇ ਆਪ ਦੀ ਉਹ ਸਿਫਤ ਸਲਾਹ ਕਰੀ ਜਾਣੀ। ਇਹ ਕਰਮ ਮੇਰੇ ਕਰਤਾਰ। ਮਹਾਰਾਜ ਕਹਿੰਦੇ ਰੱਬਾ ਇਹ ਕੰਮ ਨੇ ਮੇਰੇ। ਕਿਹੜੇ ਕਿਹੜੇ? ਲੱਭੀ ਬੜਾ ਮੈਂ, ਲਾਲਚੀ ਬੜਾ। ਖਾਣ ਦੀ ਕੋਈ ਵੀ ਚੀਜ਼ ਵੇਖਦੀ ਆ ਉਸੇ ਵੇਲੇ ਝਟਪ ਪੈਣਾ। ਕੋਈ ਸੋਹਣਾ ਰੂਪ ਦੇਖਦਾ ਉਸੇ ਵੇਲੇ ਖੋਹਣ ਦੀ ਬਿਰਤੀ ਹੈ ਮੇਰੀ। ਕਿਸੇ ਦੀ ਗੱਡੀ ਸੋਹਣੀ ਵੇਖਦਾ ਉਸੇ ਵੇਲੇ ਖੋਹਣ ਦੀ ਬਿਰਤੀ ਹੈ ਮੇਰੀ। ਖੋਹਣ ਦੀ ਬਿਰਤੀ ਤਾਂ ਹਰੇਕ 'ਚ ਹੀ ਹੈ, ਉਹ ਬਸ ਮੌਕਾ ਨਹੀਂ ਬਣਦਾ। ਆਖੋ ਸਤਿਨਾਮ ਸ਼੍ਰੀ। ਮੌਕਾ ਨਹੀਂ ਬਣਦਾ। ਉਹ ਜਿਹੜੀ ਬਿਰਤੀ ਹੈ ਨਾ ਖੋਹਣ ਵਾਲੀ, ਇਹ ਹੈ ਮੇਰੇ ਅੰਦਰ ਕੁੱਤਾ, ਕੁੱਤੇ ਮੂੰਹ ਬਿਰਤੀ ਹੈ। ਇੱਕ ਮੈਂ ਝੂਠਾ ਬਣਾ, ਇਹ ਮੈਂ ਚੂੜਾ ਵਾਂ। ਇੱਕ ਜਿਹੜਾ ਮੈਂ ਲੋਕਾਂ ਨੂੰ ਠੱਗ ਕੇ ਖਾਨਾ ਰਹਿਣਾ, ਇਹ ਮੈਂ ਮੁਰਦੇ ਖਾਨਾ ਆ। ਇਹ ਵਾਹਿਗੁਰੂ ਜਿਹੜੇ ਮੈਂ ਲੋਕਾਂ ਦੀ ਨਿੰਦਿਆ ਕਰਦਾ, ਇਹ ਗੰਦਗੀ ਲੋਕਾਂ ਦੀ ਮੈਂ ਆਪਣੇ ਸਰੀਰ 'ਤੇ ਮਲੀ ਜਾਂਦਾ। ਤੇ ਮੇਰੇ 'ਚ ਅੱਗ ਬੜੀ ਕ੍ਰੋਧ ਦੀ, ਇਹ ਅੱਗ ਮੇਰੇ 'ਚ ਚੰਡਾਲ ਵਾਲੀ ਬਿਰਤੀ ਪੈਦਾ ਕੀਤੀ ਹੈ। ਤੇ ਇੰਨੇ ਔਗਣ ਹੁੰਦਿਆਂ ਹੋਇਆ ਮੈਂ ਆਪਣੇ ਆਪ ਨੂੰ ਕਹਿੰਦਾ ਮੈਂ ਤਾਂ ਚੰਗਾ ਜੀ। ਆਖੋ ਸਤਿਨਾਮ ਸ਼੍ਰੀ। ਮਨਮੁਖ ਮਹਾਰਾਜ ਕਹਿੰਦੇ ਮਨਮੁਖ ਬੰਦਾ ਹੈ ਸਭ ਤੋਂ ਮਾੜਾ, ਸਭ ਤੋਂ ਮਾੜੇ ਕੰਮ ਨਿੰਦੇ। ਪਰ ਜੇ ਇਹਨੂੰ ਪੁੱਛੋ ਨਾ ਜੀ ਅਸੀਂ ਕਿਹੜਾ ਕੁਝ ਮਾੜਾ ਕਰਦੇ ਜੀ, ਸਾਨੂੰ ਕਿਹੜੀ ਅੰਮ੍ਰਿਤ ਦੀ ਲੋੜ ਜੀ, ਅਸੀਂ ਕਿਹੜਾ, ਉਹ ਭਲਿਆ ਆਪਣੇ ਜੀਵਨ ਨੂੰ ਵਿਚਾਰ ਕੇ ਵੇਖ, ਇੱਕ ਗੁਣ ਵੀ ਹੈਗਾ ਤੇਰੇ 'ਚ? ਨਹੀਂ ਹੈਗਾ। ਤਾਂ ਰਸ ਕਸ ਆਪ ਸਲਾਹਣਾ। ਇਹ ਕਰਮ ਮੇਰੇ ਕਰਤਾਰ, ਇਹ ਕੰਮ ਨੇ ਰੱਬਾ ਮੇਰੇ। ਤੇ ਸਾਹਿਬ ਜੀ ਕਹਿੰਦੇ ਬਾਬਾ ਬੋਲੀਐ ਪਤ ਹੋਏ। ਸਾਹਿਬ ਜੀ ਕਹਿੰਦੇ ਓਏ ਲੋਕੋ, ਓਏ ਬਾਬਾ ਉਹੀ ਬੋਲ ਬੋਲੋ ਜਿੰਦੇ ਨਾਲ ਰੱਬ ਦੀ ਦਰਗਾਹ 'ਚ ਤੁਹਾਡੀ ਇੱਜ਼ਤ ਟਕੀ ਜਾਏ। ਕਬੋਲ ਨਾ ਬੋਲੋ, ਝੂਠ ਨਾ ਬੋਲੋ। ਰੱਬ ਹੋਰ ਨਹੀਂ ਕਿਤੇ, ਤੇ ਗੁਰੂ ਅੱਗੇ ਆ ਕੇ ਤੇ ਇਹਨਾਂ ਨਾਲ ਝੂਠ ਬੋਲੋ। ਗੁਰੂ ਤੋਂ ਨਾ ਸਰਟੀਫਿਕੇਟ ਲਓ ਕਿ ਮਹਾਰਾਜ ਮੈਂ ਸੱਚਾ ਤੇ ਮੇਰੇ ਤੇ ਮੋਹਰ ਲਾ ਦਿਓ। ਮਹਾਰਾਜ ਕਹਿੰਦੇ ਨਹੀਂ, ਮੈਨੂੰ ਪਤਾ ਤੂੰ ਕਿਵੇਂ ਦਾ ਆ। ਆਖੋ ਸਤਿਨਾਮ ਸ਼੍ਰੀ। ਮੈਂ ਸਭ ਜਾਣਦਾ ਤੇਰੇ ਬਾਰੇ। ਤਾਂ ਮਹਾਰਾਜ ਕਹਿੰਦੇ ਬਾਬਾ ਬੋਲੀਐ ਪਤ ਹੋਏ।
ਊਤਮ ਸੇਦਰ ਊਤਮ ਕਹੀਐ, ਨੀਚ ਕਰਮ ਵਹਿ ਰੋਏ। ਸਾਹਿਬ ਜੀ ਕਹਿੰਦੇ ਉੱਤਮ ਸੇਦਰ ਊਤਮ ਕਹੀਐ, ਜਿਨ੍ਹਾਂ ਦੀ ਸੁਰਤ ਉੱਚੀ ਹੈ, ਜਿਨ੍ਹਾਂ ਦੇ ਕੰਮ ਉੱਚੇ ਨੇ, ਜਿਨ੍ਹਾਂ ਦਾ ਕਿਰਦਾਰ ਉੱਚਾ ਹੈ, ਉਹਨਾਂ ਨੂੰ ਹੀ ਧਰਮ ਵਿੱਚ ਉੱਚਾ ਕਿਹਾ ਜਾਂਦਾ ਹੈ। ਤੇ ਜਿਨ੍ਹਾਂ ਦੇ ਕੰਮ ਨੀਵੇਂ ਨੇ, ਕਰਮ ਮਾੜੇ ਨੇ, ਉਹਨਾਂ ਨੂੰ ਧਰਮ ਦੀ ਦੁਨੀਆ ਵਿੱਚ ਨੀਚ ਕਿਹਾ ਜਾਂਦਾ ਹੈ। ਆਖੋ ਸਤਿਨਾਮ ਸ਼੍ਰੀ। ਹੋਰ ਕੋਈ ਜਾਤ ਪਾਤ ਦੀ ਡੈਫੀਨੇਸ਼ਨ ਨਹੀਂ ਹੈ। ਜਿਹੜਾ ਬੰਦਾ ਇਹਦਾ ਕਿਰਦਾਰ ਗਿਰਿਆ ਹੋਇਆ, ਜਿੰਦੇ ਕੰਮ ਮਾੜੇ ਨੇ, ਉਹੀ ਅਸਲ ਵਿੱਚ ਨੀਵੀਂ ਜਾਤ ਦਾ ਹੈ। ਜਿੰਦਾ ਕਿਰਦਾਰ ਵਧੀਆ ਹੈ, ਕੰਮ ਵਧੀਆ ਹੈ, ਕਰੈਕਟਰ ਵਧੀਆ ਹੈ, ਗੁਣ ਵਧੀਆ ਹੈ, ਸੁਭਾਅ ਵਧੀਆ ਹੈ, ਉਹੀ ਉੱਚੀ ਜਾਤ ਦਾ ਹੈ। ਹੋਰ ਸਰੀਰਾਂ ਦੀ ਕੋਈ ਜਾਤ ਨਹੀਂ, ਨਾ ਕੋਈ ਚੂੜਾ, ਨਾ ਕੋਈ ਜੱਟ, ਨਾ ਜ਼ਿਮੀਂਦਾਰ, ਨਾ ਲਬਾਣਾ, ਨਾ ਫਲਾਣਾ, ਨਾ ਟਮਕਾਣਾ। ਉਹ ਸਾਡੀ ਹਉਮੈ ਹੋ ਸਕਦੀ ਹੈ। ਆਖੋ ਸਤਿਨਾਮ ਸ਼੍ਰੀ। ਉਹ ਸਾਡੀ ਹਉਮੈ ਹੈ। ਮਹਾਰਾਜ ਕਹਿੰਦੇ ਅਸਲ ਵਿੱਚ ਸੋਹਣਾ ਉੱਚੀ ਜਾਤ ਦਾ ਉਹੀ, ਜਿੰਦੇ ਕੰਮ ਸੋਹਣੇ, ਜਿੰਦਾ ਸੁਭਾਅ ਸੋਹਣਾ। ਅਸਲ ਵਿੱਚ ਚੂੜਾ ਮਾੜਾ ਉਹੀ, ਜਿੰਦੇ ਕੰਮ ਮਾੜੇ। ਆਖੋ ਸਤਿਨਾਮ ਸ਼੍ਰੀ। ਉਹੀ ਹੈ ਸਾਡੀ ਨਿਗਾਹ ਦੇ ਵਿੱਚ। ਤੇ ਗੁਰੂ ਜੀ ਕਹਿੰਦੇ ਰਸ ਸੋਇਨਾ ਰਸ ਰੂਪਾ, ਰਸ ਕਰਮ ਕਾਮਨ, ਰਸ ਪਰਮਲ ਕੀ ਵਾਸ। ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ। ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਅਸੀਂ ਰਸਾਂ 'ਚ ਹੀ ਪੈ ਰਹਿੰਦੇ ਹਾਂ। ਕਾਹਦੇ ਕਾਹਦੇ ਰਸਾਂ 'ਚ? ਸੋਨੇ ਦੇ ਰਸ 'ਚ, ਚਾਂਦੀ ਦੇ ਰਸ 'ਚ, ਆ ਪਰਫਿਊਮ ਲਾਉਣੇ ਸੁਗੰਧੀਆਂ ਦੇ ਰਸ 'ਚ। ਮਹਾਰਾਜ ਕਹਿੰਦੇ ਫਿਰ ਘੋੜੇ ਭਾਵ ਵਧੀਆ ਗੱਡੀਆਂ 'ਤੇ ਚੜ੍ਹਨਾ, ਇਹ ਵੀ ਇੱਕ ਰਸ ਹੈ। ਇਹ ਵਧੀਆ ਸੇਜਾਂ 'ਤੇ ਸੌਣਾ, ਸੋਹਣੇ ਘਰਾਂ 'ਚ ਰਹਿਣਾ, ਇਹ ਵੀ ਇੱਕ ਰਸ ਹੈ। ਫਿਰ ਮਹਾਰਾਜ ਕਹਿੰਦੇ ਮਿੱਠਾ ਖਾਣਾ, ਮਾਸ ਖਾਣਾ, ਇਹ ਵੀ ਇੱਕ ਰਸ ਹੈ। ਵਧੀਆ ਸਰੀਰ ਦੇ ਰਸ ਭੋਗਣੇ, ਕਾਮ ਵਾਸ਼ਨਾ ਭੋਗਣੀ, ਇਹ ਵੀ ਇੱਕ ਰਸ ਹੈ। ਪਰ ਮਹਾਰਾਜ ਕਹਿੰਦੇ ਇਹ ਤਾਂ ਸਰੀਰ ਦੇ ਰਸ ਨੇ, ਤੇਰਾ ਵੀ ਕੋਈ ਰਸ ਹੈਗਾ। ਆਖੋ ਸਤਿਨਾਮ ਸ਼੍ਰੀ। ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਮਹਾਰਾਜ ਕਹਿੰਦੇ ਨਾਮ ਦਾ ਰਸ ਕਿੱਥੇ ਤੇਰੇ 'ਚ ਨਿਵਾਸ ਕਰੇਗਾ? ਕਿਉਂ? ਕਿਉਂਕਿ ਉਹਨਾਂ ਵਾਸਤੇ ਤਾਂ ਇਹਨੂੰ ਬੰਦ ਕਰਨਾ ਪੈਂਦਾ ਹੈ। ਇਹ ਰਸ ਛੱਡੇ, ਉਹ ਰਸ ਆਵਾ। ਹੁਣ ਵੇਖੋ ਲੋਕ ਕਹਿੰਦੇ ਆ ਸਾਨੂੰ ਰੱਬ ਨਾਲ ਜੋੜ ਦਿਓ। ਉਹ ਭਲਿਓ ਰੱਬ ਨਾਲ ਤਾਂ ਜੁੜੋਗੇ ਜੇ ਆਪਣੀ ਸੁਰਤ ਨੂੰ ਮਾੜੇ ਪਾਸਿਓਂ ਤੋੜੋਗੇ। ਕਹਿੰਦੇ ਆ ਅਸੀਂ ਰਹੀਏ ਵੀ ਸ਼ੈਤਾਨ ਦੇ ਸ਼ੈਤਾਨ ਤੇ ਉੱਦਾਂ ਭਗਵਾਨ ਬਣ ਜਾਈਏ। ਉਹ ਭਲਿਓ ਬਾਂਦਰ ਦੇ ਹੱਥ 'ਚ ਰੱਬ ਤੀਲੀ ਨਹੀਂ ਦਿੰਦਾ। ਆਖੋ ਸਤਿਨਾਮ ਸ਼੍ਰੀ। ਬਾਂਦਰ ਦੇ ਹੱਥ 'ਚ ਤੀਲੀ ਨਹੀਂ ਰੱਬ ਫੜਾਉਂਦਾ। ਜੇ ਕਿਤੇ ਗਲਤੀ ਨਾਲ ਉਹ ਫੜ ਵੀ ਲਵੇ ਤੇ ਸਾਰਿਆਂ ਨੂੰ ਹੀ ਉਹਨੇ ਲੰਕਾ ਸਾੜ ਦਿੱਤੀ ਸੀ ਅਗਲੇ ਨੇ। ਆਖੋ ਸਤਿਨਾਮ ਸ਼੍ਰੀ। ਉਹ ਇਸ ਕਰਕੇ ਬਾਂਦਰ ਦੇ ਹੱਥ 'ਚ ਤੀਲੀ ਆ ਗਈ ਤੇ ਉਹਨੇ ਤਾਂ ਸਾਰੀ ਦੁਨੀਆ ਹੀ ਫੂਕ ਦੇਣੀ ਹੈ। ਤੇ ਰੱਬ ਤਾਂ ਬੜੀ ਵੱਡੀ ਪਾਵਰ ਹੈ। ਤੇ ਉਹਦੇ ਨਾਲ ਕੋਈ ਮੰਦਾ ਬੰਦਾ ਕਵੇ ਮੇਰਾ ਸੁਭਾਅ ਵੀ ਮੰਦਾ ਰਵੇ। ਤੇ ਵੇਖੋ ਗੁਰੂ ਨਾਨਕ ਤੋਂ ਅਸੀਂ ਬੜੀ ਰਹਿਮਤ ਮੰਗਦੇ, ਮਹਾਰਾਜ ਸਾਨੂੰ ਆਹ ਦੇ ਦੇ, ਆਹ ਦੇ ਦੇ, ਆਹ ਦੇ। ਉਹ ਬਾਬਾ ਪਤਾ ਕਿਉਂ ਨਹੀਂ ਦਿੰਦਾ? ਤਾਂ ਨਹੀਂ ਦਿੰਦਾ ਜੇ ਉਹਨੇ ਦੇ ਤਾ ਨਾ ਤੇ ਜਿੰਨਿਆਂ ਨਾਲ ਨਫ਼ਰਤ ਕਰਦਾ ਸਾਰਿਆਂ ਨੂੰ ਸਾੜ ਕੇ ਸੁਆਹ ਕਰ ਦੇਗਾ। ਆਖੋ ਸਤਿਨਾਮ ਸ਼੍ਰੀ। ਤੂੰ ਤਾਂ ਕਿਸੇ ਨੂੰ ਜੀਣ ਜੋਗਾ ਹੀ ਨਹੀਂ ਛੱਡਣਾ। ਆ ਜਿੰਨਿਆਂ ਨੂੰ ਤਾਕਤ ਮਿਲਦੀ ਹੈ, ਮਾੜੇ ਲੋਕਾਂ ਨੂੰ, ਜਿਹੜੇ ਮੰਤਰੀ ਮਾੜੇ ਹੁੰਦੇ, ਪ੍ਰਧਾਨ ਮੰਤਰੀ ਮਾੜੇ ਹੁੰਦੇ, ਜੀਣ ਦਿੰਦੇ ਲੋਕਾਂ ਨੂੰ? ਜੀਣ ਦੇ ਰਹੇ ਆ। ਤੇ ਇਹੋ ਜਿਹੇ ਲੋਕਾਂ ਦੇ ਤਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗਾਟੇ ਹੀ ਲਾਏ, ਲਾਉਣੇ ਹੀ ਚਾਹੀਦੇ ਆ। ਆਖੋ ਸਤਿਨਾਮ ਸ਼੍ਰੀ। ਕਿਉਂ? ਕਿਉਂਕਿ ਲੋਕਾਂ ਦੇ ਜੀਣ ਦਾ ਅਧਿਕਾਰ ਖੋ ਰਹੇ ਆ। ਤਾਂ ਸਾਹਿਬ ਜੀ ਕਹਿੰਦੇ ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਤੇ ਮਹਾਰਾਜ ਕਹਿੰਦੇ ਜਿਤ ਬੋਲਿਆ ਪਤ ਪਾਈਐ, ਸੋ ਬੋਲਿਆ ਪ੍ਰਮਾਣ। ਮਹਾਰਾਜ ਕਹਿੰਦੇ ਜਿਸ ਬੋਲਾਂ ਦੇ ਨਾਲ ਰੱਬ ਦੀ ਦਰਗਾਹ 'ਚ ਇੱਜ਼ਤ ਮਿਲਦੀ ਹੈ, ਉਹ ਬੋਲ ਚੰਗੇ। ਉਹ ਬੋਲ ਕਿਹੜੇ? ਮੈਂ ਭੁੱਲੀ, ਮੈਂ ਚੁੱਕੀ, ਪੀ ਸਹਾਈ ਤਿਹੰਜੀ ਕਾਢੀਐ। ਐ ਵਾਹਿਗੁਰੂ ਮੈਂ ਭੁੱਲੀਆਂ ਚੁੱਕੀਆਂ ਤੇਰੇ ਦਰ ਆਈਆਂ, ਕਿਰਪਾ ਕਰ ਮੈਨੂੰ ਬਖਸ਼ ਲੈ। ਅਗਾਂ ਤੋਂ ਮਾੜੇ ਕੰਮ ਨਹੀਂ ਅਸੀਂ ਕਰਦੇ, ਨਾਮ ਦੇ ਨਾਲ ਜੋੜ। ਆਪਣੇ ਔਗਣ ਆ ਕੇ ਗੁਰੂ ਕੋਲੇ ਮੰਨੋਗੇ ਤੇ ਪਰਨ ਕਰੋਗੇ ਅੱਜ ਤੋਂ ਬਾਅਦ ਮੈਂ ਮਾੜੇ ਕੰਮ ਨਹੀਂ ਕਰਦਾ, ਫਿਰ ਇੱਜ਼ਤ ਢੱਕੀ ਜਾਣੀ ਹੈ। ਤੇ ਜੇ ਇੱਥੇ ਆ ਕੇ ਵੀ ਚਲਾਕੀਆਂ ਕਰੋ ਨਾ, ਮਹਾਰਾਜ ਬਖਸ਼ ਲੈ। ਤੇ ਨਾਲ ਬਿਰਤੀ ਰੱਖੀ ਹੈ, ਕੋਈ ਨਹੀਂ ਜਾਣ ਦਿਓ ਗੁਰਦੁਆਰੇ ਤੋਂ ਥੋੜ੍ਹਾ ਜਿਹਾ ਬਾਹਰ। ਇੱਥੇ ਤਾਂ ਰਹਿ ਰਾ ਸੁਣੀਆਂ, ਜਾ ਕੇ ਗਲਾਸੀ ਵੀ ਰੱਖਣੀ ਆ। ਆਖੋ ਸਤਿਨਾਮ ਸ਼੍ਰੀ। ਇੱਥੇ ਤਾਂ ਆਹ ਕੰਮ ਕੀਤਾ, ਉੱਥੇ ਜਾ ਕੇ ਉਹ ਵੀ ਕਰਨਾ। ਇਹ ਤਾਂ ਫਿਰ ਧੋਖਾ ਹੀ ਹੈ। ਨਾਲੇ ਆਪਣੇ ਆਪ ਨੂੰ ਦੇਈ ਜਾਂਦੇ, ਨਾਲੇ ਹੋਰਾਂ ਨੂੰ ਦਿੰਦੇ ਹੋ। ਇਹ ਵਹਿਮਾਂ 'ਚ ਨਾ ਪਿਆ ਕਰੋ। ਇੱਕ ਪਾਸੇ ਹੋਣਾ ਚਾਹੀਦਾ ਬੰਦੇ ਨੂੰ। ਮਹਾਰਾਜ ਕਹਿੰਦੇ ਜਿਤ ਬੋਲਿਆ ਪਤ ਪਾਈਐ, ਸੋ ਬੋਲਿਆ ਪ੍ਰਮਾਣ। ਤੇ ਸਾਹਿਬ ਜੀ ਕਹਿੰਦੇ ਫਿੱਕਾ ਬੋਲ ਵਿਗੂਚਨਾ, ਸੁਣ ਮੂਰਖ ਮਨ ਅਣਜਾਣ। ਜਿਹੜੇ ਫਿੱਕੇ ਬੋਲ ਨੇ ਨਾ, ਇਹੀ ਖੁਆਰ ਕਰਦੇ ਬੰਦੇ ਨੂੰ। ਆਖੋ ਸਤਿਨਾਮ ਸ਼੍ਰੀ।
ਜਿੰਨਾ ਬੰਦਾ, ਕਿਉਂਕਿ ਅੰਦਰੋਂ ਫਿੱਕੀ ਹੁੰਦੇ ਜਾਵਾਂਗੇ, ਬੋਲ ਵੀ ਫਿੱਕੇ ਹੁੰਦੇ ਜਾਣਗੇ। ਇਹੀ ਲੜਾਈ ਦਾ ਕਾਰਨ ਹੈ। ਤੇ ਸਾਹਿਬ ਜੀ ਕਹਿਣ ਲੱਗੇ, ਜੋ ਤਿਸ ਭਾਵੈ ਸੇ ਭਲੇ, ਹੋਰ ਕੇ ਕਹਿ ਨ ਵਖਾਣ। ਜੋ ਰੱਬ ਨੂੰ ਚੰਗੇ ਲੱਗਣ ਲੱਗ ਪਏ ਉਹੀ ਭਲੇ ਨੇ, ਹੋਰ ਮੈਂ ਕੀ ਕਹਿ ਕੇ ਵਿਆਖਿਆ ਕਰਾਂ। ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ, ਜਿਨ ਹਿਰਦੈ ਰਿਹਾ ਸਮਾਏ। ਸਾਹਿਬ ਜੀ ਕਹਿੰਦੇ ਅਸਲ ਵਿੱਚ ਉਹਨੂੰ ਹੀ ਮੱਤ ਹੈ, ਉਹਦੀ ਇੱਜ਼ਤ ਹੈ। ਅਸਲ ਵਿੱਚ ਉਹੀ ਬੰਦਾ ਅਮੀਰ ਹੈ ਜਿਹਦੇ ਹਿਰਦੇ 'ਚ ਰੱਬ ਦਾ ਨਾਮ ਹੈ, ਬਾਕੀ ਤਾਂ ਸਭ ਗਰੀਬ ਨੇ। ਆਖੋ ਸਤਿਨਾਮ ਸ਼੍ਰੀ। ਜੇ ਆਪਣਾ ਕਿਰਦਾਰ ਉੱਚਾ ਕਰਨਾ ਚਾਹੁੰਦੇ ਹੋ, ਆਪਣੇ ਆਪ ਨੂੰ ਅਮੀਰ ਬਣਾਉਣਾ ਚਾਹੁੰਦੇ ਹੋ, ਆਪਣੇ ਆਪ ਨੂੰ ਕੁਝ ਵੇਖਣਾ ਚਾਹੁੰਦੇ ਹੋ, ਕੋਈ ਦੁਨੀਆ ਹੈ ਕੀ ਹੈ, ਤੇ ਨਾਮ ਜਪ ਕੇ ਵੇਖੋ, ਨਾਮ ਨਾਲ ਪਿਆਰ ਪਾ ਕੇ ਵੇਖੋ, ਫਿਰ ਪਤਾ ਲੱਗੇਗਾ। ਕਿਤੇ 5-10 ਮਿੰਟ ਰੋਜ਼ ਸ਼ੁਰੂ ਤਾਂ ਕਰੋ, ਕਿਤੇ ਕਰਕੇ ਤਾਂ ਵੇਖੋ। ਇੱਕੇ ਦਿਨ ਸਭ ਕੁਝ ਕੰਟਰੋਲ ਨਹੀਂ ਹੋਣਾ, ਪਰ ਚੱਲੋ ਤਾਂ ਸਹੀ, ਨੀਤ ਤਾਂ ਬਣਾਓ। ਆਖੋ ਸਤਿਨਾਮ ਸ਼੍ਰੀ। ਨੀਤ ਤਾਂ ਬਣਾਓ। ਅਸੀਂ ਤਾਂ ਨੀਤ ਵੀ ਨਹੀਂ ਬਣਾਉਂਦੇ, ਅਸੀਂ ਤਾਂ ਨੀਤ ਹੀ ਅੰਦਰੋਂ ਇਹ ਧਾਰਨ ਕੀਤੀ ਪਈ ਹੈ, ਕੋਈ ਨਹੀਂ ਇੱਧਰ ਹੀ ਜਾਵਾਂਗੇ। ਤਾਂ ਮਹਾਰਾਜ ਕਹਿੰਦੇ ਨੇ ਨੀਤ ਬਣਾਉਣੀ ਪੈਣੀ ਹੈ। ਤਾਂ ਸਤਿਗੁਰੂ ਜੀ ਕਹਿੰਦੇ, ਤਿੰਨ ਕਾ ਕਿਆ ਸਲਾਹ ਨਾ ਅਵਰ ਸਵਾਲਿਓ ਕਾਏ। ਨਾਨਕ ਨਦਰੀ ਬਾਹਰੇ ਰਾਚੈ ਦਾਨ ਨਾ ਨਾਏ। ਸਾਹਿਬ ਜੀ ਕਹਿਣ ਲੱਗੇ, ਜਿਨ੍ਹਾਂ 'ਤੇ ਰੱਬ ਦੀ ਨਜ਼ਰ ਹੋ ਗਈ, ਮੈਂ ਉਹਨਾਂ ਦੀ ਕੀ ਵਡਿਆਈ ਕਰਾਂ, ਉਹ ਬੜੇ ਮਹਾਨ ਹੋ ਗਏ। ਅਤੇ ਜਿਨ੍ਹਾਂ 'ਤੇ ਰੱਬ ਦੀ ਨਜ਼ਰ ਹੀ ਨਹੀਂ, ਉਹ ਫਿਰ ਰੱਬ ਨਾਲ ਪਿਆਰ ਨਹੀਂ ਕਰਦੇ, ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਕਹਿੰਦੇ ਹੋਰ ਦੇ ਦੇ, ਹੋਰ ਦੇ ਦੇ, ਹੋਰ ਦੇ ਦੇ। ਅਤੇ ਉਹ ਦਾਤਾਂ 'ਚ ਹੀ, ਭਾਵ ਸੰਸਾਰ ਦੇ ਪਦਾਰਥਾਂ 'ਚ ਹੀ ਖੁਆਰ ਹੁੰਦੇ ਰਹਿੰਦੇ ਆ, ਲੁੱਟਾਂ ਖੋਹਾਂ ਹੀ ਕਰਦੇ ਰਹਿੰਦੇ ਆ, ਮਾੜੇ ਕੰਮ ਕਰਦੇ ਆ, ਆਪਣੇ ਮੂੰਹ 'ਤੇ ਕਾਲਖ ਮਲ ਕੇ ਇਸ ਦੁਨੀਆ ਤੋਂ ਚਲੇ ਜਾਂਦੇ ਆ। ਲੁੱਟਦਿਆਂ, ਠੱਗੀਆਂ ਕਰਦਿਆਂ, ਬੇਈਮਾਨੀਆਂ ਕਰਦਿਆਂ, ਸਭ ਕੁਝ ਕਰਦਿਆਂ ਅੰਦਰੋਂ ਸੜਦੇ ਰਹਿੰਦੇ, ਚਿੰਤਾ 'ਚ ਰਹਿੰਦੇ ਆ। ਅਤੇ ਇੱਕ ਭਰਮ ਪਾਲ ਕੇ ਬਹਿੰਦੇ ਆ ਕਿ ਅੱਜ ਸੁਖੀ ਹੋਵਾਂਗਾ, ਅੱਜ ਸੁਖੀ ਹੋਵਾਂਗਾ। ਅੱਜ ਉਹ ਦਿਨ ਕਦੇ ਨਹੀਂ ਜਿਉਣਾ ਜੀਵਨ 'ਚ। ਆਖੋ ਸਤਿਨਾਮ ਸ਼੍ਰੀ। ਬੇਈਮਾਨੀ ਨੇ ਵੀ ਕਦੇ ਰਜਾਉਣਾ, ਰਜਣਾ ਹੁੰਦਾ ਤੇ ਬਾਦਲ ਨਾ ਰੱਜ ਜਾਂਦਾ। ਆਖੋ ਸਤਿਨਾਮ ਸ਼੍ਰੀ। ਬੇਈਮਾਨੀ ਨੇ ਵੀ ਕਦੇ ਰਜਾਉਣਾ, ਰਜਣਾ ਹੁੰਦਾ ਤੇ ਕਾਰੂ ਬਾਦਸ਼ਾਹ ਰੱਜ ਜਾਂਦਾ। ਉਹ ਇਹਨਾਂ ਚੀਜ਼ਾਂ ਨੇ ਨਹੀਂ ਰਜਾਉਣਾ ਜੇ। ਰਜਾਉਣਾ ਕਿੰਨੇ? ਨਾਮ ਨੇ, ਬਾਣੀ ਨੇ, ਸੰਤੋਖ ਨੇ, ਪ੍ਰੇਮ ਨੇ, ਸ਼ਰਧਾ ਨੇ। ਉਹ ਉਹਦੇ ਅਸੀਂ ਨੇੜੇ ਨਹੀਂ ਜਾਂਦੇ। ਅਤੇ ਮਹਾਰਾਜ ਕਹਿੰਦੇ ਐਂ ਨਾ ਕਰੋ, ਜੇ ਤਾਂ ਲੈਣਾ ਨਰਕ ਇਸ ਦੁਨੀਆ 'ਚ ਵੀ ਅਤੇ ਅਗਲੀ ਦੁਨੀਆ 'ਚ ਵੀ, ਫਿਰ ਮਾੜੀ ਮਨ ਦੀ ਮਾੜੀ ਸੋਚ ਦੇ ਪਿੱਛੇ ਜਿੰਨਾ ਛੇਤੀ ਤੁਰਿਆ ਜਾਂਦਾ ਤੁਰ ਪਾਓ। ਜੇ ਤਾਂ ਨਰਕ ਵੇਖਣਾ ਨਾ ਕਿਸੇ ਨੇ, ਨਰਕ ਕੀ ਹੁੰਦਾ ਹੈ? ਮੈਨੂੰ ਕਈ ਲੋਕ ਪੁੱਛਦੇ, ਜੇ ਨਰਕ ਹੈਗਾ ਤਾਂ ਮੈਨੂੰ ਵਿਖਾਓ। ਮੈਂ ਕਹਿੰਦਾ ਜੋ ਤੇਰੇ ਅੰਦਰ ਜਿਹੜੇ ਮਾੜੇ ਥਾਟ ਆਉਂਦੇ ਨਾ, ਮਾੜੇ ਥਾਟ, ਉਹਨਾਂ ਨੂੰ ਫੋਲੋ ਕਰਨਾ ਸ਼ੁਰੂ ਕਰ ਦੇ। 100% ਫੋਲੋ ਕਰ, 100%। ਜੋ ਤੇਰੇ ਅੰਦਰ ਮਾੜੇ ਥਾਟ ਆਉਂਦੇ ਆ, ਅਤੇ ਆਉਣ ਵਾਲੇ 2-3 ਸਾਲਾਂ 'ਚ ਵੇਖ ਨਹੀਂ ਤੇਰਾ ਜੀਵਨ ਕਿਵੇਂ ਦਾ ਹੋਏਗਾ। ਨਰਕ ਤੈਨੂੰ ਲਿਆਉਣਾ ਨਹੀਂ ਪਏਗਾ। ਜਾਂ ਤਾਂ ਕਿਸੇ ਜੇਲ੍ਹ 'ਚ ਹੋਏਗਾ, ਜਾਂ ਕਿਸੇ ਨਸ਼ੇ 'ਚ ਹੋਏਗਾ, ਜਾਂ ਕਿਤੇ ਬਹੁਤ ਵੱਡੀ ਪਾਗਲ ਵਾਲੀ ਹਸਤੀ ਦੇ ਵਿੱਚ ਹੋਏਗਾ। ਕੋਈ ਪਾਵਰ ਪਾ ਕੇ ਵੀ ਇੰਨਾ ਪਾਗਲ ਹੋਏਗਾ, ਜਾਂ ਆਪ ਮਰਦਾ ਹੋਏਗਾ, ਜਾਂ ਲੋਕਾਂ ਨੂੰ ਮਾਰਦਾ ਹੋਏਗਾ। ਕੋ ਸਤਿਨਾਮ ਸ਼੍ਰੀ। ਉਹ ਸ਼ੈਤਾਨ ਕੋਈ ਹੋਰ ਨਹੀਂ ਹੋਏਗਾ। ਜਾਂ 100% ਆਪਦੇ ਮਨ ਦੀ ਮਾੜੀ ਮੱਤ ਮੰਨ ਕੇ ਵੇਖ। ਜੋ ਤੇਰੇ ਅੰਦਰ ਥਾਟ ਆਉਂਦੇ ਨਾ, ਕਾਮ ਵਾਲੇ, ਲੋਭ ਵਾਲੇ, ਚੋਰੀ ਵਾਲੇ, ਮਾੜੇ ਖਿਆਲ ਆਉਂਦੇ ਨਾ, ਮਨ ਕਹਿੰਦਾ ਆ ਚਾਹੀਦਾ, ਜਾਂ ਭੱਜ ਕੇ ਵੇਖ ਲਾ, ਉਹਦੇ ਪਿੱਛੇ ਲੱਗ ਕੇ ਵੇਖ ਲਾ। ਆਪਣੇ ਖਿਆਲਾਂ ਦੇ ਪਿੱਛੇ ਕਿਉਂ ਰੋਕਦੇ ਜੇ? ਜਾਓ ਕਰਕੇ ਵੇਖ ਲਓ। ਅਤੇ 10 ਦਿਨਾਂ 'ਚ ਚੀਕਾਂ ਨਾ ਨਿਕਲੀਆਂ ਤੇ ਤਾਂ ਕਹਿਦੇ ਆ ਜੇ। ਆਖੋ ਸਤਿਨਾਮ ਸ਼੍ਰੀ। 10 ਦਿਨਾਂ 'ਚ ਇਸ ਮਨ ਨੇ ਚੀਕਾਂ ਨਾ ਕਢਾਤੀਆਂ ਤੇ ਤਾਂ ਕਹਿਦੇ ਆ ਜੇ। ਜਿਹੜੇ ਬੰਦੇ 100% ਮਨ ਦੇ ਪਿੱਛੇ ਚਲੇ ਜਾਂਦੇ ਨਾ, ਰੋਜ਼-ਰੋਜ਼ ਚਿੰਤਾ, ਰੋਜ਼-ਰੋਜ਼ ਤੌਖਲਾ, ਰੋਜ਼-ਰੋਜ਼ ਡਿਪਰੈਸ਼ਨ, ਰੋਜ਼-ਰੋਜ਼ ਬਿਮਾਰੀਆਂ, ਰੋਜ਼-ਰੋਜ਼ ਉਹਨਾਂ ਦੇ ਗੁਣ ਘਟਦੇ ਇੰਨੇ ਕਰੂਰ ਹੋ ਜਾਂਦੇ ਆ ਨਾ, ਉਹ ਚੱਲਦੇ ਫਿਰਦੀਆਂ ਲਾਸ਼ਾਂ ਨੇ। ਅਤੇ ਇੰਨੇ ਉਹ ਨਰਕ ਦੇ ਘਰ ਨੇ, ਆਪ ਸੜਦੇ, ਹੋਰਾਂ ਨੂੰ ਅੱਗ ਲਾਈ ਜਾਂਦੇ। ਇਹੀ ਹੈ, ਹੋਰ ਕੀ ਹੈ? ਅਤੇ ਜੇ ਸਵਰਗ ਵੇਖਣਾ, ਆਨੰਦ ਵੇਖਣਾ, ਫਿਰ ਗੁਰਬਾਣੀ ਨੂੰ 100% ਮੰਨੋ। ਜੋ ਗੁਰਬਾਣੀ ਕਹਿੰਦੀ ਹੈ ਨਾ, ਉਹਦੇ ਇੱਕ ਬੋਲ ਨੂੰ ਆਪਣੇ ਜੀਵਨ 'ਚ ਫੋਲੋ ਕਰਕੇ ਵੇਖੋ। ਅੱਜ ਕਰੋ, ਕੱਲ੍ਹ ਹੋਰ, ਪਰਸੋਂ ਹੋਰ, ਕਰਕੇ ਤਾਂ ਵੇਖੋ। ਅਸੀਂ ਤਾਂ ਦੁਬਿਧਾ 'ਚ ਮੱਥਾ ਵੀ ਟੇਕਿਆ, ਮਾੜਾ ਕੰਮ ਵੀ ਕੀਤਾ, ਵੀ ਕੀਤਾ। ਇਹ ਇੱਥੇ ਹੀ ਖੜੇ ਰਹਿਣਾ, ਕੁਝ ਨਹੀਂ ਹੋਣਾ ਤੁਹਾਡਾ। ਆਖੋ ਸਤਿਨਾਮ ਸ਼੍ਰੀ। ਭਾਵੇਂ 100 ਜਨਮ ਲੱਗੇ ਰਹੋ, ਕੁਝ ਨਹੀਂ ਜੇ ਹੋਣਾ। ਇਹ ਜਾਂ ਤਾਂ ਨਰਕ ਦਾ ਉਹਨੂੰ ਪਤਾ ਲੱਗਦਾ ਜਿਹੜਾ ਨਰਕ ਵਾਲੇ ਪਾਸੇ ਤੁਰਦਾ, ਸਵਰਗ ਦਾ ਉਹਨੂੰ ਪਤਾ ਲੱਗਦਾ ਜਿਹੜਾ ਸਵਰਗ, ਜਿਹੜਾ ਖੜਿਆ ਹੀ ਚੌਂਕ 'ਚ, ਉਹਨੇ ਸਵਾਹ ਜਾਣਾ, ਕਿਤੇ ਨਹੀਂ ਜਾਣਾ, ਉਹਨੇ ਨਹੀਂ ਜੇ ਜਾਣਾ। ਇਸ ਵਾਸਤੇ ਮੇਰੀ ਬੇਨਤੀ ਹੈ, ਆਪਣੇ ਜੀਵਨ ਵਿੱਚੋਂ ਮਾੜੀਆਂ ਆਦਤਾਂ ਘਟਾਓ। ਇਹ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿਉਂਕਿ ਹੁੰਦਾ ਇੱਦਾਂ ਹੀ ਹੈ।
ਭਾਵੇਂ ਮੰਨੋ ਜਾਂ ਨਾ ਮੰਨੋ, ਹੁੰਦਾ ਇਹ ਸੱਚ ਗੁਰਬਾਣੀ ਕਹਿ ਰਹੀ ਹੈ। ਤੇ ਮਹਾਰਾਜ ਨੇ ਠੱਗਾਂ ਨੂੰ ਕਿਹਾ, ਠੱਗੋ ਮਾੜੇ ਪਾਸਿਓਂ ਤੋਂ ਹਟ ਜਾਓ, ਜੋ ਲੋਕਾਂ ਨੂੰ ਦੁੱਖ ਦਿੰਦੇ ਹੋ ਦੁੱਖ ਨਾ ਦਿਓ, ਦੁੱਖ ਆਪਣੇ ਦੇਹ ਨੂੰ ਦਿਓ ਤਾਂ ਕਿ ਤੁਹਾਨੂੰ ਸੁੱਖ ਮਿਲ ਜਾਏ। ਲੋਕਾਂ ਨੂੰ ਕਿਉਂ ਦੁੱਖ ਦਿੰਦੇ ਹੋ? ਮਿਹਨਤ ਕਰੋ ਇਹਦੇ ਨਾਲ, ਇਹਨੂੰ ਆਲਸੀ ਨਾ ਬਣਾਓ, ਇਹਨੂੰ ਉਠਾਓ, ਇਹਦੇ ਨਾਲ ਮਿਹਨਤ ਕਰੋ, ਪੈਸਾ ਕਮਾਉਣਾ, ਦਿਮਾਗ ਲਾਓ। ਆਖੋ ਸਤਿਨਾਮ ਸ਼੍ਰੀ। ਕੋਈ ਕਲਾ ਸਿੱਖੋ, ਬੇਈਮਾਨੀਆਂ ਕਿਉਂ ਕਰਦੇ ਹੋ? ਚੰਗੇ ਗੁਣ ਸਿੱਖੋ, ਪੈਸਾ ਹੀ ਚਾਹੀਦਾ ਤੇ ਚੰਗੇ ਪਾਸੇ ਲਾਓ, ਉਹਦੇ 'ਚੋਂ ਸੁੱਖ ਮਿਲੇਗਾ। ਆਪ ਸੁਖੀ ਹੋਵੋ, ਦੂਜਿਆਂ ਨੂੰ ਸੁੱਖ ਦਿਓ। ਔਗਣ ਛੱਡੋ, ਔਗਣ ਹੀ ਦੁੱਖ ਦਾ ਕਾਰਨ ਹੈ। ਸੁੱਖ ਦਾ ਕਾਰਨ ਕੀ ਹੈ? ਰੱਬੀ ਪਿਆਰ, ਰੱਬੀ ਗੁਣ। ਮਹਾਰਾਜ ਕਹਿੰਦੇ ਇਹ ਛੱਡ ਦਿਓ ਆਪਣੇ ਜੀਵਨ 'ਚੋਂ। ਗੁਰੂ ਸਾਹਿਬ ਜੀ ਨੇ ਉਹਨਾਂ ਦੇ ਜੀਵਨ ਨੂੰ ਸੁਧਾਰਿਆ, ਪ੍ਰਣ ਲਿਆ, ਕਿਉਂਕਿ ਗੁਰੂ ਪ੍ਰਣ ਲੈਂਦਾ ਹੈ। ਜਿਹੜਾ ਅੰਮ੍ਰਿਤ ਛਕਣਾ ਨਾ, ਇੱਕ ਪ੍ਰਣ ਹੈ, ਵਚਨ ਹੈ ਕਿ ਮਹਾਰਾਜ ਅੱਜ ਤੋਂ ਬਾਅਦ ਸਿਰ ਤੇਰਾ, ਉਹ ਕੰਮ ਕਰਾਂਗਾ ਜੋ ਤੂੰ ਕਹਿ ਰਿਹਾ, ਉਹ ਨਹੀਂ ਕਰਾਂਗਾ ਜਿਹੜੇ ਮੇਰਾ ਮਨ ਕਹਿੰਦਾ ਹੈ। ਤੇ ਜੇ ਅਸੀਂ ਮਨ ਦੀ ਉਹ ਮੰਨੀ ਗਏ ਤੇ ਫਿਰ ਕਾਹਦੇ ਅੰਮ੍ਰਿਤ ਧਾਰੀ? ਆਖੋ ਸਤਿਨਾਮ ਸ਼੍ਰੀ। ਫਿਰ ਕਾਹਦੇ ਖਾਲਸੇ? ਫਿਰ ਤਾਂ ਇੱਕ ਭੇਖ ਹੋ ਸਕਦਾ, ਬੜੀ ਲੋਕ ਦੁਨੀਆ ਕਰ ਲੈਂਦੀ, ਉਹਦੇ ਨਾਲ ਕੋਈ ਗੱਲ ਨਹੀਂ ਬਣਨੀ। ਗੱਲ ਉਦਣ ਮੰਨੀ ਹੈ ਜਿੱਦਣ ਅਸੀਂ ਮਨ ਕਰਕੇ ਤੁਰਾਂਗੇ, ਤਾਂ ਗੱਲ ਮੰਨੀ। ਅੱਜ ਤੁਰ ਪੋ, ਕੱਲ ਤੁਰ ਪੋ, ਤੁਰਨ ਵਿੱਚ ਹੀ ਸੁੱਖ ਹੈ। ਗੁਰੂ ਸਾਹਿਬ ਜੀ ਨੂੰ ਫੋਲੋ ਕਰੋ, ਗੁਰੂ ਸਾਹਿਬ ਜੀ ਦੇ ਬਚਨ ਮੰਨੋ। ਕੁਝ ਨਾ ਕੁਝ, ਮੇਰੀ ਬੇਨਤੀ ਹੈ, ਕੁਝ ਨਾ ਕੁਝ ਜੀਵਨ ਦੇ ਵਿੱਚ 2 ਪੈਸੇ ਤਾਂ ਕਮਾ ਕੇ ਵੇਖੋ, ਸਕੂਨ ਹੈਗਾ ਜੇ। ਕਿਉਂਕਿ 2 ਰੁਪਈਆਂ ਦੀ ਵੀ ਕੋਈ ਨਾ ਕੋਈ ਚੀਜ਼ ਆ ਜਾਂਦੀ, ਇੱਕ ਟੌਫੀ ਉਹ ਆ ਜਾਂਦੀ, ਮੂੰਹ ਤਾਂ ਮਿੱਠਾ ਹੋਊਗਾ ਹੀ। ਆਖੋ ਸਤਿਨਾਮ ਸ਼੍ਰੀ। ਚੱਲ ਕੋਠੀ ਜੋਗੇ ਪੈਸੇ ਨਹੀਂ ਤੇ 2 ਰੁਪਈਆਂ ਦੀ ਟੋਫੀ ਤਾਂ ਆ ਹੀ ਜਾਊਗੀ, ਜਿਹਦੇ ਨਾਲ ਮੂੰਹ ਮਿੱਠਾ ਹੋਊਗਾ। ਉਹ ਜੀਵਨ 'ਚ ਕੋਈ 10-15 ਮਿੰਟ ਤਾਂ ਲਾ ਲਿਆ ਕਰੋ ਨਾਮ ਦੇ, ਕੋਈ ਬਾਣੀ ਦੇ, ਕੋਈ ਉਹਨੂੰ ਵਧਾਓ, ਗੁਣਾਂ ਨੂੰ ਵਧਾਓ, ਕੋਈ ਦਇਆ ਲਿਆਓ, ਕੋਈ ਸੇਵਾ ਭਾਵ ਲਿਆਓ, ਕੋਈ ਨਾ ਕੋਈ ਗੁਣ ਲੈ ਕੇ ਆਓ। ਉਹਨਾਂ ਨੇ ਭਲਾ ਕਰਨਾ, ਔਗਣਾਂ ਨੇ ਨੁਕਸਾਨ ਕਰਨਾ ਹੈ। ਤਾਂ ਮਹਾਰਾਜ ਜੀ ਨੇ ਠੱਗਾਂ ਦਾ ਨਿਸਤਾਰਾ ਕੀਤਾ, ਉਹਨਾਂ ਨੂੰ ਚੰਗੇ ਪਾਸੇ ਲਾਇਆ। ਇਹਨਾਂ ਦਾ ਜੀਵਨ ਕੁਝ ਸਮਾਂ ਮਹਾਰਾਜ ਸੁਧਾਰ ਕੇ ਇਹਨਾਂ 'ਚ ਰਹਿ ਤੇ ਫਿਰ ਅੱਗੇ ਗਏ। ਮਹਾਰਾਜ ਕਹਿੰਦੇ ਰੋਜ਼ ਗੁਰਬਾਣੀ ਪੜ੍ਹਿਆ ਕਰੋ। ਜੇ ਆਪਣੇ ਆਪ ਨੂੰ ਤੁਸੀਂ ਸੁਧਾਰਨਾ ਹੈ ਨਾ, ਰੋਜ਼ ਗੁਰਬਾਣੀ ਪੜ੍ਹਿਆ ਕਰੋ, ਰੋਜ਼ ਸਤ ਸੰਗਤ ਕਰਿਆ ਕਰੋ, ਮਾੜੇ ਖਿਆਲ ਛੱਡ ਦਿਓ, ਤਾਂ ਫਿਰ ਜੀਵਨ ਦਾ ਭਲਾ ਹੁੰਦਾ ਹੈ। ਤਾਂ ਸਾਹਿਬ ਜੀ ਨੇ ਭਲਾ ਕੀਤਾ, ਸਾਡਾ ਕੀਤਾ ਹੈ ਭਲਾ। ਸੋ ਇੰਨੀ ਹੀ ਸੇਵਾ ਪ੍ਰਵਾਨ ਕਰਨੀ। ਇੱਕ ਨਹੀਂ, ਅਨੇਕਾਂ ਭੁੱਲਾਂ ਹੋ ਜਾਂਦੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।